ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ਮਾਹ ਤੁਹਾਡੀ ਹੋਸਟ ਨੀਲਮ ਕੋਟ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਉਣਾ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਸੁਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी प्रोग्राम सचो सच विच बहुत शुक्रिया जी। डॉक्टर साहब आज 10 दिसंबर 2021 27 मगर नानक शाही कीमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵੀ ਔਰ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਗ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਆ ਔਰ ਦੁਆ ਅਰਦਾਸ ਕਰਦੇ ਆ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਵੀਰ ਸੁਰਿੰਦਰ ਸਿੰਘ ਜੀ ਹੋਰਾਂ ਵੱਲੋਂ ਔਰ ਇਹਨਾਂ ਨੇ TV84 ਲਈ ਦਸਵੰਧ ਨੈਟਵਰਕ ਤੇ ਮੈਚਿੰਗ ਫੰਡ ਕੈਂਪੇਨ ਦੀ ਸਫਲਤਾ ਲਈ ਵਧਾਈ ਦਿੱਤੀ ਹੈ ਅਤੇ ਸਮੂਹ ਵੀਰਾਂ ਭੈਣਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ TV84 ਲਈ ਆਪਣਾ ਦਸਵੰਧ ਕੱਢਿਆ ਔਰ ਮੀਡੀਆ ਵਿੱਚ ਕੌਮ ਕੋਲ TV84 ਤੋਂ ਬਿਨਾਂ ਹੋਰ ਕੋਈ ਅਦਾਰਾ ਨਹੀਂ ਨਜ਼ਰ ਆਉਂਦਾ। ਸੋ ਜੋ ਵਾਪਰ ਰਹੀਆਂ ਘਟਨਾਵਾਂ ਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਸਾਨੂੰ ਸੇਧ ਦੇ ਸਕੇ। ਸੋ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀ ਸੁਰਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619984। ਤੁਸੀਂ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਹੈ। ਸੋ 10 ਦਸੰਬਰ 1948 ਨੂੰ ਯੂਨਾਈਟਿਡ ਨੇਸ਼ਨਸ ਨੇ ਹਿਊਮਨ ਰਾਈਟਸ ਦਾ ਐਲਾਨਨਾਮਾ ਜਾਰੀ ਕੀਤਾ ਸੀ। ਅਸੀਂ ਦੁਨੀਆ ਭਰ ਦੇ ਉਹਨਾਂ ਸਾਰੇ ਇਨਸਾਨੀ ਹੱਕਾਂ ਦੇ ਅਲੰਬਰਦਾਰਾਂ ਨੂੰ ਆਪਣੀ ਸਲਾਮ ਪੇਸ਼ ਕਰਦੇ ਹਾਂ ਜਿਨ੍ਹਾਂ ਨੇ ਮਨੁੱਖੀ ਹੱਕਾਂ ਲਈ ਜੂਝਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਸੋ ਅਸੀਂ ਉਹਨਾਂ ਸਾਰੇ ਹਿਊਮਨ ਰਾਈਟਸ ਐਕਟਿਵਿਸਟਸ ਨੂੰ ਸਲੂਟ ਕਰਦੇ ਹਾਂ ਜਿਹੜੇ ਜ਼ਾਲਮ ਹਕੂਮਤਾਂ ਦੇ ਕਾਲੇ ਕਾਰਨਾਮਿਆਂ ਨੂੰ ਜੱਗ ਜ਼ਾਹਿਰ ਕਰਦੇ ਰਹੇ। ਸੋ ਅੱਜ ਅਸੀਂ ਇੰਟਰਨੈਸ਼ਨਲ ਹਿਊਮਨ ਰਾਈਟਸ ਦੀ ਜਿਹੜੀ ਅਹਿਮੀਅਤ ਅਤੇ ਇਸ ਨਾਲ ਜੁੜੇ ਜਿਹੜੇ ਇਸ਼ੂ ਨੇ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਅੰਤ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਸੁਰਿੰਦਰ ਸਿੰਘ ਵਰਜੀਨੀਆ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਬਹੁਤ ਹੀ ਪਿਆਰੇ ਵੀਰ ਨੇ, ਹਮਦਰਦ ਨੇ, ਪੰਥ ਨਾਲ ਪੂਰੀ ਤਰ੍ਹਾਂ ਪਰਨਾਏ ਹੋਏ ਨੇ ਔਰ ਦਸਵੰਧ ਕੈਂਪੇਨ ਵੀ ਅਸੀਂ ਕਾਮਯਾਬੀ ਨਾਲ ਨਾ ਕਰ ਸਕਦੇ ਜੇ ਸਾਨੂੰ ਵੀਰ ਸੁਰਿੰਦਰ ਸਿੰਘ ਉਸ ਸਿਸਟਮ ਦੇ ਵਿੱਚ ਨਾ ਵਾੜਦੇ ਔਰ ਇਸ ਤੋਂ ਇਲਾਵਾ ਉਹ ਸਮੇਂ-ਸਮੇਂ ਆਪਣੇ ਦਸਵੰਧ ਚੋਂ ਵੀ ਜਿਹੜਾ TV84 ਦੀ ਮਦਦ ਕਰਦੇ ਨੇ ਔਰ ਉਹ ਇੱਕ ਇਸ ਕਿਸਮ ਦੀ ਸ਼ਖਸੀਅਤ ਨੇ। ਮੈਂ ਬਹੁਤ ਵਾਰ ਦੇਖਦਾ ਕਿ ਕੁਝ ਲੋਕ ਠੀਕ ਹੈ ਸਾਡੇ ਮਿੱਤਰ ਸ਼ੇਖ ਸਾਹਿਬ ਅਕਸਰ ਕਹਿੰਦੇ ਸੀ ਕਿ ਵੀ ਨਾ ਤਾਂ ਅੱਲਾ ਮੀਆਂ ਨੂੰ ਵੀ ਆਪਣਾ ਚੰਗਾ ਲੱਗਦਾ ਕਿ ਹਰ ਕੋਈ ਚਾਹੁੰਦਾ ਵੀ ਉਸ ਦੀ ਰੈਕਗਨੀਸ਼ਨ ਹੋਏ ਪਰ ਉਹ ਐਸੇ ਵੀਰ ਨੇ ਜਿਨ੍ਹਾਂ ਨੂੰ ਇਹ ਹੁੰਦਾ ਕਿ ਨਹੀਂ ਬਸ ਗੁਰੂ ਨੇ ਸਾਥੋਂ ਸੇਵਾ ਲੈਣੀ ਹੈ ਅਸੀਂ ਸੇਵਾ ਕਰਦੇ ਤੇ ਤੁਸੀਂ ਸਾਡਾ ਨਾਂ ਵੀ ਨਾ ਲਿਆ ਕਰੋ। ਸੋ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅੱਜ 10 ਦਸੰਬਰ ਦਾ ਦਿਨ ਔਰ ਮੈਨੂੰ ਯਾਦ ਹੈ ਕਿ ਜਦੋਂ ਅਸੀਂ 1991 ਦੇ ਵਿੱਚ ਪੰਥਕ ਕਮੇਟੀ ਦੇ ਸਪੋਕਸਪਰਸਨ ਦੇ ਤੌਰ ਤੇ ਸੇਵਾ ਲਈ ਨਵੰਬਰ ਦਾ ਮਹੀਨਾ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ ਮੌਕੇ ਦੇ ਉੱਤੇ ਯੂਬਾ ਸਿਟੀ ਦੇ ਨਗਰ ਕੀਰਤਨ 'ਚ ਜਥੇਦਾਰ ਸਤਿੰਦਰਪਾਲ ਸਿੰਘ ਜਿਹੜੇ ਮੈਂਬਰ ਸਨ ਪੰਥਕ ਕਮੇਟੀ ਦੇ ਉਹਨਾਂ ਨੇ ਐਲਾਨਿਆ ਔਰ ਉਸ ਤੋਂ ਇੱਕਦਮ ਬਾਅਦ ਇਹ 10 ਦਸੰਬਰ ਆਇਆ। ਉਦੋਂ ਤੱਕ ਸਾਡੀ
ਸਾਡੇ ਕੌਮੀ ਹਲਕਿਆਂ ਦੇ ਵਿੱਚ ਜਾਂ ਕਿਤੇ ਵੀ ਇਸ ਦਿਨ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਵੀ 10 ਦਸੰਬਰ ਕੀ ਹੈ। ਔਰ ਮੈਂ ਸੁਜੈਸਟ ਕੀਤਾ ਕਿ ਵੀ ਇਸ ਦਿਨ ਨੂੰ ਅਸੀਂ ਜਿਹੜਾ ਹੈ ਉਹ ਐਮਨੈਸਟੀ ਇੰਟਰਨੈਸ਼ਨਲ ਤੇ ਦੂਸਰਿਆਂ ਨਾਲ ਮਿਲ ਕੇ ਮਨਾਈਏ। ਔਰ ਇਸ ਗੱਲ ਨੂੰ ਹਾਲਾਂ ਬਹੁਤ ਸਾਰਿਆਂ ਨੂੰ ਨਵੰਬਰ ਦੀ ਯਾਦ ਦਹਾਨੀ ਸੀ ਔਰ ਇਸ ਤੋਂ ਇਲਾਵਾ ਜੂਨ ਵੀ ਸਾਡੀਆਂ ਯਾਦਾਂ 'ਚ ਤਾਜ਼ਾ ਸੀ। ਅਜੇ ਜੂਨ 84 ਨਵੰਬਰ 84 ਹੋ ਕੇ ਹਟੇ ਸੀ। ਸੋ ਉਸ ਤੋਂ ਸ਼ੁਰੂਆਤ ਹੁੰਦੀ ਹੈ, ਹੌਲੀ ਹੌਲੀ ਅਗਲੇ ਸਾਲ ਤੱਕ ਪਹੁੰਚਦੇ ਹਾਂ। ਅਸੀਂ ਇਸ ਗੱਲ ਨੂੰ ਵੀ ਯਕੀਨੀ ਬਣਾਇਆ 92 ਤੱਕ ਪਹੁੰਚਦੇ ਹਾਂ ਕਿ ਜਿਵੇਂ ਅਸੀਂ ਜੂਨ ਦੇ ਪਹਿਲੇ ਹਫਤੇ ਯੂਨਾਈਟਿਡ ਨੇਸ਼ਨਸ ਦੇ ਬਾਹਰ ਪ੍ਰੋਟੈਸਟ ਕਰਦੇ ਹਾਂ, ਇਵੇਂ ਹੀ ਜਾਂ ਨਵੰਬਰ ਦੀ ਨਸਲਕੁਸ਼ੀ ਲਈ ਕਰਦੇ ਹਾਂ ਵੀ 10 ਦਸੰਬਰ ਨੂੰ ਹਿਊਮਨ ਰਾਈਟਸ ਡੇ ਦੇ ਮੌਕੇ ਤੇ ਵੀ ਪ੍ਰੋਟੈਸਟ ਹੋਣਾ ਚਾਹੀਦਾ। ਔਰ 2-3 ਸਾਲ ਇਵੇਂ ਵੀ ਰਿਹਾ ਜਿਹਦੇ 'ਚ ਅਸੀਂ ਹਿਊਮਨ ਰਾਈਟਸ ਵਾਚ ਔਰ ਐਮਨੈਸਟੀ ਇੰਟਰਨੈਸ਼ਨਲ ਦੇ ਨਾਲ ਮਿਲ ਕੇ ਜਿਹੜੇ ਪ੍ਰੋਗਰਾਮ ਉਹ ਬਹੁਤ ਵਾਰ ਕੈਂਡਲ ਲਾਈਟ ਵਿਜਲ ਰੱਖਦੇ ਸੀ, ਅਸੀਂ ਉਸ ਦੇ ਵਿੱਚ ਜੁਆਇਨ ਕਰਦੇ ਰਹੇ। ਔਰ ਹੁਣ ਮੈਂ ਜਦੋਂ ਪਿਛਲੇ 25-30 ਸਾਲ ਬਾਅਦ ਪਿੱਛੇ ਮੁੜ ਕੇ ਦੇਖਦਾ ਕਿ ਜਦੋਂ ਅਸੀਂ ਅਵੇਅਰਨੈਸ ਦੀ ਗੱਲ ਕਰਦੇ ਹਾਂ, ਬਹੁਤ ਵਾਰ ਇਹ ਹੁੰਦਾ ਹੈ ਵੀ ਕੁਝ ਸੈਕਟਰ ਐਸੇ ਹੁੰਦੇ ਨੇ ਜਿਨ੍ਹਾਂ ਦੇ ਬਾਰੇ ਬਹੁਤਿਆਂ ਨੂੰ ਪਤਾ ਵੀ ਨਹੀਂ ਹੁੰਦਾ। ਹਾਲਾਂ ਇਹ ਹਿਊਮਨ ਰਾਈਟਸ ਡੇ ਤਾਂ 10 ਦਸੰਬਰ 1948 ਨੂੰ ਐਲਾਨਿਆ ਗਿਆ, UN ਨੇ ਪਾਸ ਕੀਤਾ। ਹਾਲਾਂ ਉਸ ਤੇ ਚਰਚਾ ਤਾਂ 2-3 ਸਾਲ ਤੋਂ ਹੀ ਚੱਲ ਰਹੀ ਸੀ। ਸੈਕੰਡ ਵਰਲਡ ਵਾਰ ਦੀ ਤਬਾਹੀ ਤੋਂ ਬਾਅਦ, ਹਾਲਾਂ ਪਹਿਲੇ ਵਰਲਡ ਵਾਰ 1914 ਤੋਂ 1918 ਤੋਂ ਬਾਅਦ ਵੀ ਦੁਨੀਆ ਦੇ ਦੇਸ਼ਾਂ ਨੇ ਦੇਖਿਆ ਤਬਾਹੀ ਉਦੋਂ ਵੀ ਬੜੀ ਹੋਈ ਸੀ, ਲੱਖਾਂ ਦੀ ਗਿਣਤੀ 'ਚ ਲੋਕ ਮਾਰੇ ਗਏ ਸੀ, ਫੌਜੀ ਵੀ, ਸਿਵਿਲੀਅਨ ਵੀ, ਅਕਾਲ ਵੀ ਪਿਆ ਸੀ ਔਰ ਸਪੈਨਿਸ਼ ਫਲੂ ਵੀ ਆ ਗਿਆ ਸੀ। ਜੰਗ ਤੋਂ ਬਾਅਦ ਜਿਹੜੇ ਫੌਜੀ ਗਏ ਉਹਨੇ ਵੀ ਅੱਗੋਂ ਕਰੋੜਾਂ ਮਾਰੇ ਤੇ ਲੀਗ ਆਫ ਨੇਸ਼ਨਸ ਹੋਂਦ ਦੇ ਵਿੱਚ ਆਈ। ਲੇਕਿਨ ਅਸੀਂ ਦੇਖਦੇ ਹਾਂ ਕਿ 1918 ਤੋਂ ਲਗਭਗ 21 ਸਾਲ ਬਾਅਦ ਦੂਸਰਾ ਸੰਸਾਰ ਯੁੱਧ ਸੈਕੰਡ ਵਰਲਡ ਵਾਰ 1939 ਤੋਂ 1945 ਤੱਕ ਚੱਲਦਾ, ਜਿਹਦੇ 'ਚ ਫਿਰ ਕਰੋੜਾਂ ਲੋਕ ਮਾਰੇ ਜਾਂਦੇ ਨੇ ਔਰ ਨਿਊਕਲੀਅਰ ਐਟਮ ਬੰਬ ਵੀ ਇਸਤੇਮਾਲ ਹੁੰਦੇ ਨੇ ਹੀਰੋਸ਼ੀਮਾ ਨਾਗਾਸਾਕੀ। ਔਰ 1945 ਤਾਂ ਜਦੋਂ ਇਹ ਐਂਡ ਹੁੰਦਾ ਹੈ ਵਰਲਡ ਵਾਰ, ਬੇਸ਼ੱਕ ਜਰਮਨ ਔਰ ਉਸ ਦੇ ਸਾਥੀ ਜਿਹੜੇ ਜਾਪਾਨ ਔਰ ਦੂਸਰੇ ਮੁਲਕ ਹਾਰੇ, ਪਰ ਜਦੋਂ ਤੁਸੀਂ 4 ਚੁਫੇਰੇ ਤਬਾਹੀ ਦੇਖੋ ਤੇ ਉਹਦਾ ਨਤੀਜਾ ਸੀ ਕਿ ਬੇਸ਼ੱਕ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਨੇ। ਜਦੋਂ ਅਸੀਂ ਜੰਗਾਂ ਦੀ ਗੱਲ ਕਰਦੇ ਹਾਂ ਜਾਂ ਅੱਜ ਅਸੀਂ ਜਦੋਂ ਇੱਕ ਆਜ਼ਾਦ ਮੁਲਕ ਖਾਲਿਸਤਾਨ ਦੀ ਗੱਲ ਕਰ ਰਹੇ ਹਾਂ, ਜੇ ਕਿਸੇ ਨੂੰ ਪੁੱਛੀਏ ਕਿ ਅੱਜ ਤੋਂ ਠੀਕ 100 ਸਾਲ ਪਹਿਲਾਂ 1920 ਜਾਂ 1921 ਦੇ ਵਿੱਚ ਜਿਹੜਾ ਉਹ ਦੁਨੀਆ ਦੇ ਵਿੱਚ ਕਿੰਨੇ ਮੁਲਕ ਸਨ, ਸੋ ਫਸਟ ਵਰਲਡ ਵਾਰ ਤੋਂ ਪਹਿਲਾਂ 1914 ਜਾਂ 15 'ਚ ਕਿੰਨੇ ਮੁਲਕ ਸੀ, ਸ਼ਾਇਦ ਬਹੁਤ ਸਾਰੇ ਨਾ ਦੱਸ ਸਕਣ। ਔਰ ਅੰਦਾਜ਼ਨ 20 ਦੇ ਕਰੀਬ ਮੁਲਕ ਦੁਨੀਆ ਦੇ ਵਿੱਚ ਸਨ ਉਸ ਵੇਲੇ, ਕਿਉਂਕਿ ਸਾਰਾ ਜਿਹੜਾ ਬਸਤੀਵਾਦ ਦਾ ਜ਼ਮਾਨਾ ਸੀ, ਆਟੋਮੈਨ ਅੰਪਾਇਰ ਵੀ ਆਪਣੀ ਜ਼ੀਨਤ ਦੇ ਉੱਤੇ ਸੀ, ਬ੍ਰਿਟਿਸ਼ ਕਲੋਨੀਅਲਸ, ਫ੍ਰੈਂਚ, ਸਾਰੇ ਯੂਰਪੀਅਨਸ ਨੇ ਦੁਨੀਆ ਨੂੰ ਕਲੋਨਾਈਜ਼ ਕੀਤਾ ਹੋਇਆ ਸੀ। ਔਰ ਫਸਟ ਵਰਲਡ ਵਾਰ ਖਤਮ ਹੁੰਦਾ ਤੇ ਫਿਰ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਇੱਕ ਪੈਨ ਦੀ ਨਿਬ ਦੇ ਨਾਲ ਮਿਡਲ ਈਸਟ ਦੇ ਵਿੱਚ ਕਿੰਨੇ ਨਵੇਂ ਮੁਲਕ ਹੋਣ ਚਾਹੁੰਦੇ ਨੇ, ਆਟੋਮੈਨ ਅੰਪਾਇਰ ਕਮਜ਼ੋਰ ਹੁੰਦਾ ਹੈ, ਕਿਵੇਂ ਬਾਕੀ ਥਾਵਾਂ ਤੇ ਚੇਂਜਸ ਹੁੰਦੀਆਂ। ਔਰ ਜਦੋਂ ਈਵਨ ਇਹ 10 ਦਸੰਬਰ 1948 ਨੂੰ ਇਹ ਪਾਸ ਵੀ ਕੀਤਾ ਜਾਂਦਾ ਹੈ ਡੈਕਲੇਰੇਸ਼ਨ, ਉਦੋਂ 50 ਦੇ ਕਰੀਬ ਮੁਲਕ ਸਨ। ਅੱਜ ਅਸੀਂ 194 ਪ੍ਰੋਪਰਲੀ ਰੈਕਗਨਾਈਜ਼ਡ UN ਦੇ ਮੁਲਕ, ਅਦਰਵਾਈਜ਼ ਦੇਸ਼ ਮੁਲਕ ਤਾਂ 200 ਤੋਂ ਜ਼ਿਆਦਾ ਨੇ। ਹੁਣ ਇਹ ਗੱਲ ਦੋ ਗੱਲਾਂ ਲਈ ਇਸ ਗੱਲ ਦੀ ਅਹਿਮੀਅਤ ਹੈ। ਇੱਕ ਤਾਂ ਇਹ ਜਿਹੜੀ ਮੈਪ ਮੇਕਿੰਗ ਹੈ, ਨਵੀਂ ਪੁਰਾਣੀ ਨਕਸ਼ੇ ਬਦਲਦੇ ਰਹਿੰਦੇ ਨੇ। ਇਹ ਜਿਹੜੀਆਂ ਜਿਵੇਂ ਅਸੀਂ ਤਾਂ ਕਹਿੰਦੇ ਆ ਨਾ ਪਾਣੀ ਤੇ ਖਿੱਚੀ ਲੀਕ ਦਾ ਕੋਈ ਮਤਲਬ ਨਹੀਂ ਹੁੰਦਾ। ਵੈਸੇ ਜੇ ਦੇਖਿਆ ਜਾਏ ਤੇ ਧਰਤੀ ਤੇ ਖਿੱਚੀ ਲੀਕ ਵੀ, ਜਿਹਨੂੰ ਅਸੀਂ ਬਾਰਡਰ ਕਹਿ ਕੇ ਜਾਂ ਨੇਸ਼ਨ ਸਟੇਟਸ, ਜਿਹਦਾ ਕਨਸੈਪਟ 18ਵੀਂ 19ਵੀਂ ਸਦੀ ਦੇ ਵਿੱਚ ਆਉਂਦਾ ਹੈ, ਔਰ ਹੁਣ ਉਹ ਕਿਵੇਂ ਫੈਂਸ ਕੀਤਾ ਹੋਇਆ ਸਾਰੇ ਪਾਸੇ, ਕੀ ਦੁਨੀਆ 'ਚ ਚੱਲ ਰਿਹਾ ਇੱਕ ਖਿੱਤੇ ਤੋਂ ਦੂਸਰੇ ਖਿੱਤੇ 'ਚ। ਲੇਕਿਨ ਸੈਕੰਡ ਵਰਲਡ ਵਾਰ ਨੇ ਇਹ ਰੀਅਲਾਈਜੇਸ਼ਨ ਸਭ ਨੂੰ ਦਿੱਤੀ ਸੀ ਕਿ ਭਾਈ ਇਨਸਾਨੀਅਤ ਦਾ ਫੇਟ ਸਾਂਝਾ ਹੈ, ਇਸ ਕਿਸਮ ਦਾ ਯਤਨ ਕਰੀਏ ਕਿ ਇਹੋ ਜਿਹੀ ਤਬਾਹੀ ਦੁਬਾਰਾ ਨਾ ਹੋਵੇ। ਔਰ ਉਸ ਚੋਂ ਹੀ ਲੀਗ ਆਫ ਨੇਸ਼ਨਸ ਫੇਲ ਹੋਈ, ਇਸ ਲਈ ਸੈਕੰਡ ਵਰਲਡ ਵਾਰ ਹੋਇਆ। ਲੇਕਿਨ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ, UNO ਕਹਿੰਦੇ ਸੀ, ਹੁਣ ਉਹ ਲਫ਼ਜ਼ ਡ੍ਰੌਪ ਕਰ ਦਿੱਤਾ ਗਿਆ, ਕੱਲਾ UN ਕਿਹਾ ਜਾਂਦਾ। ਔਰ ਉਸ ਪੀਰੀਅਡ ਦੇ ਵਿੱਚ ਦੁਨੀਆ 'ਚ ਬੇਸ਼ੱਕ ਇੱਕ ਪਾਸੇ ਅਜੇ ਖਿੱਚਤੂ ਵਰਲਡ ਵਾਰ ਮੁੱਕਿਆ ਤੇ ਨਵੀਆਂ ਦੋ ਸੁਪਰ ਪਾਵਰ ਸੋਵੀਅਤ ਯੂਨੀਅਨ ਔਰ ਅਮਰੀਕਾ ਦੀ ਸ਼ੁਰੂ ਹੋ ਗਈ ਕੋਲਡ ਵਾਰ। ਤਾਂ ਫਿਰ ਅਗਲੇ ਸਾਰੇ 1990 ਤੱਕ ਪਹੁੰਚਦੇ ਆ ਜਦੋਂ ਸੋਵੀਅਤ ਯੂਨੀਅਨ 15 ਹਿੱਸਿਆਂ ਦੇ ਵਿੱਚ ਟੁੱਟਦਾ।
ਇਸ ਲਗਭਗ ਅਸੀਂ 40 ਸਾਲ ਦੀ ਹਿਸਟਰੀ ਕਹਿ ਸਕਦੇ ਹਾਂ, 40+ ਈਅਰ ਕੋਲਡ ਵਾਰ। ਔਰ ਉਸ ਕੋਲਡ ਵਾਰ ਈਰਾ ਦੇ ਵਿੱਚ ਇਹ ਨਹੀਂ ਹੈ ਕਿ ਵੀ ਤਬਾਹੀ ਨਹੀਂ ਹੋਈ। ਬੇਸ਼ੱਕ ਸੈਕੰਡ ਵਰਲਡ ਵਾਰ ਤੋਂ ਬਾਅਦ ਕੋਈ ਵੱਡੀ ਸੰਸਾਰ ਜੰਗ ਨਹੀਂ ਹੋਈ, ਪਰ ਜੇ ਦੇਖਣਾ ਹੋਏ ਕਿ ਵੀ ਇਹ ਜਿਹੜੀਆਂ ਵਧੀਆ ਹੋਈਆਂ ਹਉਮੈ ਭਰੀਆਂ ਰੁਚੀਆਂ ਨੇ, ਧੱਕਾ ਕਰਨ ਦੀ ਲਾਈਨ ਹੈ, ਦੂਸਰੇ ਨੂੰ ਓਵਰਪਾਵਰ ਕਰਨ ਦੀ ਲਾਈਨ ਹੈ, ਇਸ ਕੋਲਡ ਵਾਰ ਈਰਾ ਦੇ ਵਿੱਚ ਕਿੱਥੋਂ ਸ਼ੁਰੂ ਕਰੀਏ? ਸਾਊਥ ਅਮਰੀਕਾ ਤੋਂ ਲੈ ਕੇ ਉਹ ਕੰਬੋਡੀਆ ਹੋਏ, ਵੀਅਤਨਾਮ ਹੋਏ, ਕੋਰੀਆ ਹੋਏ, ਮਿਡਲ ਈਸਟ ਹੋਏ, ਅਫਗਾਨਿਸਤਾਨ ਹੋਏ, ਕਸ਼ਮੀਰ ਹੋਏ, ਖਾਲਿਸਤਾਨ ਹੋਏ, ਸਾਡਾ ਨਾਰਥ ਈਸਟ ਦਾ ਖਿੱਤਾ ਹੋਏ, ਔਰ ਨਿਕਾਰਾਗੁਆ, ਇਕਵਾਡੋਰ, ਕਿਊਬਾ, ਤੁਸੀਂ ਕਿਤੇ ਨਾ ਲਓ। ਜੇ ਦੋਨੋਂ ਵਰਲਡ ਵਾਰਸ ਜਿੰਨੇ ਕੁ ਲੋਕ ਮਰੇ ਨੇ ਉਹਨਾਂ ਨੂੰ ਮਿਲਾ ਲਿਆ ਜਾਏ ਉਹਨਾਂ ਦੀ ਗਿਣਤੀ ਨੂੰ, ਤਾਂ ਉਸ ਤੋਂ ਜ਼ਿਆਦਾ ਲੋਕ ਜਿਹੜੇ ਨੇ ਇਹਨਾਂ ਲਗਭਗ 72-73 ਸਾਲ ਦੇ ਵਿੱਚ ਮਰੇ ਨੇ। ਔਰ ਉਹਦੇ ਚ ਜ਼ਾਹਰ ਹੈ ਕਿ ਇੱਕ ਦੇ ਪਿੱਛੇ ਸੋਵੀਅਤ ਯੂਨੀਅਨ, ਇੱਕ ਦੇ ਪਿੱਛੇ ਜਿਹੜਾ ਉਹ ਅਮਰੀਕਾ, ਔਰ ਹੁਣ ਬੇਸ਼ੱਕ ਰਸ਼ੀਆ ਸੈਕੰਡ ਗ੍ਰੇਡ ਤੇ ਚਲਾ ਗਿਆ, ਸੋਵੀਅਤ ਯੂਨੀਅਨ ਤਾਂ ਜਾਂਦਾ ਲੱਗਾ। ਹੁਣ ਅਸੀਂ ਉਹੀ ਇੱਕ ਨਵੀਂ ਜਿਹੜੀ ਸਫਬੰਦੀ ਹੈ ਉਹ ਅਮਰੀਕਾ ਵਰਸਸ ਚਾਈਨਾ ਦੇ ਹਵਾਲੇ ਨਾਲ ਦੇਖ ਰਹੇ ਹਾਂ। ਲੇਕਿਨ ਫਿਰ ਵੀ ਇਹ ਕ੍ਰੈਡਿਟ ਯੂਨਾਈਟਿਡ ਨੇਸ਼ਨਸ ਨੂੰ ਜਾਂਦਾ ਹੈ, ਔਰ ਕਿ ਉਹਨਾਂ ਨੇ ਇੱਕ ਡਾਕੂਮੈਂਟ ਇਸ ਕਿਸਮ ਦਾ ਕੁੱਲ ਇਨਸਾਨੀਅਤ ਦੇ ਲਈ ਦਿੱਤਾ, ਜਿਹਨੂੰ ਅਸੀਂ UN ਚਾਰਟਰ ਆਫ ਹਿਊਮਨ ਰਾਈਟਸ ਕਹਿੰਦੇ ਹਾਂ, ਜਾਂ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ। ਔਰ ਜੇ ਸਿੱਖ ਕੌਮ ਦੇ ਹਵਾਲੇ ਨਾਲ ਵੀ ਗੱਲ ਕਰੀਏ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਦਲ ਖਾਲਸਾ ਵੱਲੋਂ ਵੱਡੇ ਪੈਮਾਨੇ ਤੇ ਇਸ ਦਿਨ ਨੂੰ ਯਾਦ ਕੀਤਾ ਜਾ ਰਿਹਾ ਹੈ। ਤੁਸੀਂ ਨੈਟ ਦੇ ਉੱਤੇ ਬਹੁਤ ਸਾਰੀਆਂ ਡਿਸਕਸ਼ਨਸ ਔਰ ਇਸ ਦੇ ਉੱਤੇ ਖਾਸ ਤੌਰ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ, ਉਹਨਾਂ ਦੀ ਚਰਚਾ ਹੋ ਰਹੀ ਹੈ। ਸਿੱਖਾਂ ਦੇ ਨਾਲ ਇਸ ਸਾਰੇ ਪੀਰੀਅਡ ਦੇ ਵਿੱਚ ਕੀ ਹੋਇਆ, ਕੀ ਹੋ ਰਿਹਾ। ਕੱਲ ਦੇ ਪ੍ਰੋਗਰਾਮ 'ਚ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਤਿਹਾੜ ਜੇਲ੍ਹ ਦੇ ਵਿੱਚ ਮਨਪ੍ਰੀਤ ਸਿੰਘ ਨੂੰ ਉੱਥੋਂ ਕੱਢ ਕੇ ਉਹਨੂੰ ਖੁਦਕੁਸ਼ੀ ਦਾ ਕੇਸ ਬਣਾ ਕੇ ਔਰ ਉਹਨੂੰ ਅਦਰਵਾਈਜ਼ ਜਿਵੇਂ ਉਹਦੇ ਗੁੱਟਾਂ ਤੇ ਨਿਸ਼ਾਨ ਨੇ ਟਾਰਚਰ ਕਰਕੇ ਮਾਰਿਆ ਗਿਆ। 2 ਜਾਂ 3 ਸਿੰਘ ਪਹਿਲਾਂ ਵੀ ਤਿਹਾੜ ਜੇਲ੍ਹ 'ਚ ਮਾਰੇ ਜਾ ਚੁੱਕੇ ਨੇ। ਔਰ ਇਹੀ ਵਰਤਾਰਾ ਅਸੀਂ ਦੂਸਰੀਆਂ ਥਾਵਾਂ ਤੇ ਦੇਖਦੇ ਹਾਂ। ਨਾਗਾਲੈਂਡ ਦੇ ਹਵਾਲੇ ਨਾਲ ਅਸੀਂ ਪਿਛਲੇ ਹਫ਼ਤੇ ਦੇਖਿਆ ਕਿ ਕਿਵੇਂ ਬੇਗੁਨਾਹ ਜਿਹੜੇ ਨੇ ਸ਼ਹਿਰੀ ਸਿਵਿਲੀਅਨਸ, ਉਹਨਾਂ ਦੇ ਉੱਤੇ ਆਰਮੀ ਜਿਹੜੀ ਹੈ ਉਸ ਨੂੰ, ਕਿਉਂਕਿ ਇਹ ਇਮਿਊਨਿਟੀ ਮਿਲੀ ਹੋਈ ਹੈ ਕਿ ਜਿਹੜਾ ਉਹਦੇ ਕੋਲ ਸਪੈਸ਼ਲ ਪਾਵਰਸ ਐਕਟ ਦੇ ਥੱਲੇ ਕੋਈ ਕਾਰਵਾਈ ਨਹੀਂ ਹੋ ਸਕਦੀ। ਕਸ਼ਮੀਰ ਦੇ ਵਿੱਚ ਕੀ ਜ਼ੁਲਮ ਚੱਲ ਰਿਹਾ ਉੱਥੇ, ਬਿਲਕੁਲ ਫੌਜ ਜਿਹੜੀ ਹੈ ਉਹ ਰੋਜ਼ਾਨਾ ਕੋਈ ਨਾ ਕੋਈ ਨੌਜਵਾਨ ਚੁੱਕ ਕੇ ਮਾਰਦੀ ਹੈ ਔਰ ਉਹਨੂੰ ਪੁਲਿਸ ਮੁਕਾਬਲਾ ਦੱਸਿਆ ਜਾਂਦਾ ਹੈ। ਔਰ ਇਹੀ ਵਰਤਾਰਾ, ਕਿਉਂਕਿ ਅਸੀਂ ਆਪਣੇ ਖਿੱਤੇ ਨਾਲ ਸੰਬੰਧਿਤ ਗੱਲ ਜ਼ਿਆਦਾ ਕਰਦੇ ਹਾਂ, ਲੇਕਿਨ ਇਸ ਸਭ ਦਾ ਧਿਆਨ ਰਹੇ ਕਿ ਹੁਣ ਇੱਕ ਪਾਸੇ ਲਾਅ ਐਂਡ ਆਰਡਰ ਦੀ ਗੱਲ ਜਦੋਂ ਹੁੰਦੀ ਹੈ ਔਰ ਇੱਕ ਪਾਸੇ ਹਿਊਮਨ ਰਾਈਟਸ ਦੀ ਗੱਲ ਹੁੰਦੀ ਹੈ, ਦੋਨਾਂ ਦੇ ਵਿੱਚ ਫਰਕ ਕੀ ਹੈ ਜਦੋਂ ਅਸੀਂ ਦੇਖਦੇ ਹਾਂ। ਔਰ ਇੱਕ ਕਹਾਣੀ ਜਿਹੜੀ ਅੱਜ ਸੋਸ਼ਲ ਮੀਡੀਆ ਤੇ ਡਿਸਕਸ ਹੋ ਰਹੀ ਸੀ, ਇਹ 6ਵੀਂ ਸਦੀ ਦੇ ਇਜਿਪਟ ਦੇ ਬਾਦਸ਼ਾਹ ਨੌਸ਼ਰਵਾ ਦੇ ਨਾਲ ਜੁੜੀ ਹੋਈ ਹੈ। ਔਰ ਜਿਵੇਂ ਸਾਡੇ ਉਸ ਖਿੱਤੇ 'ਚ ਇਹ ਪਰੰਪਰਾ ਰਹੀ ਕਿ ਜਿਹਦੇ 'ਚ ਬੱਚਿਆਂ ਨੂੰ, ਬੇਸ਼ੱਕ ਉਹ ਬਾਦਸ਼ਾਹਾਂ ਦੇ ਬੱਚੇ ਵੀ ਹੁੰਦੇ ਸੀ, ਉਹਨਾਂ ਨੂੰ ਭੇਜਿਆ ਜਾਂਦਾ ਸੀ ਕਿਸੇ ਟੀਚਰ ਦੀ ਨਿਗਰਾਨੀ ਥੱਲੇ। ਉਸ ਨੂੰ ਜਿਹੜੀ ਉਹਨਾਂ ਇੱਕ ਨਰਸਰੀ ਜਿਹਦੇ 'ਚ ਕਿ ਬੱਚੇ ਆਉਂਦੇ ਸੀ, ਬਹੁਤ ਵਾਰੀ ਉੱਥੋਂ ਦੇ ਸਿਸਟਮ 'ਚ ਤਾਂ ਉਹ ਆਸ਼ਰਮਾਂ ਦੇ ਵਿੱਚ ਜਾਂ ਗੁਰੂਕੁਲ ਜਿਹਦੇ ਲਈ ਸੀ। ਇਸੇ ਤਰ੍ਹਾਂ ਦੀ ਜਿਹੜੀ ਟ੍ਰੈਡੀਸ਼ਨ ਹੈ ਉਹ ਓਲਡ ਇਜਿਪਟ ਦੇ ਵਿੱਚ ਵੀ ਸੀ, ਜਿੱਥੇ ਕਿ ਉਹਨਾਂ ਨੂੰ ਸਪੈਸ਼ਲ ਉਸਤਾਦ ਔਰ ਜਿਹੜੇ ਇੱਕ ਰੂਹਾਨੀ ਜਾਂ ਫਿਲਾਸਫਰ ਕਿਸਮ ਦੇ ਲੋਕ ਦੁਨੀਆ ਤੋਂ ਬੇਨਿਆਜ਼, ਉਹਨਾਂ ਦੇ ਕੋਲ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ। ਔਰ ਐਸਾ ਕਿਹਾ ਜਾਂਦਾ ਹੈ ਕਿ ਵੀ ਨੌਸ਼ਰਵਾ ਬਾਦਸ਼ਾਹ ਜਦੋਂ ਇੱਕ ਸਟੂਡੈਂਟ ਦੇ ਤੌਰ ਤੇ ਆਪਣੇ ਟੀਚਰ ਦੇ ਕੋਲ ਪੜ੍ਹ ਰਿਹਾ ਸੀ, ਉੱਥੇ ਹੀ ਉਹ ਵਕਤ ਗੁਜ਼ਾਰਦੇ ਸੀ। ਤੇ ਇੱਕ ਦਿਨ ਉਹਨੂੰ ਉਹਦੇ ਟੀਚਰ ਨੇ ਸੱਦ ਕੇ ਕਿਹਾ ਵੀ ਇੱਧਰ ਆ, ਤੇ ਉਹਦੇ ਜੋੜ ਦੀ ਇੱਕ ਖਿੱਚ ਕੇ ਚਪੇੜ ਮਾਰੀ। ਹੁਣ ਉਹਨੂੰ ਲੱਗਾ ਕਿ ਵੀ ਮੈਂ ਕੁਝ ਐਸਾ ਤਾਂ ਨਹੀਂ ਕੀਤਾ, ਕੁੱਟਦੇ ਤਾਂ ਉਦੋਂ ਵੀ ਸੀ ਉਸਤਾਦ, ਉਹਨੂੰ ਆਪਣੀਆਂ ਗਲਤੀਆਂ ਲਈ ਪੈਂਦੀਆਂ ਹੋਣਗੀਆਂ ਚਪੇੜਾਂ, ਪਰ ਉਹਨੂੰ ਲੱਗਾ ਵੀ ਇਹ ਮੇਰੇ ਨਾਲ ਬਹੁਤ ਧੱਕਾ ਕੀਤਾ ਇਹਨੇ, ਇਹ ਬਿਲਕੁਲ ਮੈਂ ਕੀਤਾ ਕੀ ਹੈ। ਔਰ ਉਹ ਗੱਲ ਆਈ ਗਈ ਹੋ ਗਈ, ਵਕਤ ਹੋਇਆ, ਉਹ ਜਵਾਨ ਹੋ ਗਿਆ, ਜਦੋਂ ਬਾਦਸ਼ਾਹ ਬਣਿਆ ਤੇ ਉਹਦੇ ਦਿਮਾਗ 'ਚ ਉਹ ਥੱਪੜ ਨਹੀਂ ਸੀ ਭੁੱਲਿਆ ਹੋਇਆ। ਉਸਨੇ ਤਲਬ ਕੀਤਾ, ਉਹਨੂੰ ਕਿਹਾ ਵੀ ਲਿਆਓ, ਚੇਨਸ ਦੇ ਵਿੱਚ ਜਕੜ ਕੇ ਉਹਨੂੰ ਉਸਤਾਦ ਬਣਿਆ ਫਿਰਦਾ, ਉਹਨੇ ਮੈਨੂੰ ਖਾਮਖਾ ਮਾਰਿਆ ਸੀ ਬੇਗੁਨਾਹ ਨੂੰ। ਤੇ ਉਹ ਜਦੋਂ ਉਹਦੇ ਦਰਬਾਰ 'ਚ ਲਿਆਂਦਾ ਤੇ ਉਹ ਖਿੜਖੜਾ ਕੇ ਉਹਦਾ ਟੀਚਰ ਹੱਸਿਆ, ਤੇ ਉਹ ਉਹਨੂੰ ਕਹਿੰਦਾ ਕਿ ਵੀ ਕਿਉਂ ਹੱਸਿਆ? ਕਿਉਂ? ਕਹਿੰਦਾ ਮੈਂ ਇਸ ਲਈ ਹੱਸਿਆ
ਕਿ ਤੈਨੂੰ ਸਬਕ ਚੰਗੀ ਤਰ੍ਹਾਂ ਯਾਦ ਹੋ ਗਿਆ। ਉਹਨੇ ਕਿਹਾ ਕਿ ਉਹਨੇ ਕਿਹਾ ਦੇਖ ਮਾਰਿਆ ਮੈਂ ਤੈਨੂੰ ਕਈ ਵਾਰ ਸੀ ਤੇਰੀ ਗਲਤੀ ਲਈ, ਉਹ ਤੈਨੂੰ ਯਾਦ ਨਹੀਂ ਹੈ। ਸੋ ਹੁਣ ਇਸ ਗੱਲ ਨੂੰ ਕਦੇ ਨਾ ਭੁੱਲੀ, ਤੂੰ ਬਾਦਸ਼ਾਹ ਬਣ ਗਿਆ ਹੈ, ਜਿਵੇਂ ਤੈਨੂੰ ਬੇਗੁਨਾਹ ਮਾਰੇ ਨੂੰ ਉਹ ਚਪੇੜ ਨਹੀਂ ਭੁੱਲੀ ਹੈ, ਇਵੇਂ ਕਿਸੇ ਦੇ ਉੱਤੇ ਤੂੰ ਧੱਕਾ ਨਾ ਕਰੀ, ਕਿਸੇ ਬੇਗੁਨਾਹ ਦੇ ਉੱਤੇ ਜਿਹੜਾ ਜ਼ੁਲਮ ਨਾ ਕਰੀ। ਹੁਣ ਗੱਲ ਜਿਹੜੀ ਹੈ ਉਹ ਭਾਵੇਂ ਕਿਸੇ ਹਵਾਲੇ ਨਾਲ ਹੋਏ, ਜਦੋਂ ਅਸੀਂ ਇੱਕ ਪਾਸੇ ਲਾ ਐਂਡ ਆਰਡਰ ਵਾਲੀ ਸੁਸਾਇਟੀ ਹੈ, ਪਰ ਜਦੋਂ ਲਾ ਐਂਡ ਆਰਡਰ ਦੇ ਥੱਲੇ ਕੋਈ ਹਕੂਮਤ, ਉਹ ਹਕੂਮਤ ਨਹੀਂ ਹੁੰਦੀ, ਉਹ ਰਾਦਰ ਜ਼ੁਲਮ ਕਰਦੀ ਹੈ ਆਪਣੇ ਸ਼ਹਿਰੀਆਂ ਦੇ ਉੱਤੇ, ਆਪਣੇ ਲੋਕਾਂ ਦੇ ਉੱਤੇ। ਉਹਨਾਂ ਦੇ ਵਿੱਚ ਉਹ ਡਿਸਕ੍ਰਿਮੀਨੇਸ਼ਨ ਜਿਹੜੀ ਆ ਉਹ ਰਿਲੀਜਨ ਬੇਸਡ ਹੋਏ, ਰੇਸ ਬੇਸਡ ਹੋਏ, ਜੈਂਡਰ ਬੇਸਡ ਹੋਏ, ਕੋਈ ਵੀ ਹੋਏ, ਤੇ ਜ਼ਾਹਰ ਹੈ ਕਿ ਉਹਦੀ ਜਿਹੜੀ ਵਾਇਓਲੇਸ਼ਨ ਹੈ ਉਸ ਦੇ ਲਈ ਫਿਰ ਉਸ ਇਨਸਾਨ ਕੋਲ ਜਾਂ ਉਸ ਕੌਮ ਕੋਲ, ਉਸ ਕਬੀਲੇ ਕੋਲ ਇਹ ਹੱਕ ਰਹਿੰਦਾ ਹੈ ਕਿ ਉਹ ਹਥਿਆਰਬੰਦ ਸਟਰਗਲ ਦੇ ਰਸਤੇ ਨੂੰ ਚੁਣੇ। ਔਰ ਬੇਸ਼ੱਕ ਹਿਊਮਨ ਰਾਈਟਸ ਦੇ ਹਵਾਲੇ ਨਾਲ ਸਿੱਖੀ ਪਰਸਪੈਕਟਿਵ ਤੋਂ ਗੱਲ ਕਰਦੇ ਹਾਂ, ਅਸੀਂ ਗੁਰੂ ਨਾਨਕ ਸਾਹਿਬ ਦੀ ਤੋਂ ਹੀ ਸ਼ੁਰੂ ਕਰਦੇ ਹਾਂ ਆਲਵੇਜ਼, ਕਿ ਜਿਨ੍ਹਾਂ ਨੂੰ ਜੇ ਅਸੀਂ ਆਪਣੇ ਉਸ ਖਿੱਤੇ ਦੇ ਵਿੱਚ ਜਾਂ ਸਿੱਖ ਪਰੰਪਰਾ ਜਾਂ ਸਿੱਖ ਮਜ਼ਹਬ ਦੇ ਹਵਾਲੇ ਨਾਲ ਕਹਿਣਾ ਹੋਏ, ਤੇ ਗੁਰੂ ਨਾਨਕ ਸਾਹਿਬ ਨੇ ਜਿੱਥੇ ਇਨਸਾਨੀ ਪਿਆਰ ਦਾ ਸੁਨੇਹਾ ਦਿੱਤਾ ਹੈ, ਨਿਮਾਣਿਆਂ ਨਿਤਾਣਿਆਂ ਨੂੰ ਗਲ ਨਾਲ ਲਾਇਆ, ਔਰਤਾਂ ਦੇ ਹਕੂਕ ਦੀ ਗੱਲ ਕੀਤੀ, ਉੱਥੇ ਉਹਨਾਂ ਨੇ ਜ਼ੁਲਮ ਦੇ ਖਿਲਾਫ ਜਿਹੜੇ ਵੇਲੇ ਦੇ ਬਾਦਸ਼ਾਹ ਸਨ, ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿਤ ਕੁੱਤਿਓ ਚੱਟ ਜਾਓ। ਇਸ ਤੋਂ ਸਟਰੋਂਗ ਸਟੇਟਮੈਂਟ ਤੁਸੀਂ ਮਜ਼ਹਬੀ ਹਵਾਲੇ ਨਾਲ ਕਿਤੇ ਨਹੀਂ ਦੇਖੋਗੇ। ਫਿਰ ਆਪਣੀ ਧਰਤੀ ਦੇ ਲੋਕਾਂ ਦੀ ਪੀੜ ਨੂੰ ਕਿਵੇਂ ਮਹਿਸੂਸ ਕਰਦੇ ਨੇ। ਬਾਬਰ ਹਮਲਾਵਰ ਹੁੰਦਾ ਹੈ ਐਮਨਾਬਾਦ ਸ਼ਹਿਰ, ਔਰ ਇਸ ਗੱਲ ਦਾ ਧਿਆਨ ਰਹੇ ਕਿ ਬਾਬਰ ਦੇ ਹਮਲੇ ਵੇਲੇ ਦਿੱਲੀ ਤਖਤ ਦੇ ਉੱਤੇ ਜਿਹੜੇ ਅਫਗਾਨ ਹੀ ਕਾਬਜ਼ ਸਨ, ਪਠਾਨ ਮੁਸਲਮਾਨ ਉਹਨਾਂ ਦਾ ਮਜ਼ਹਬ ਸੀ, ਸੋ ਕੋਈ ਮਜ਼ਹਬੀ ਲੜਾਈ ਨਹੀਂ ਸੀ। ਤੇ ਜਿਹੜਾ ਜ਼ੁਲਮ ਕਰਨ ਵਾਲੇ ਨੇ ਜਾਂ ਜਿਹੜੀਆਂ ਫੌਜਾਂ ਸਨ ਜਾਂ ਨੇ ਅੱਜ ਵੀ, ਬਹੁਤ ਵਾਰ ਉਹ ਇਹ ਤਾਂ ਨਹੀਂ ਦੇਖਦੀਆਂ ਵੀ ਕੀ ਹੈ, ਉੱਥੇ ਧੱਕਾ ਹੁੰਦਾ ਹੈ। ਔਰ ਜੋ ਕੁਛ ਐਮਨਾਬਾਦ ਸ਼ਹਿਰ 'ਚ ਉਸ ਦੀਆਂ ਫੌਜਾਂ ਨੇ ਈਵਨ ਜਿਹੜੇ ਹਾਕਮ ਸੀ ਉਹਨਾਂ ਦੀਆਂ ਔਰਤਾਂ ਨਾਲ ਕੀਤਾ, ਕਾਮਨ ਔਰਤਾਂ ਨਾਲ ਕੀਤਾ, ਆਮ ਲੋਕਾਂ ਨਾਲ ਕੀਤਾ, ਜੋ ਕਤਲੋਗਾਰਦ ਲੁੱਟ ਖਸੁੱਟ ਅੱਜ ਵੀ 5 ਸ਼ਬਦ ਗੁਰੂ ਨਾਨਕ ਸਾਹਿਬ ਦੇ ਤਿਲੰਗ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਮੌਜੂਦ ਨੇ, ਜਿਹੜੇ ਮੈਂ ਸਮਝਦਾ ਹਾਂ ਕਿ ਉਹ ਹਕੀਕਤ ਬਿਆਨਦੇ ਨੇ ਕਿ ਜਿੱਥੇ ਉਸ ਪੀੜ ਨੂੰ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਭਾਈ ਜੇ ਔਰਤਾਂ ਦੀ ਗੱਲ ਹੈ, ਤੇ ਉਹਨਾਂ ਨੇ ਔਰਤ ਦੇ ਹੱਕ 'ਚ ਆਵਾਜ਼ ਚੁੱਕਦਿਆਂ ਕਿਹਾ ਕਿ ਮੁਸਲਮਾਨੀਆਂ ਪੜ੍ਹੇ ਕਤੀਬਾਂ, ਕਸ਼ਟ ਮੇ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖੈ ਲਾਏ ਵੇ ਲਾਲੋ। ਹੁਣ ਕਿਉਂਕਿ ਫੌਜ ਦਾ ਜਿਹੜਾ ਜ਼ਬਰ ਦਾ ਸ਼ਿਕਾਰ ਔਰਤ ਮੁੱਢ ਕਦੀਮ ਤੋਂ, ਲੁੱਟ ਦਾ ਮਾਲ, ਮਾਲੇ ਗਨੀਮਤ ਵੀ ਕਿਸੇ ਜ਼ਮਾਨੇ 'ਚ ਕਿਹਾ ਜਾਂਦਾ ਸੀ, ਸਮਝਿਆ ਜਾਂਦਾ ਸੀ, ਉਹ ਔਰਤਾਂ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਨੇ। ਸੋ ਗੁਰੂ ਨਾਨਕ ਸਾਹਿਬ ਸਭ ਤੋਂ ਪਹਿਲਾਂ ਮੁਸਲਮਾਨ ਔਰਤਾਂ ਦੀ ਪੀੜ ਦੀ ਗੱਲ ਕਰਦੇ ਨੇ ਕਿ ਉਹ ਕਿਸ ਦੁੱਖ 'ਚੋਂ ਲੰਘ ਰਹੀਆਂ ਨੇ, ਕਿ ਉਹ ਖੁਦਾ ਕਰ ਰਹੀਆਂ ਕਿ ਸਾਨੂੰ ਬਚਾਓ। ਔਰ ਇਸੇ ਤਰ੍ਹਾਂ ਜਾਤ ਸਨਾਤੀ, ਉੱਚੀਆਂ ਤੇ ਨੀਵੀਂ ਜ਼ਾਤ ਦੀਆਂ ਸਾਰੀਆਂ ਹੀ ਔਰਤਾਂ, ਕਿਉਂਕਿ ਦੁਸ਼ਮਣ ਇਹ ਫਰਕ ਨਹੀਂ ਕਰਦਾ ਕੌਣ ਕੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਗੁਰੂ ਨਾਨਕ ਸਾਹਿਬ ਨੇ ਚੈਲੰਜ ਕਰਦੇ ਆ ਬਾਬਰ ਨੂੰ, ਇਹ ਕਿਹਾ ਸੀ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ, ਕਿ ਤੇਰੀ ਫੌਜ, ਕਿਉਂਕਿ ਬਾਬਰ ਨੇ ਜਿਹੜਾ ਕਿ ਉਜ਼ਬੈਕ ਮੂਲ ਦਾ ਸੀ, ਅੱਜ ਦੇ ਉਜ਼ਬੇਕਿਸਤਾਨ 'ਚ ਉਹਦਾ ਜਨਮ ਸਥਾਨ ਹੈ, ਪਹਿਲਾਂ ਉਸਨੇ ਕਾਬਲ ਫਤਹ ਕੀਤਾ, ਖੁਰਾਸਾਨ ਇਹ ਪ੍ਰੋਵਿੰਸ ਸੀ। ਗੁਰੂ ਨਾਨਕ ਸਾਹਿਬ ਨੇ ਫਰਮਾਇਆ ਖੁਰਾਸਾਨ ਖਸਮਾਨਾ ਕੀਆ, ਕਿ ਖੁਰਾਸਾਨ ਦਾ ਖਸਮ ਬਣਿਆ, ਉਹਨੂੰ ਜਿੱਤਿਆ ਹਿੰਦੁਸਤਾਨ ਡਰਾਇਆ। ਹੁਣ ਇਹ ਚੈਲੰਜ ਕਿ ਭਾਈ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ, ਇਹ ਤੇਰੀ ਫੌਜ ਪਾਪ ਦੀ ਜੰਜ ਹੈ, ਪਾਪ ਦੀ ਬਰਾਤ ਹੈ। ਔਰ ਜੋ ਜ਼ੋਰ ਜ਼ਬਰ ਹੋ ਰਿਹਾ ਇੱਥੋਂ ਦੇ ਲੋਕਾਂ ਦੇ ਨਾਲ, ਉਸ ਨੂੰ ਗੁਰੂ ਸਾਹਿਬ ਨੇ ਜਿਵੇਂ ਜਿਨ੍ਹਾਂ ਲਫ਼ਜ਼ਾਂ 'ਚ ਬਿਆਨ ਕੀਤਾ ਕਿ ਖੂਨ ਕੇ ਸੋਇਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਹੁਣ ਸੋਇਲਾ ਯੂਜਲੀ ਮੈਰਿਜ ਔਰ ਦੂਸਰੇ ਵੇਲੇ ਖੁਸ਼ੀ ਦੇ ਗੀਤ ਨੇ, ਕਿ ਮੈਂ ਖੂਨ ਦੇ ਗੀਤ ਗਾ ਰਿਹਾ ਆਪਣੇ ਖੂਨ ਦੇ ਨਾਲ। ਔਰ ਕੁੰਗੂ ਕੇਸਰ ਨੂੰ ਕਹਿੰਦੇ ਨੇ ਯੂਜਲੀ, ਜਿਹੜਾ ਚੰਗੇ ਸ਼ਗਨ ਦੇ ਮੌਕੇ ਕੇਸਰ ਖੁਸ਼ਬੂ ਹੁੰਦੀ ਹੈ। ਗੁਰੂ ਸਾਹਿਬ ਨੇ ਕਿਹਾ 4 ਚਫੇਰੇ ਰਤ ਦੀ, ਬਲੱਡ ਦੀ ਜਿਹੜੀ ਹੈ ਉਹ ਬਦਬੂ ਹੈ, ਕਿ ਸਾਹਿਬ ਕੇ ਗੁਣ ਗਾਵੀਏ ਨਾਨਕ,
ਮਾਸਪੁਰੀ ਵਿੱਚ ਆਖ ਮਸੋਲਾ, ਕਿ ਮੈਂ ਉਸ ਸ਼ਹਿਰ 'ਚ ਖੜਾ ਜਿੱਥੇ ਚਾਰ ਚਫੇਰੇ ਮਾਸ ਦੀ ਦੁਰਗੰਧ ਹੈ। ਜਿਨ ਉਪਾਈ ਰੰਗ ਰਵਾਈ ਬੈਠਾ ਦੇਖੈ ਵਕ ਅਕੇਲਾ। ਹੁਣ ਇਹ ਸਾਰੇ ਨੂੰ ਜਦੋਂ ਅਸੀਂ ਦੇਖਦੇ ਹਾਂ ਅੱਜ ਦੇ, ਜਦੋਂ ਮੈਂ ਹਿਊਮਨ ਰਾਈਟਸ ਡੈਕਲੇਰੇਸ਼ਨ ਦੀ ਗੱਲ ਦੇਖ ਰਿਹਾ ਸੀ ਤੇ ਮੇਰੇ ਦਿਲੋਂ ਦਿਮਾਗ 'ਚ ਇਹੀ ਘੁੰਮ ਰਿਹਾ ਸੀ ਕਿ 5.5 ਸਦੀਆਂ ਪਹਿਲਾਂ, ਆਲਮੋਸਟ 5 ਸਦੀਆਂ ਪਹਿਲਾਂ 1526 ਈਸਵੀ 'ਚ ਬਾਬਰ ਏਮਨਾਬਾਦ ਦੇ ਉੱਤੇ ਕਾਬਜ਼ ਹੁੰਦਾ ਹੈ ਔਰ ਫਿਰ ਉਹ ਦਿੱਲੀ ਵੱਲ ਵੱਧਦਾ ਹੈ। ਸੋ ਇਹ ਡਿਫਾਈਨ ਕਰ ਦਿੱਤਾ ਸੀ ਕਿ ਭਾਈ ਜਦੋਂ ਦੋ ਤਾਕਤਾਂ ਆਪਸ 'ਚ ਭਿੜਦੀਆਂ ਨੇ, ਇਹ ਵੀ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ, ਜੇ ਸ਼ਕਤਾ ਸ਼ਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸ਼ਕਤਾ ਸਿਓ ਮਾਰੇ ਪੈ ਵਗੈ ਖਸਮੈ ਸਾ ਪਰਸੋਈ। ਕਿ ਦੋ ਤਾਕਤਾਂ ਆਪਸ 'ਚ ਡਿਊਲ ਕਰਦੀਆਂ ਨੇ, ਇੱਕ ਸ਼ਕਤੀਵਾਨ ਤਾਕਤਵਰ ਦੂਜੇ ਨਾਲ ਭਿੜਦਾ, ਇੱਕ ਨੇ ਹਾਰਨਾ ਇੱਕ ਨੇ ਜਿੱਤਣਾ, ਤਾਂ ਮਨ ਰੋਸ ਨਾ ਹੋਈ। ਗੁਰੂ ਸਾਹਿਬ ਕਹਿੰਦੇ ਨੇ ਕੋਈ ਸ਼ਿਕਾਇਤ ਨਹੀਂ। ਪਰ ਜਦੋਂ ਇੱਕ ਧਿਰ ਬੇਗੁਨਾਹ ਜਨਤਾ ਦੇ ਉੱਤੇ ਜਿਵੇਂ ਉਹ ਇੱਕ ਬਗਿਆੜ ਵਾਂਗ ਝਪਟਦੀ ਹੈ, ਫਿਰ ਇਸ ਦੇ ਲਈ ਜਿਹੜਾ ਉਹ ਆਨਸਰੇਬਿਲਿਟੀ ਹੈ, ਅਕਾਊਂਟੇਬਿਲਿਟੀ ਹੈ। ਔਰ ਇਹੀ ਪਾਰਟ ਜਦੋਂ ਅਸੀਂ ਸਾਰੇ ਹਿਊਮਨ ਹਿਸਟਰੀ ਦੇ ਵਿੱਚ ਦੇਖਦੇ ਹਾਂ, ਅੱਜ ਦੇ ਕੰਟੈਕਸਟ 'ਚ ਵੀ ਅਸੀਂ ਦੇਖ ਰਹੇ ਹਾਂ, ਆਪਣੇ ਗੁਆਂਢ ਦੇ ਵਿੱਚ ਅਸੀਂ ਅਫਗਾਨਿਸਤਾਨ 'ਚ ਦੇਖਿਆ, ਆਪਣੀ ਧਰਤੀ ਖਾਲਿਸਤਾਨ ਤੇ ਦੇਖਿਆ, ਕਸ਼ਮੀਰ ਦੇ ਵਿੱਚ ਦੇਖਿਆ, ਲਗਾਤਾਰਤਾ ਨਾਲ ਦੇਖ ਰਹੇ ਹਾਂ ਨਾਗਾਲੈਂਡ 'ਚ, ਔਰ ਭਾਰਤ ਭਰ ਦੇ ਵਿੱਚ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਪਾਸੇ ਉਹ ਰਜੀਮ ਨੇ, ਕਮਿਊਨਿਸਟ ਰਜੀਮ, ਡਿਕਟੇਟਰਸ਼ਿਪਸ, ਸ਼ੇਖਡਮਸ, ਫੌਜੀ, ਉਹਨਾਂ ਨੂੰ ਤੁਸੀਂ ਛੱਡ ਦਿਓ, ਉਹ ਤਾਂ ਪਹਿਲਾਂ ਹੀ ਉਹਨਾਂ ਦਾ ਸਿਸਟਮ ਉਸ ਕਿਸਮ ਦਾ ਹੈ ਜਿਹਦੇ 'ਚ ਕੋਈ ਹਿਊਮਨ ਰਾਈਟਸ ਆ ਦੂਜੇ ਤੀਜੇ ਨੂੰ ਉਹਨਾਂ ਨੇ ਡਿਫਾਈਨ ਨਹੀਂ ਕੀਤਾ ਹੋਇਆ। ਪਰ ਜਿਨ੍ਹਾਂ ਮੁਲਕਾਂ ਨੇ ਡੈਮੋਕ੍ਰੇਸੀ ਜਾਂ ਜਮਹੂਰੀਅਤ ਦੇ ਨਾਂ ਥੱਲੇ ਆਪਣੀ ਦੁਨੀਆ ਦੇ ਵਿੱਚ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਜਦੋਂ ਵਾਇਓਲੇਟ ਕਰਦੇ ਨੇ ਤੇ ਫਿਰ ਜ਼ਰੂਰ ਇਹ ਕਹਿਣਾ ਬਣਦਾ ਹੈ ਕਿ ਭਾਈ ਕਿਸ ਦੇ ਅੱਗੇ ਤੁਸੀਂ ਪੁਕਾਰ ਕਰੋ, ਕਿਸ ਦੇ ਅੱਗੇ ਜਿਹੜਾ ਕਰੋ। ਔਰ ਗੱਲ ਸਿਰਫ ਮੁਲਕਾਂ ਜਾਂ ਕਬੀਲਿਆਂ ਤੱਕ ਮਹਿਦੂਦ ਨਹੀਂ ਹੈ, ਇਹ ਕਹਾਣੀ ਵੀ ਆਪਣੇ ਘਰ ਤੋਂ ਸ਼ੁਰੂ ਹੁੰਦੀ ਹੈ। ਔਰ ਪ੍ਰੈਜ਼ੀਡੈਂਟ ਰੂਜ਼ਵੈਲਟ ਜਿਹੜੇ ਸੈਕੰਡ ਵਰਲਡ ਵਾਰ ਦੇ ਵੇਲੇ ਜਿਨ੍ਹਾਂ ਨੇ ਅਮਰੀਕਾ ਨੂੰ ਲੀਡ ਕੀਤਾ, 4 ਟਰਮ ਪ੍ਰੈਜ਼ੀਡੈਂਟ ਰਹੇ, ਉਹਨਾਂ ਦੀ ਵਾਈਫ ਜਿਹੜੀ ਬੀਬੀ ਬਹੁਤ ਹੀ ਸੁਲਝੀ ਹੋਈ ਔਰ ਉਹਦਾ ਬਹੁਤ ਵੱਡਾ ਯੋਗਦਾਨ ਸੀ ਸੈਕੰਡ ਵਰਲਡ ਵਾਰ ਦੇ ਦੌਰਾਨ ਵਿਕਟਮਸ ਲਈ ਵੀ ਔਰ UN ਦੇ ਇਸ ਚਾਰਟਰ ਤੱਕ ਪਹੁੰਚਣ ਲਈ ਵੀ। ਉਹਨਾਂ ਦਾ ਨਾਂ ਐਲੀਨਰ ਰੂਜ਼ਵੈਲਟ, ਉਹਨਾਂ ਦੀ ਕੋਟ ਹੈ, ਵੇਅਰ ਆਫਟਰ ਆਲ ਡੂ ਯੂਨੀਵਰਸਲ ਹਿਊਮਨ ਰਾਈਟਸ ਬਿਗਨ, ਕਿ ਜਦੋਂ ਅਸੀਂ ਇਨਸਾਨੀ ਹਕੂਕਾਂ ਦੀ ਗੱਲ ਕਰਦੇ ਹਾਂ, ਯੂਨੀਵਰਸਲ ਸ਼ੁਰੂ ਕਿੱਥੇ ਹੁੰਦੇ ਨੇ? ਇਨ ਸਮਾਲ ਪਲੇਸਿਸ ਕਲੋਜ਼ ਟੂ ਹੋਮ, ਸੋ ਕਲੋਜ਼ ਐਂਡ ਸੋ ਸਮਾਲ that they cannot be seen on any maps of the world। ਕਿ ਪਹਿਲਾਂ ਘਰੋਂ ਸ਼ੁਰੂ, ਜਿਹਨੂੰ ਅਸੀਂ ਕਹਿੰਦੇ ਵੀ ਚੈਰਿਟੀ ਬਿਗਨਸ ਐਟ ਹੋਮ। ਬਹੁਤ ਵਾਰ ਅਸੀਂ ਗੁਰਦੁਆਰਿਆਂ ਦੇ ਹਵਾਲੇ ਨਾਲ ਜਦੋਂ ਮਿਸਮੈਨੇਜਡ ਹੁੰਦਾ ਹੈ ਜਾਂ ਕੋਈ ਹੁੰਦਾ, ਅਸੀਂ ਕਹਿੰਦੇ ਜੀ ਗੁਰਦੁਆਰੇ 'ਚ ਆ ਕੇ, ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹੀ ਲੋਕ ਨੇ ਜਿਹੜੇ ਘਰਾਂ 'ਚੋਂ ਆਏ ਨੇ, ਅਸੀਂ ਉਹੀ ਕਬੀਲਾ ਹੈ, ਅਸੀਂ ਉਹੀ ਟੱਬਰ ਹੈ। ਜੇ ਸਾਡੇ ਘਰਾਂ 'ਚ ਡਿਸਪਲਿਨ ਨਹੀਂ ਹੈ ਜਾਂ ਘਰਾਂ ਦੇ ਵਿੱਚ ਇੱਕ ਦੂਸਰੇ ਦੇ ਹਕੂਕ ਅਸੀਂ ਮਹਿਫੂਜ਼ ਨਹੀਂ ਕਰਦੇ, ਤਾਂ ਉੱਥੇ 2 ਮੀਲ ਦੂਰ ਆ ਕੇ ਉਹ ਕਿਵੇਂ ਬਦਲ ਜਾਏਗੀ ਜ਼ਹਿਨੀਅਤ। ਇਹੀ ਗੱਲ ਬੀਬੀ ਰੂਜ਼ਵੈਲਟ ਕਹਿ ਰਹੇ ਨੇ ਕਿ ਭਾਈ ਸੋ ਕਲੋਜ਼ ਐਂਡ ਸੋ ਸਮਾਲ that they cannot be seen on any maps of the world unless these rights have meaning there, they have little meaning anywhere without concerted citizen action to uphold them close to home we shall look in vain for progress in the larger world। ਕਿ ਜੇ ਅਸੀਂ ਆਪਣੇ ਘਰਾਂ ਤੋਂ ਇਹ ਨਹੀਂ ਸ਼ੁਰੂ ਕਰਾਂਗੇ ਕਿ ਅਸੀਂ ਕਿਵੇਂ ਹਰ ਇੱਕ ਨੂੰ ਉਹਦਾ ਡਿਊ ਰਿਗਾਰਡ ਦੇਣਾ ਹੈ, ਡਿਊ ਆਨਰ ਦੇਣਾ ਹੈ, ਤੇ ਫਿਰ ਇਹ ਭੁੱਲ ਜਾਈਏ ਕਿ ਦੁਨੀਆ ਦੇ ਵਿੱਚ ਅਸੀਂ ਕੋਈ ਤਹਿਜ਼ੀਬੀ ਸੁਸਾਇਟੀ, ਕੋਈ ਸਭਿਅਕ ਸਮਾਜ ਸਿਰਜ ਸਕਦੇ। ਔਰ ਇਸ ਗੱਲ ਦਾ ਧਿਆਨ ਰਹੇ ਕਿ 2021 ਦਾ ਜਿਹੜਾ ਹਿਊਮਨ ਰਾਈਟਸ ਡੇ ਹੈ, ਇਹਦਾ ਥੀਮ ਜਿਹੜਾ UN ਨੇ ਰੱਖਿਆ, ਰਿਡਿਊਸਿੰਗ ਇਨਇਕੁਆਲਿਟੀਜ਼ ਐਡਵਾਂਸਿੰਗ ਹਿਊਮਨ ਰਾਈਟਸ, ਇਹ ਉਹਦਾ ਥੀਮ ਹੈ। ਉਹਨਾਂ ਨੇ ਇਹ ਕਿਹਾ ਕਿ ਕਿਉਂਕਿ ਇਹ ਆਰਟੀਕਲ 1, ਕਿਉਂਕਿ ਲਗਭਗ 30 ਆਰਟੀਕਲ ਨੇ ਜਿਹੜੀ ਡੈਕਲੇਰੇਸ਼ਨ ਹਿਊਮਨ ਰਾਈਟਸ ਦੀ 10 ਦਸੰਬਰ 1948 ਨੂੰ ਹੋਈ, ਔਰ ਉਸ ਦੇ ਪਹਿਲੇ ਆਰਟੀਕਲ 'ਚ ਇਹ ਲਿਖਿਆ ਹੋਇਆ ਹੈ, all human beings are born free and equal in dignity and rights। ਕਿ ਕੋਈ ਵੀ ਦੁਨੀਆ ਪਰ, ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਸੀ ਕਿ ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨ वो, ਕਿ ਹਿਊਮਨ ਰੇਸ ਸਾਰੀ। ਔਰ ਇਹੀ ਸਪਿਰਿਟ ਹੈ ਇਸ ਚਾਰਟਰ ਦੀ, ਇਸ ਡੈਕਲੇਰੇਸ਼ਨ ਦੀ, all human beings are born free and equal, ਆਜ਼ਾਦ, ਤੁਰਥੀ ਆਜ਼ਾਦ ਸਤਿਗੁਰ ਦੇ ਇਹ ਬੰਦੇ। ਕਿ
ਮੁੱਢ ਤੋਂ ਅਸੀਂ ਆਜ਼ਾਦ ਹਾਂ ਔਰ ਬਰਾਬਰ ਹੈ ਇਨ ਡਿਗਨਿਟੀ। ਔਰ ਸਭ ਤੋਂ ਵੱਡਾ ਜਿਹੜਾ ਇੱਕ ਕਿਸੇ ਨੂੰ ਨਫਸੀ ਤੌਰ ਦੇ ਉੱਤੇ ਇਹ ਅਹਿਸਾਸ ਦੇਣਾ ਕਿ ਤੂੰ ਬਰਾਬਰ ਦਾ ਸ਼ਹਿਰੀ ਹੈ, ਤੂੰ ਇੱਕ ਬਰਾਬਰ ਦਾ ਇਨਸਾਨ ਹੈ, ਉਹਦੇ 'ਚ ਅਹਿਸਾਸੇ ਕਮਤਰੀ ਨਾ ਭਰਨਾ ਪੈਸੇ ਦੇ ਆਧਾਰ ਤੇ ਜਾਂ ਜਿਸ ਬਾਰੇ ਫਿਰ ਇਹ ਸਾਰੇ ਚਾਰਟਰ ਨੇ ਵੀ ਬੜੀ ਕਲੀਅਰਲੀ ਇਸ ਨੂੰ ਉਹਨਾਂ ਨੇ ਬਿਆਨ ਕੀਤਾ। ਮੈਂ ਥੋੜਾ ਉਹਨੂੰ ਟੱਚ ਬੇਸ ਕਰਾਂਗਾ ਲੇਕਿਨ ਮੈਂ ਥੋੜਾ ਟੱਚ ਕਰਦਾ ਜਾਵਾਂਗਾ ਹੋਰ ਵੀ ਇਸ ਨਾਲ ਰਿਲੇਟਡ। ਔਰ ਇਹ ਜਿਹੜਾ UN ਚਾਰਟਰ ਹੈ ਹਿਊਮਨ ਰਾਈਟਸ ਦਾ ਡੈਕਲੇਰੇਸ਼ਨ ਹੈ, ਇਹ ਦੁਨੀਆ ਦੀਆਂ 500 ਜ਼ਬਾਨਾਂ ਦੇ ਵਿੱਚ ਟਰਾਂਸਲੇਟ ਹੋ ਕੇ ਜਿਹੜੀ ਹੈ ਸਾਰੇ ਪਾਸੇ। ਔਰ ਮੈਂ ਇਹ ਰਿਕਮੈਂਡ ਵੀ ਕਰਾਂਗਾ ਆਪਣੇ ਵਿਊਅਰਸ ਜਿਹੜੇ ਥੋੜੇ ਬਹੁਤ ਰਿਸਰਚ ਕਰਦੇ ਨੇ ਕਿ ਇਸ ਦੇ ਉੱਤੇ ਜ਼ਰੂਰ ਗੱਲ ਕਰਨ। ਪਰ ਮੈਂ ਇਸ ਦਾ ਜਿਹੜੇ ਉਹਦੇ 30 ਆਰਟੀਕਲ ਨੇ ਅੱਡ ਉਹਨਾਂ ਦੇ ਉੱਤੇ ਜਿਹੜਾ ਹੈ ਉਹ ਇਕੁਆਲਿਟੀ ਔਰ ਦੂਸਰੇ ਤੀਸਰੇ ਬਾਰੇ ਦੀ ਸ਼ੁਰੂਆਤ ਹੀ ਜਿਹੜੀ ਹੈ ਉਹ ਇਸ ਪ੍ਰੀਐਂਬਲ ਜਿਹਨੂੰ ਅਸੀਂ ਭੂਮਿਕਾ ਕਹਿੰਦੇ ਉਹਦੇ ਨਾਲ ਹੁੰਦੀ ਹੈ। ਵੇਅਰ ਐਜ਼ recognition of the inherent dignity and of the equal and inalienable rights of all members of human family is the foundation of freedom, justice and peace in the world। ਕਿ ਜੇ ਕੋਈ ਨਹੀਂ ਹੈ ਦੁਨੀਆ ਦੇ ਵਿੱਚ ਆਜ਼ਾਦੀ ਦੀ, ਨਿਆਂ ਦੀ, ਅਦਲ ਦੀ ਔਰ ਅਮਨ ਦੀ, ਤੇ ਉਸ ਦਾ ਬੇਸਿਕ ਇਨਹੈਰੈਂਟ ਡਿਗਨਿਟੀ ਹੈ ਕਿ ਹਰ ਹਿਊਮਨ ਬੀਇੰਗ ਇਕੁਅਲ ਹੈ ਔਰ ਹਰ ਹਿਊਮਨ ਫੈਮਿਲੀ ਦੇ ਕੋਲ ਇਨਏਲੀਨੇਬਲ ਰਾਈਟ ਹੈ ਜਿਹਦੇ ਤੇ ਕੋਈ ਸਵਾਲ ਨਹੀਂ ਕਰ ਸਕਦਾ। ਵੇਅਰ ਐਜ਼ ਡਿਸਰਿਗਾਰਡ ਐਂਡ ਕੰਟੈਂਪਟ ਫॉर ਹਿਊਮਨ ਰਾਈਟਸ have resulted in barbarous acts which have outraged the conscience of mankind and advent of the world in which human beings shall enjoy freedom of speech and belief and freedom from fear and want has been proclaimed as the highest aspiration of the common people। ਇਹੀ ਜਿਹੜਾ ਈਵਨ ਅਮਰੀਕਨ ਕਨਸਟੀਟਿਊਸ਼ਨ 'ਚ ਵੀ ਹੈ ਕਿ ਭਾਈ ਸਪੀਚ ਦੀ ਆਜ਼ਾਦੀ, ਬਿਲੀਫ ਦੀ ਆਜ਼ਾਦੀ, ਕਿਸੇ ਵੀ ਕਿਸਮ ਦੇ ਖੌਫ 'ਚ ਨਾ ਜੀਣਾ। ਪਰ ਜਿਹੜਾ ਹੁਣ ਮੈਂ ਪ੍ਰੀਐਂਬਲ ਦੀ ਲਾਈਨ ਪੜ੍ਹਨ ਲੱਗਾ ਇਹ ਐਗਜ਼ੈਕਟਲੀ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਜ਼ਫਰਨਾਮਾ ਪੜ੍ਹਦੇ ਹਾਂ ਜੋ ਉਹਨਾਂ ਨੇ ਔਰੰਗਜ਼ੇਬ ਨੂੰ ਲਿਖਿਆ ਸੀ, ਕਿਉਂਕਿ ਔਰੰਗਜ਼ੇਬ ਨੇ ਪੁੱਛਿਆ ਸੀ ਕਿ ਤੁਸੀਂ ਗੁਰੂ ਨਾਨਕ ਫਕੀਰ ਸਨ, ਇੱਕ ਰੂਹਾਨੀ ਇਨਸਾਨ, ਤੁਸੀਂ ਗੁਰੂ ਨਾਨਕ ਦੀ ਗੱਦੀ ਤੇ ਬੈਠ ਕੇ ਤੁਸੀਂ ਹਥਿਆਰ ਕਿਉਂ ਚੁੱਕੇ, ਤੁਸੀਂ ਜਿਹੜਾ ਉਹ ਕਿਉਂ ਆਰਮਡ ਸਟਰਗਲ ਵੱਲ ਤੁਰੇ। ਔਰ ਉਹਨਾਂ ਦਾ ਮੈਂ ਜ਼ਫਰਨਾਮੇ ਨੂੰ ਕੋਟ ਕਰਨ ਤੋਂ ਪਹਿਲਾਂ ਮੈਂ ਪ੍ਰੀਐਂਬਲ ਦੀ ਲਾਈਨ ਪੜ੍ਹਦੇ ਹਾਂ। ਵੇਅਰ ਐਜ਼ ਇਟ ਇਜ਼ ਐਸੈਂਸ਼ੀਅਲ if man is not to be compelled to have recourse as a last resort to rebellion against tyranny and oppression, that human rights should be protected by the rule of the law। Whereas it is ये बहुत ज़रूरी है, it is essential if man is not to be compelled to have recourse कि ਕਿਸੇ ਬੰਦੇ ਨੂੰ ਅਖੀਰਲੇ ਉਸ ਸਟੈਪ ਤੱਕ ਨਾ ਜਾਣ ਦਿਓ। ਕਿਹੜਾ ਸਟੈਪ? as a law to rebellion against tyranny and oppression कि ਉਹ ਜ਼ੁਲਮ ਔਰ ਜੋ ਉਸ ਦੇ ਉੱਤੇ ਦਾਬਾ ਹੈ, ਗਲਬਾ ਹੈ, ਉਸ ਦੇ ਖਿਲਾਫ ਰਿਬੈਲ ਬਣੇ, ਬਗਾਵਤ ਕਰੇ। ਹੁਣ ਬਗਾਵਤ ਹਥਿਆਰਬੰਦ ਹੈ ਕਿ ਵੀ ਉਹ ਰਿਬੈਲ ਦਾ ਰਸਤਾ ਚੁਣੇ। that human rights should be protected by the rule of the law ਕਿ ਜੇ ਕਾਨੂੰਨੀ ਤੌਰ ਦੇ ਉੱਤੇ ਕਿਸੇ ਦੇ ਇਨਸਾਨੀ ਹਕੂਕ ਮਹਿਫੂਜ਼ ਨਹੀਂ ਹੋਣਗੇ ਤੇ ਉਹ ਅਖੀਰਲੇ ਰਿਜ਼ੋਰਟ ਦੇ ਤੌਰ ਤੇ ਰਿਬੈਲੀਅਨ ਦਾ ਰਸਤਾ ਚੁਣੇਗਾ, ਕਿਉਂਕਿ ਇਸ ਤੋਂ ਬਿਨਾ ਕੋਈ ਚਾਰਾ ਨਹੀਂ ਹੈ। ਹੁਣ ਇਹਨੂੰ ਤੁਸੀਂ 10ਵੇਂ ਪਾਤਸ਼ਾਹ ਦਾ ਜਦੋਂ ਤੁਸੀਂ ਇਹ ਸ਼ੇਰ ਜ਼ਫਰਨਾਮੇ 'ਚ ਦੇਖਦੇ ਹੋ ਫਾਰਸੀ ਦੇ ਵਿੱਚ, ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤੇ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਹਲਾਲ ਹੈ, ਇਹ ਜਾਇਜ਼ ਹੈ, ਇਹ ਰੱਬ ਦੇ ਬੰਦਿਆਂ ਦਾ ਕੰਮ ਹੈ। ਔਰ ਇਸ ਮੌਕੇ ਦੇ ਉੱਤੇ ਖਾਸ ਤੌਰ ਤੇ ਵਰਲਡ ਸਿੱਖ ਪਾਰਲੀਮੈਂਟ ਨੇ ਵੀ ਜਿਹੜਾ ਯੂਨਾਈਟਿਡ ਨੇਸ਼ਨਸ ਸੈਕਟਰੀ ਜਨਰਲ ਨੂੰ ਜਿਹੜਾ ਉਹ ਮੈਮੋਰੈਂਡਮ ਦਿੱਤਾ ਹੈ, ਉਹਨਾਂ ਦੀ ਪ੍ਰੈਸ ਰਿਲੀਜ਼ ਵੀ ਹੈ। ਔਰ ਉਹਦੇ 'ਚ ਉਹਨਾਂ ਨੇ ਜਿੱਥੇ ਦੁਨੀਆ ਦੇ ਬਾਕੀ ਸਾਰੇ ਹੀ ਜਿਹੜੇ ਸਫਰਰ ਨੇ ਹਿਊਮਨ ਰਾਈਟਸ ਤੋਂ ਸਫਰ ਜਿਹੜਾ ਉਹਨਾਂ ਦੇ ਵਾਇਲੇਟ ਹੁੰਦੇ ਨੇ ਉਹਨਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਪਰ ਮੈਂ ਇੱਕ ਦੋ ਪੈਰਾਗ੍ਰਾਫ ਜਿਹੜੇ ਉਹਨਾਂ ਨੇ ਕਰੰਟ ਸਾਡੇ ਸਿੱਖ ਸਟਰਗਲ ਬਾਰੇ ਜਾਂ ਸਿੱਖਾਂ ਦੀ ਸਿਚੁਏਸ਼ਨ ਬਾਰੇ ਕਹੇ ਨੇ ਉਹ ਮੈਂ ਸਾਂਝੇ ਕਰਨਾ ਚਾਹੁੰਦਾ। ਉਹਨਾਂ ਨੇ 84 ਦੀ ਗੱਲ ਵੀ ਕੀਤੀ ਹੈ ਕਿ ਭਾਈ ਕਿਵੇਂ 47 ਤੋਂ 84 ਤੱਕ ਕੀ ਹੋਇਆ ਔਰ 84 'ਚ ਫਿਰ ਕੀ ਹੋਇਆ।
the memorandum and listing the points ranging from Sikh genocide and its perpetrators are still free with impunity, release of Sikh political prisoners in India for years without justice, सारे political prisoners की गाल कीती है, continuance of extrajudicial killings in prison and outside, India's refusal to recognize Sikh right of self-determination as enshrined in 1966 International Covenant on Human Rights। इस गल का ध्यान रहे कि इस चार्टर तो बाद उन्होंने फर्दर फोर्टिफाई करते हैं जिनीवा कन्वेंशनस कोवेनेंट्स भी ਜਿਹੜੇ ਨੇ ਉਹ ਹੋਂਦ ਦੇ ਵਿੱਚ ਆਉਂਦੇ ਨੇ ਔਰ ਇਸੇ ਤਰ੍ਹਾਂ ਜਿਹੜਾ ਕੋਵੇਨੈਂਟ ਔਨ ਹਿਊਮਨ ਰਾਈਟਸ 1966 ਦਾ ਇੰਟਰਨੈਸ਼ਨਲ ਕੋਵੇਨੈਂਟ ਉਹਦੇ ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਔਰ ਅੱਜ ਜੇ ਅਸੀਂ ਰੈਫਰੈਂਡਮ 2020 ਦੀ ਗੱਲ ਕਰਦੇ ਹਾਂ ਖਾਲਿਸਤਾਨ ਦੀ ਕਾਇਮੀ ਦੀ ਗੱਲ ਕਰਦੇ ਹਾਂ ਇਹ ਵੈਲ ਵਿਦਨ ਦਾ ਐਂਬਿਟ ਹੈ ਕਿਉਂਕਿ ਇਹ ਵੀ ਯੂਐਨ ਦੇ ਚਾਰਟਰ ਨੇ ਇਸ ਕੋਵੇਨੈਂਟ ਨੇ ਹੱਕ ਦਿੱਤਾ ਹੋਇਆ ਔਰ ਇਟ ਟੁਕ ਮੋਰ ਦੈਨ ਅ ਇਅਰਸ ਐਜੀਟੇਸ਼ਨ in the harsh environment and death of 700 farmers during peaceful demonstrations to get the farmers bill repealed कि अभी 700 तो ज़्यादा किसानां ਦੀਆਂ ਮੌਤਾਂ ਹੋਈਆਂ 1 ਸਾਲ ਤੋਂ ਜ਼ਿਆਦਾ ਜਿਹੜਾ ਹੈ ਉਹ ਸਫਰਿੰਗ ਹੋਈ ਹੈ ਔਰ ਇਹ ਕਾਨੂੰਨ ਜਿਹੜੇ ਨੇ ਰਿਪੀਲ ਹੋਏ ਨੇ led by ਸੰਯੁਕਤ ਕਿਸਾਨ ਮੋਰਚਾ and associated NGOs played a significant role backed by spirit of the Sikhi to make this happen ਕਿ ਸਿੱਖੀ ਸਪਿਰਿਟ ਦੇ ਨਾਲ ਸੰਯੁਕਤ ਕਿਸਾਨ ਮੋਰਚਾ ਔਰ ਬਾਕੀ NGOs ਔਰ ਉਹਨਾਂ ਦੀ ਮਦਦ ਦੇ ਨਾਲ ਫਿਰ ਦਾ ਮੈਮੋਰੈਂਡਮ ਵੇਅਰ ਇਟ ਥੈਂਕਡ ਦਾ ਸੈਕਟਰੀ ਜਨਰਲ ਐਂਡ ਇਟਸ ਰੈਪੋਰਟੀਅਰਸ ਇਨ ਹਾਈਲਾਈਟਿੰਗ ਦਾ ਰਾਈਟਸ ਆਫ ਇੰਡੀਅਨ ਫਾਰਮਰਸ ਕਿਉਂਕਿ UN ਨੇ ਇਹਦੇ ਤੇ ਵੀ ਆਪਣੀ ਸਟੇਟਮੈਂਟ ਦਿੱਤੀ ਸੀ ਆਲਸੋ ਐਕਸਪ੍ਰੈਸ ਦਾ ਨੀਡ ਫॉर ਯੂਨਾਈਟਿਡ ਨੇਸ਼ਨਸ ਟੂ ਇਮੀਡੀਏਟਲੀ ਇੰਟਰਵੀਨ ਔਨ ਸਿੱਖ ਹਿਊਮਨ ਰਾਈਟਸ ਕੰਸਰਨਸ ਐਂਡ ਦੋਜ਼ ਆਫ ਦਲਿਤਸ ਮੁਸਲਿਮਸ ਕ੍ਰਿਸਚੀਅਨਸ ਟ੍ਰਾਈਬਲ ਗਰੁੱਪਸ ਐਂਡ ਰਿਲੀਜੀਅਸ ਮਾਈਨੋਰਟੀਜ਼ ਇਨ ਇੰਡੀਆ ਕਿ ਭਾਈ ਬਹੁਤ ਥੈਂਕ ਯੂ ਤੁਸੀਂ ਕਿਸਾਨ ਮੋਰਚੇ ਦੀ ਹਮਾਇਤ ਕੀਤੀ ਸੀ ਪਰ ਜੋ ਹੁਣ ਇਹਨਾਂ ਕੌਮਾਂ ਦੇ ਨਾਲ ਹੋ ਰਿਹਾ ਇਹਦੇ ਲਈ ਜਿਹੜਾ ਤੁਸੀਂ ਕਰੋ ਸੋ ਅਸੀਂ ਸਮਝਦੇ ਹਾਂ ਕਿ ਜਿੱਥੇ ਅਸੀਂ ਅੱਜ ਇਸ ਦਿਨ ਨੂੰ ਯਾਦ ਕਰ ਰਹੇ ਹਾਂ ਉੱਥੇ ਅਸੀਂ ਇਹਨਾਂ ਸਾਰੇ ਵਰਿਆਂ ਦੇ ਉਹਨਾਂ ਸਾਰੇ ਯੋਧਿਆਂ ਨੂੰ ਜਿਨ੍ਹਾਂ ਨੇ ਹਿਊਮਨ ਰਾਈਟਸ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੁੱਢਲੇ ਹਕੂਕਾਂ ਲਈ ਲੜਦੇ ਆ ਜਿਹੜੇ ਕੁਰਬਾਨ ਹੋਏ ਉਹਨਾਂ ਨੂੰ ਵੀ ਸਾਡਾ ਸੈਲੂਟ ਹੈ ਪ੍ਰਣਾਮ ਹੈ ਸਲਾਮ ਹੈ ਔਰ ਜਿਹੜੇ ਅੱਜ ਵੀ ਟਫ ਹਾਲਾਤਾਂ ਦੇ ਵਿੱਚ ਉਹ ਮੀਡੀਆ ਦੇ ਲੋਕ ਹੋਣ ਪੱਤਰਕਾਰ ਹੋਣ ਡਾਕਟਰਸ ਹੋਣ ਜਿਵੇਂ ਡਾਕਟਰ ਸੈਨ ਬਾਰਡਰਸ ਹੈ ਉਹ ਕਿਵੇਂ ਜਾ ਜਾ ਕੇ ਦੁਨੀਆ 'ਚ ਆਵਾਜ਼ ਚੁੱਕਦੇ ਨੇ ਔਰ ਉਹ ਲੋਕ ਜਿਨ੍ਹਾਂ ਨੂੰ ਅੱਡ-ਅੱਡ ਕਾਨੂੰਨਾਂ ਦੇ ਥੱਲੇ ਭਾਰਤ 'ਚ ਤੁਸੀਂ ਦੇਖੋ ਸੈਡੀਸ਼ਨ ਲਾਅ ਔਰ UAPA ਯੂਆਪਾ ਉਹਨੂੰ ਕਹਿੰਦੇ ਨੇ ਇਦਾਂ ਦੇ ਕਾਨੂੰਨਾਂ ਥੱਲੇ ਉਹ ਚੁੱਕ ਕੇ ਅੰਦਰ ਦੇ ਦਿੰਦੇ ਨੇ ਔਰ ਇਹ ਵਰਤਾਰਾ ਇਹ ਸਾਰੇ ਹੀ ਮੁਲਕਾਂ ਦੇ ਵਿੱਚ ਦੇਖਣ ਦੇ ਵਿੱਚ ਆਉਂਦਾ ਹੈ ਖਾਸ ਤੌਰ ਤੇ ਕੁਝ ਉਸ ਕਿਸਮ ਦੇ ਜਿੱਥੋਂ ਤਾਂ ਆਵਾਜ਼ ਹੀ ਨਹੀਂ ਨਿਕਲਦੀ ਔਰ ਕਿੰਨੇ ਜਿਹੜੇ ਨੇ ਐਨਕਾਊਂਟਰ ਹੁੰਦੇ ਨੇ ਔਰ ਅਸੀਂ ਜਦੋਂ ਅੱਜ ਹਿਊਮਨ ਰਾਈਟਸ ਡੇ ਦੀ ਗੱਲ ਕਰ ਰਹੇ ਹਾਂ ਸੋ ਸਾਡੇ ਸਾਹਮਣੇ ਮਨੁੱਖੀ ਹੱਕਾਂ ਦਾ ਅਲੰਬਰਦਾਰ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੰਦਿਆਂ ਆਪਣਾ ਆਪਾ ਕੁਰਬਾਨ ਕੀਤਾ ਉਹਨਾਂ ਨੂੰ ਵੀ ਅਸੀਂ ਯਾਦ ਕਰ ਰਹੇ ਹਾਂ ਅੱਜ ਵੀ ਗਰਾਊਂਡ ਦੇ ਉੱਤੇ ਫੀਲਡ ਦੇ ਵਿੱਚ ਈਵਨ ਇਸ ਕਿਸਾਨ ਮੋਰਚੇ ਦੇ ਚੱਲਦਿਆਂ ਵੀ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜਾ ਉਹ ਇੱਕ ਪਾਸੇ ਬਿਲਕੁਲ ਸਰਕਾਰੀ ਮੀਡੀਆ ਤੰਤਰ ਸੀ ਦੂਸਰੇ ਪਾਸੇ ਕਿਵੇਂ ਯੰਗ ਜਰਨਲਿਸਟ ਪੱਤਰਕਾਰ ਉਹ ਸਾਡੇ ਵੀ ਔਰ ਦੂਸਰਿਆਂ ਚੋਂ ਵੀ ਜਿਨ੍ਹਾਂ ਨੇ ਮੇਨ ਸਟ੍ਰੀਮ ਚੋਂ ਵੀ ਕੁਝ ਐਸੇ ਲੋਕ ਆਏ ਜਿਨ੍ਹਾਂ ਨੇ ਬੜੀ ਨਿਰਪੱਖਤਾ ਦੇ ਨਾਲ ਉਹਨਾਂ ਨੂੰ ਕਿਵੇਂ ਹਰਾਸ ਕੀਤਾ ਗਿਆ ਕਿਵੇਂ ਅੱਜ ਵੀ ਟ੍ਰੋਲ ਕੀਤਾ ਜਾਂਦਾ ਹੈ ਔਰ ਉਹਦੇ 'ਚ ਇਹ ਸਾਰੇ ਹਿਊਮਨ ਰਾਈਟਸ ਨੂੰ ਹਾਈਲਾਈਟ ਕਰਨ ਦੇ ਵਿੱਚ ਜਿੱਥੇ ਜਿੱਥੇ ਜੋ ਵੀ ਕੋਈ ਰੋਲ ਅਦਾ ਕਰ ਰਿਹਾ ਹੈ ਅੱਜ ਦਾ ਦਿਨ ਅਸੀਂ ਉਹਨਾਂ ਸਭ ਦੇ ਨਾਂ ਕਰਦੇ ਹਾਂ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਸੋ ਇਸ ਨਾਲ ਆਪਣੇ ਵਿਊਅਰਸ ਕੋਲੋਂ ਲੈਣੇ ਆ ਬ੍ਰੇਕ ਸੋ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ
ਤੁਸੀਂ TV84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਇਸ਼ੂ ਦੇ ਨਾਲ। ਸੋ ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਲਗਭਗ 75 ਸਾਲ ਬੀਤਣ ਤੋਂ ਬਾਅਦ ਵੀ ਭਾਰਤ ਵਿੱਚ ਸਿੱਖ ਇੱਕ ਜਰਾਇਮ ਪੇਸ਼ਾ ਕਬੀਲਾ ਅਤੇ ਦਹਿਸ਼ਤਗਰਦ ਹੋਣ ਦਾ ਰੁਤਬਾ ਹੀ ਰੱਖਦੇ ਹਨ। ਸੋ ਤਾਜ਼ਾ ਖਬਰਾਂ ਅਨੁਸਾਰ ਮੱਧ ਪ੍ਰਦੇਸ਼ ਦੇ ਕਟਨੀ ਜ਼ਿਲ੍ਹੇ ਦੇ SP ਵੱਲੋਂ ਜ਼ਿਲ੍ਹੇ ਦੇ ਜਿਹੜੇ ਪੁਲਿਸ ਅਧਿਕਾਰੀਆਂ ਲਈ ਜਾਰੀ ਕੀਤੇ ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸਿੱਖ ਅਤੇ ਮੁਸਲਮਾਨ ਦਹਿਸ਼ਤਗਰਦਾਂ ਤੇ ਸਖਤ ਨਜ਼ਰ ਰੱਖੀ ਜਾਵੇ। ਔਰ ਹਰਿਆਣੇ ਤੋਂ ਮਿਲੀ ਇੱਕ ਖਬਰ ਅਨੁਸਾਰ ਹਰਿਆਣੇ ਦੇ ਚੀਫ ਮਿਨਿਸਟਰ ਮਨੋਹਰ ਲਾਲ ਖੱਟਰ ਨੇ ਜਨਤਕ ਥਾਵਾਂ ਤੇ ਜੁਮੇ ਦੀ ਨਮਾਜ਼ ਪੜ੍ਹਨ ਤੇ ਜਿਹੜੀ ਪਾਬੰਦੀ ਲਗਾ ਦਿੱਤੀ ਹੈ। ਸੋ ਇਹਨਾਂ ਖਬਰਾਂ ਤੋਂ ਇਹੀ ਜ਼ਾਹਿਰ ਹੁੰਦਾ ਹੈ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਬਣ ਚੁੱਕਾ ਹੈ ਔਰ ਜਿਸ ਵਿੱਚ ਘੱਟ ਗਿਣਤੀ ਕੌਮਾਂ ਲਈ ਕੋਈ ਥਾਂ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਜਦੋਂ ਅਸੀਂ ਬਹੁਤ ਵਾਰ 10 ਅਕਤੂਬਰ 1947 ਨੂੰ ਦੇਸ਼ ਵੰਡ ਤੋਂ ਇੱਕਦਮ ਬਾਅਦ 15 ਅਗਸਤ ਤੋਂ ਬਾਅਦ ਤੁਸੀਂ ਅਕਤੂਬਰ ਦੇਖੋ, ਅਜੇ 2 ਮਹੀਨੇ ਵੀ ਪੂਰੇ ਨਹੀਂ ਹੋਏ ਤੇ ਜਿਹੜਾ ਸਰਕੂਲਰ ਉਸ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਨਹਿਰੂ, ਪਟੇਲ ਔਰ ਪੰਜਾਬ ਦੇ ਉਸ ਵੇਲੇ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਕੱਢਿਆ ਸੀ ਔਰ ਜਿਸ ਨੂੰ ਸਰਦਾਰ ਕਪੂਰ ਸਿੰਘ ਜਿਹੜੇ ICS ਡਿਸਟ੍ਰਿਕਟ ਕਾਂਗੜਾ ਸਨ ਉਹਨਾਂ ਨੇ ਚੈਲੰਜ ਕੀਤਾ ਸੀ। ਕਈ ਅਜੇ ਵੀ ਕਹਿਣਗੇ ਜੀ ਉਹਦੀ ਕੋਈ ਓਰੀਜਨਲ ਕਾਪੀ ਤਾਂ ਮਿਲੀ ਨਹੀਂ ਕਦੇ ਵੀ ਸਰਦਾਰ ਕਪੂਰ ਸਿੰਘ ਨੇ ਹੀ ਕੋਟ ਕੀਤਾ, ਬਾਕੀ ਤਾਂ ਹੁਣ ਉਹ ਤੁਹਾਨੂੰ ਆਪਣੀਆਂ ਜਿਹੜੀਆਂ ਕੌਨਫੀਡੈਂਸ਼ੀਅਲ ਫਾਈਲਸ ਹੁੰਦੀਆਂ ਨੇ ਉਹ ਦਿਖਾਣਗੇ ਕਿਉਂਕਿ ਉਹਨਾਂ ਨੇ ਤਾਂ ਨੌਕਰੀ ਗਵਾਈ, ਜ਼ਲੀਲ ਹੋਏ 18 ਸਾਲ ਜਿਹੜੇ ਲਗਾਤਾਰ ਉਹ ਲੜਿਆ ਵੀ ਕੇਸ ਉਹਨਾਂ ਨੇ ਪਰ ਅਲਟੀਮੇਟਲੀ ਉਹਨਾਂ ਦੇ ਨਾਲ ਕੀ ਹੋਣਾ ਸੀ ਔਰ ਉਹ ਸਰਕੂਲਰ ਬਿਲਕੁਲ ਉਹੀ ਸੀ। ਅੱਜ ਸਾਰੇ ਮੀਡੀਆ ਦੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਕਿਵੇਂ ਮੱਧ ਪ੍ਰਦੇਸ਼ ਦੇ ਜਿਹੜਾ ਇੱਕ ਜ਼ਿਲ੍ਹਾ ਹੈ ਕਟਨੀ ਉਸ ਦੇ SP ਸੁਨੀਲ ਜੈਨ ਨੇ ਇੱਕ ਜਿਹੜਾ ਆਰਡਰ, ਇਹਨੂੰ ਸਰਕੂਲਰ ਹੀ ਕਿਹਾ ਜਾਂਦਾ ਹੈ, ਆਦੇਸ਼ ਆਪਣੇ ਜ਼ਿਲ੍ਹਾ ਅਧਿਕਾਰੀਆਂ ਦੇ ਨਾਂ ਕੱਢਿਆ ਕਿਉਂਕਿ ਮੰਗੂ ਭਾਈ ਪਟੇਲ ਗਵਰਨਰ ਇਸ ਜ਼ਿਲ੍ਹੇ ਦੇ ਦੌਰੇ ਤੇ ਆ ਰਿਹਾ ਸੀ ਔਰ ਮੈਂ ਉਹਦੇ ਜ਼ਿਕਰ ਕਰਨ ਤੋਂ ਪਹਿਲਾਂ ਵੀ ਐਗਜ਼ੈਕਟ ਉਹਦੇ ਕੀ ਲਫ਼ਜ਼ ਨੇ, ਜਿਹੜੀਆਂ ਹਦਾਇਤਾਂ ਨੇ, ਮੈਂ ਉਸ ਪਾਸੇ ਵੱਲ ਇਸ਼ਾਰਾ ਕਰਨਾ ਚਾਹੁੰਦਾ ਔਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ 10 ਅਕਤੂਬਰ 1947 ਦਾ ਜਿਹੜਾ ਉਹ ਲੱਭਦਾ ਨਹੀਂ ਹੈ ਕਿ ਜੀ ਓਰੀਜਨਲ ਸਾਨੂੰ ਦਿਖਾਓ, ਜਿਵੇਂ ਕਿ ਉਹ ਕੋਈ ਕਥਾ ਹੋਏ ਜਿਹੜੀ ਸੁਣਾਈ ਹੋਏ ਕਿਸੇ ਨੇ ਔਰ ਉਹਦੇ ਅਲਫਾਜ਼ ਜਿਹੜੇ ਸਰ ਸਾਹਿਬ ਨੇ ਸਾਚੀ ਸਾਖੀ ਦੇ ਵਿੱਚ ਵੀ ਦਿੱਤੇ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਸ ਔਰ ਉਸ ਤੋਂ ਅੱਗੇ ਜਿਹੜਾ ਸੀ ਕਿ ਵੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਸ ਨੂੰ ਇਹ ਹੱਕ ਹੈ ਕਿ ਇਹਨਾਂ ਕ੍ਰਿਮੀਨਲਸ ਨੂੰ ਨੱਥ ਪਾਉਣ ਦੇ ਲਈ
ਉਹ ਲੋੜੀਂਦੇ ਕਦਮ ਚੁੱਕੇ ਕਿ ਸਿੱਖ ਇੱਕ ਜ਼ਰਾਇਮ ਪੇਸ਼ਾ ਕਬੀਲਾ ਹੈ ਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਮੈਨੇਸ ਹੈ। ਔਰ ਇਹ ਵਰਤਾਰਾ ਜੇ ਤੁਸੀਂ ਇਸ ਸਾਰੇ ਪੀਰੀਅਡ ਦੇ ਵਿੱਚ ਦੇਖੋ ਤੇ ਬਦਲਿਆ ਕੁਛ ਨਹੀਂ ਹੈ। ਇਹ ਠੀਕ ਹੈ ਕਿ ਕਈ ਵਾਰ ਇਸ ਕਿਸਮ ਦਾ ਪ੍ਰੈਸ਼ਰ ਬਿਲਟ ਹੋ ਜਾਂਦਾ ਹੈ ਜਾਂ ਪੋਲੀਟੀਕਲ ਕੰਪਲਸ਼ਨ ਬਣ ਜਾਂਦੀ ਹੈ ਕਿ ਦਿੱਲੀ ਦੀ ਹਕੂਮਤ ਇੱਕ ਸਟੈਪ ਪਿੱਛੇ ਮੁੜਦੀ ਹੈ, ਜਿਵੇਂ ਅਸੀਂ ਕਿਸਾਨ ਮੋਰਚੇ ਦੇ ਕੰਟੈਕਸਟ ਦੇ ਵਿੱਚ ਦੇਖਿਆ, ਹੱਥ ਜੋੜਦਿਆਂ ਦੇਖਿਆ, ਜਾਂ ਹੁਣ ਜਿਹਨੂੰ ਇੱਕ ਪਾਸੇ ਫਤਹ ਮਾਰਚ ਹੋ ਰਹੇ ਨੇ ਕਿ ਜੀ ਸਰਕਾਰ ਨੇ ਮੰਨ ਲਈਆਂ ਸਾਰੀਆਂ ਮੰਗਾਂ। ਪਰ ਜੇ ਤੁਸੀਂ ਹੁਣ ਮੱਧ ਪ੍ਰਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਜਦੋਂ ਇਹ ਸਰਕੂਲਰ ਜਾਰੀ ਕੀਤਾ ਗਿਆ ਸੀ 10 ਅਕਤੂਬਰ 1947 ਨੂੰ, ਉਦੋਂ ਸੈਕੂਲਰ ਜਮਾਤ ਕਾਂਗਰਸ ਦੀ ਸਰਕਾਰ ਸੀ ਔਰ ਉਸੇ ਹੀ ਸੈਕੂਲਰ ਜਮਾਤ ਕਾਂਗਰਸ ਨੇ ਜਿਹੜਾ ਲੰਬਾ ਵਕਤ ਉਸ ਖਿੱਤੇ ਤੇ ਰਾਜ ਕੀਤਾ ਹੈ। ਨਹਿਰੂ ਦੇ ਪੀਰੀਅਡ 'ਚ ਸਿੱਖਾਂ ਦੇ ਨਾਲ ਕੀ ਹੁੰਦਾ ਰਿਹਾ, ਕਿਵੇਂ ਪ੍ਰਤਾਪ ਸਿੰਘ ਕੈਰੋਂ ਵਰਗੇ ਨੂੰ ਅੱਗੇ ਕਰਕੇ ਜਿਹੜਾ ਕੰਮ ਹਿੰਦੂ ਚੀਫ ਮਿਨਿਸਟਰ ਪੰਜਾਬ ਦੇ ਗੋਪੀ ਚੰਦ ਭਾਰਗਵ ਜਾਂ ਭੀਮ ਸੈਨ ਸੱਚਰ ਕਰਨ ਤੋਂ ਕਤਰਾਉਂਦੇ ਰਹੇ, ਭੀਮ ਸੈਨ ਸੱਚਰ ਨੇ ਕੀਤਾ ਜਦੋਂ ਉਹਨੇ ਜਿਹੜੀ ਹੈ ਪੁਲਿਸ ਭੇਜੀ ਦਰਬਾਰ ਸਾਹਿਬ ਦੇ ਅੰਦਰ। ਪਰ ਇੰਨਾ ਸਿੱਖਾਂ ਦਾ ਰੋਹ ਸੀ ਕਿ ਉਹਨੇ ਆ ਕੇ ਮੁੜ ਕੇ ਮਾਫੀ ਮੰਗੀ ਮੰਜੀ ਸਾਹਿਬ ਦੀਵਾਨ ਹਾਲ ਆ ਕੇ, ਔਰ ਨਹਿਰੂ ਨੂੰ ਲੱਗਾ ਵੀ ਨਹੀਂ ਸਿੱਖਾਂ ਨੂੰ ਇਹ ਕੁੱਟ ਚਾੜ ਨਹੀਂ ਸਕਦਾ। ਉਹਨਾਂ ਨੇ ਕਿਹਾ ਵੀ ਇਹਨਾਂ ਚੋਂ ਹੀ ਲੱਭੋ ਕੋਈ ਜਿਹੜਾ ਕੁਹਾੜੀ ਦਾ ਦਸਤਾ ਬਣਨ ਨੂੰ ਤਿਆਰ ਹੋਏ। ਤੇ ਪ੍ਰਤਾਪ ਸਿੰਘ ਕੈਰੋਂ ਨੇ ਜਿਵੇਂ ਰੂਥਲੈਸਲੀ ਪੰਜਾਬੀ ਸੂਬਾ ਐਜੀਟੇਸ਼ਨ ਤਾਂ ਬਾਅਦ ਦੀ ਗੱਲ, ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਤੇ ਵੀ ਜਿਹੜੀ ਹੈ ਉਹ ਪਾਬੰਦੀ ਲਾ ਦਿੱਤੀ ਸੀ ਔਰ ਇਸ ਦੇ ਉੱਤੇ ਇੱਕ ਪੂਰਾ ਮੋਰਚਾ ਲੱਗਾ ਔਰ ਉਹਦੇ 'ਚ ਕਿਵੇਂ ਪੁਲਿਸ ਨੇ ਜਿਹੜਾ ਉਹ ਜ਼ੁਲਮ ਕੀਤੇ ਉਹ ਇੱਕ ਵੱਖਰੀ ਕਹਾਣੀ। ਸੋ ਇਹ ਮੈਂ ਇਸ ਲਈ ਕਹਿਣਾ ਚਾਹੁੰਦਾ ਹਾਂ ਕਿ ਵੀ ਜਿਹੜੇ ਲੋਕ ਲਗਾਤਾਰਤਾ ਦੇ ਨਾਲ ਜੁੜੇ ਹੋਏ ਨਹੀਂ ਨੇ ਪਿਛੋਕੜ ਦੇ ਨਾਲ ਜਾਂ ਹਿਸਟਰੀ ਨਾਲ, ਬਹੁਤ ਵਾਰ ਜਦੋਂ ਅੱਜ ਕੁਝ ਵਰਤਾਰਾ ਵਾਪਰਦਾ ਹੈ ਔਰ ਕੋਈ ਥੋੜਾ ਬਹੁਤ ਜਿਹੜਾ ਪਿੱਛੇ ਨੂੰ ਜਾਣਦਾ ਉਹ ਕਹਿਣ ਦਾ ਯਤਨ ਕਰਦਾ ਤੇ ਉਸ ਦੇ ਉੱਤੇ ਜਾਂ ਫੈਨੇਟਿਕ ਦਾ ਲੇਬਲ ਲਾ ਦਿੱਤਾ ਜਾਂਦਾ ਆਪਣਿਆਂ ਵੱਲੋਂ, ਕਿਉਂਕਿ ਇੱਕ ਤਬਕਾ ਸਾਡੇ 'ਚ ਇਹ ਪਤਾ ਨਹੀਂ ਕਿੱਥੋਂ ਸੈਕੂਲਰਿਜ਼ਮ ਆ ਕੇ ਵੜ ਗਿਆ ਇਸ ਕਿਸਮ ਦਾ, ਜਿਹਦੇ 'ਚ ਅਸੀਂ ਆਪਣੇ ਹੱਕਾਂ ਲਈ ਖਲੋਣ ਨੂੰ ਜਾਂ ਆਪਣੀ ਗੱਲ ਕਹਿਣ ਨੂੰ ਜਿਹੜਾ ਉਸ ਤੋਂ ਇਹ ਜੱਕ ਜਾਂਦੇ ਆ ਤੇ ਅਸੀਂ ਦੂਸਰਿਆਂ ਨੂੰ ਖੁਸ਼ ਕਰਨ ਦੇ ਉੱਤੇ ਹੀ ਰਹਿੰਦੇ ਕਿ ਭਾਈ ਇਹ ਜਿਹੜਾ ਸਾਨੂੰ ਆਪਣੇ ਹੱਕ ਭੁੱਲ ਜਾਂਦੇ ਨੇ। ਔਰ ਇਹੀ ਰੀਜ਼ਨ ਹੈ ਹੁਣ ਇੱਕ ਪਾਸੇ ਅਸੀਂ ਈਵਨ ਕਿਸਾਨ ਲਹਿਰ ਦੇ ਚੱਲਦਿਆਂ ਵੀ ਅਸੀਂ ਦੇਖਿਆ ਕਿ ਕਿਵੇਂ ਆਪਣਿਆਂ ਨੇ ਇੱਕ ਵਿੱਥ ਪਾਉਣ ਦੀ ਵੀ ਕੋਸ਼ਿਸ਼ ਕੀਤੀ ਲੀਡਰਸ਼ਿਪ ਦੇ ਇੱਕ ਤਬਕੇ ਨੇ 26 ਜਨਵਰੀ ਤੋਂ ਬਾਅਦ ਖਾਸ ਤੌਰ ਤੇ ਕਿ ਜੀ ਕੇਸਰੀ ਨਿਸ਼ਾਨ ਜਕਾਰਾ ਨਾ ਹੋਏ ਫਲਾਣਾ ਨਾ ਹੋਏ। ਹੁਣ ਤੁਸੀਂ ਉਸ ਸਾਰੇ ਨੂੰ ਦੇਖਦੇ ਹੋ ਦੁਸ਼ਮਣ ਸਮਝ ਰਿਹਾ ਸੀ ਕਿ ਇਹਨਾਂ ਦੀ ਸਟਰੈਂਥ ਕਿੱਥੋਂ ਨਿਕਲ ਰਹੀ ਹੈ। ਮੋਦੀ ਕਿਵੇਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਵਾਪਸ ਲੈਂਦਾ ਹੈ ਔਰ ਸਾਰਾ ਵਰਤਾਰਾ ਜਿਹੜਾ, ਔਰ ਜੇ ਹੁਣ ਤੁਸੀਂ ਟਰੂਥ 'ਚ ਦੇਖਣਾ ਹੋਏ ਹੁਣ ਅੱਜ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਔਰ ਰਾਜੇਸ਼ ਟਕੈਤ ਇਹ ਗੁਰਦੁਆਰਾ ਬੰਗਲਾ ਸਾਹਿਬ ਗਏ ਸ਼ੁਕਰਾਨੇ ਦੇ ਲਈ ਔਰ ਉੱਥੇ ਦੋਨਾਂ ਦੀਆਂ ਸਪੀਚਸ ਨੇ 7-8 ਮਿੰਟ ਦੀ ਟਕੈਤ ਦੀ ਹੈ 7-8 ਮਿੰਟ ਦੀ ਰਾਜੇਵਾਲ ਦੀ। ਹੁਣ ਜੇ ਤੁਸੀਂ ਹਕੀਕਤ ਇਹ ਉਹੀ ਨੇ ਟਕੈਤ ਨਹੀਂ ਰਾਦਰ ਰਾਜੇਵਾਲ ਜਿਹੜੇ 26 ਜਨਵਰੀ ਦੀ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੀ ਥਾਂ ਦੇ ਉੱਤੇ ਜਾਂ ਉਹਨਾਂ ਨੂੰ ਓਨ ਕਰਨ ਦੀ ਥਾਂ ਤੇ ਡਿਸਓਨ ਕਰਨ ਤੱਕ ਸੀ ਕਿ ਭਾਈ ਇਹ ਹੋ ਗਿਆ ਉਹ ਹੋ ਗਿਆ। ਹੁਣ ਉੱਥੇ ਜਿਸ ਹਿਊਮਿਲਿਟੀ ਦੇ ਨਾਲ ਉਹ ਕਹਿ ਰਿਹਾ ਸ਼ੁਰੂ ਤੋਂ ਅਖੀਰ ਤੱਕ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਸੰਗਤ ਦੀ, ਉਹ ਟਕੈਤ ਇਹ ਕਹਿ ਰਿਹਾ ਅਸੀਂ 4 ਸਦੀਆਂ ਬਾਅਦ ਵਿਛੜੇ ਭਰਾ ਮਿਲੇ ਸਿੱਖਾਂ ਨੇ ਲੰਗਰ ਇੱਧਰ, ਉਹ ਤੁਸੀਂ ਉਸ ਦੀ ਪ੍ਰੈਜੈਂਟੇਸ਼ਨ ਵੀ ਦੇਖਣ ਵਾਲੀ ਹੈ ਕਿ ਵਿਦ ਆਲ ਹਿਊਮਿਲਿਟੀ ਉਹ ਇਹ ਕਹਿੰਦਾ ਹੈ ਕਿ ਭਾਈ ਇਹ ਉਹ ਕਹਿੰਦਾ ਮੇਰੇ ਪਿਤਾ ਵੀ ਇਹ ਕਹਿੰਦੇ ਹੁੰਦੇ ਮਹਿੰਦਰ ਸਿੰਘ ਟਕੈਤ ਦਾ ਮੁੰਡਾ ਕਿ ਜਿੱਦਨ ਸਿੱਖ ਪੰਜਾਬ ਔਰ ਖੜਾ ਹੋਏਗਾ ਉਹਦੇ ਨਾਲ ਹਰਿਆਣਾ ਵੀ ਔਰ ਦਿੱਲੀ ਦੀ ਸਰਾਊਂਡਿੰਗ 300-400 ਮੀਲ ਜਿਹੜੇ ਜ਼ਾਹਰ ਹੈ ਜਾਟ ਬੈਲਟ ਹੈ ਖਲੋਣਗੇ ਫਿਰ ਕਿਸਾਨਾਂ ਦੇ ਹੱਕ ਮਹਿਫੂਜ਼ ਹੋਣਗੇ। ਮਤਲਬ ਇਹ ਹੈ ਕਿ ਦਿੱਲੀ ਤਖਤ ਦੇ ਉੱਤੇ ਫਿਰ ਕੋਈ ਧੱਕਾ ਨਹੀਂ ਕਰ ਸਕੇਗਾ। ਹੁਣ ਜਿਹੜੀ ਸਟਰੈਂਥ ਜਿਹੜੀ ਚੀਜ਼ ਔਰ ਜਿਹਨੂੰ ਈਵਨ ਰਾਜੇਵਾਲ ਕਬੂਲ ਰਹੇ ਨੇ ਕਿ ਭਾਈ ਇਹ ਸਾਰੀ ਗੁਰੂ ਦੀ ਰਹਿਮਤ ਦੇ ਨਾਲ ਔਰ ਸੰਗਤਾਂ ਦਾ ਹੀ ਧੰਨਵਾਦ ਕਰ ਰਹੇ ਨੇ, ਦਿੱਲੀ ਦੀਆਂ ਸੰਗਤਾਂ ਦਾ ਕਰ ਰਹੇ। ਸੰਗਤ ਲਫ਼ਜ਼ ਤਾਂ ਕੋਈ ਜਨਤਾ ਨਹੀਂ ਹੈ ਤਾਂ ਮਜ਼ਹਬ ਦਾ ਹੀ ਲਫ਼ਜ਼ ਹੈ ਜਦੋਂ ਅਸੀਂ ਸਾਧ ਸੰਗਤ ਕਹਿੰਦੇ। ਲੇਕਿਨ ਜਦੋਂ ਤੁਸੀਂ ਦੂਜੀ ਮੇਨ ਸਟ੍ਰੀਮ ਨੂੰ ਫੇਸ ਕਰਨਾ ਹੁੰਦਾ ਕਈ ਵਾਰ ਤੇ ਇਹੀ ਦੌੜੇ ਹੁੰਦੇ ਨੇ ਇਸ ਟਰਮੀਨੋਲੋਜੀ ਤੋਂ। ਉਹਨਾਂ ਨੂੰ ਲੱਗਦਾ ਕਿ ਵੀ ਪਤਾ ਨਹੀਂ ਫਿਰ ਸਾਨੂੰ ਫੈਨੇਟਿਕ ਨਾ ਕਹਿ ਦੇਣ ਫਿਰਕੂ ਨਾ ਕਹਿ ਦੇਣ। ਹੁਣ ਇਸ ਸਭ ਦੇ ਚੱਲਦੇ ਆ ਜਿਹਦੇ ਨਾਲ ਸਾਡਾ ਵਾਹ ਹੈ ਉਹਨਾਂ ਨੂੰ ਤਾਂ ਕੋਈ ਭੁਲੇਖਾ ਨਹੀਂ ਹੈ ਕਿ ਵੀ ਉਹਨਾਂ ਨੇ ਸਾਨੂੰ ਕੀ ਕਹਿਣਾ ਹੈ ਜਾਂ ਕੀ ਕਰਨਾ ਹੈ। ਹੁਣ ਉਹੀ ਕ੍ਰਿਮੀਨਲ ਟ੍ਰਾਈਬ ਦੀ ਫਿਲਾਸਫੀ ਦੇ ਉੱਤੇ
72-73 ਸਾਲ ਤੋਂ ਜਾਂ 74 ਸਾਲ ਤੋਂ ਇੰਡੀਅਨ ਸਟੇਟ ਕੰਮ ਕਰ ਰਹੀ ਹੈ। ਉਹ ਮੋਰਚਾ ਪੰਜਾਬੀ ਸੂਬਾ ਦਾ ਹੋਏ, 1966 ਜੇ ਪੰਜਾਬੀ ਸੂਬਾ ਮਿਲਦਾ ਤੇ ਕਿਵੇਂ ਰਾਜਧਾਨੀ ਚੰਡੀਗੜ੍ਹ ਬਾਹਰ ਪਾਣੀ ਤੁਹਾਡੇ ਤੋਂ ਖੋਹ ਲਿਆ, ਪੰਜਾਬੀ ਬੋਲਦੇ ਇਲਾਕੇ ਤੁਹਾਡੇ ਤੋਂ ਖੋਹ ਲਏ। ਫਿਰ ਅਸੀਂ 1984 ਤੱਕ ਪਹੁੰਚਦੇ ਹਾਂ, ਦੇਖਦੇ ਹਾਂ ਕਿ ਕਿਵੇਂ ਨਵੇਂ ਲਫ਼ਜ਼ ਉਹਨਾਂ ਨੇ ਹਿੰਦੀ ਡਿਕਸ਼ਨਰੀ ਦੇ ਵਿੱਚੋਂ ਕੱਢ ਕੇ ਸਿੱਖਾਂ ਦੇ ਉੱਤੇ ਲਿਆਂਦੇ। ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਇਹ ਕ੍ਰਿਮੀਨਲ ਦੇ ਹੀ ਵੱਖਰੇ ਸ਼ਬਦ ਨੇ। ਇੱਕ ਕਿਉਂਕਿ ਕ੍ਰਿਮੀਨਲ ਟ੍ਰਾਈਬ ਆਲਰੇਡੀ ਇੱਕ ਕਾਨੂੰਨੀ ਲਫ਼ਜ਼ ਬ੍ਰਿਟਿਸ਼ ਪੀਰੀਅਡ ਦੇ ਵਿੱਚ ਇਸਤੇਮਾਲ ਹੁੰਦਾ ਸੀ, ਜਿਹਨੂੰ ਉਹਨਾਂ ਨੇ ਪਾਬੰਦੀ ਲਾਣੀ ਹੈ। ਜਿਵੇਂ ਅੱਜ ਉਹ ਟਕੈਤ ਕਹਿ ਰਿਹਾ ਸੀ, ਮੈਨੂੰ ਨਹੀਂ ਸੀ ਪਤਾ ਵੀ ਬ੍ਰਿਟਿਸ਼ ਪੀਰੀਅਡ ਦੇ ਵਿੱਚ ਜਿਹੜੀਆਂ ਖਾਪ ਪੰਚਾਇਤਾਂ ਨੇ, ਜਿਹੜੀਆਂ ਜ਼ਾਹਰ ਹੈ ਕਿ ਇੱਕ ਮਾਡਲ ਸੀ ਜਸਟਿਸ ਦਾ, ਕਿ 100 ਸਾਲ ਉਹਨਾਂ ਦੇ ਉੱਤੇ ਪਾਬੰਦੀ ਰਹੀ। ਹਾਲਾਂਕਿ ਖਾਪ ਪੰਚਾਇਤਾਂ ਬਦਨਾਮ ਵੀ ਨੇ ਜਦੋਂ ਕੋਈ ਜ਼ਾਤ ਪਾਤੀ ਸਿਸਟਮ ਜਾਂ ਦੂਜੇ, ਲੇਕਿਨ ਇੱਕ ਡਿਸਪਲਿਨ ਜਿਹੜਾ ਤੁਹਾਡਾ ਵਿਦਿਨ ਨੇਟਿਵ ਜਾਂ ਤੁਹਾਡਾ ਇੰਡੀਜਨਸ ਮਾਡਲ ਹੈ, ਕਿਉਂਕਿ ਬ੍ਰਿਟਿਸ਼ਰਸ ਨੇ ਆਪਣਾ ਸੌਦਾ ਵੇਚਣਾ ਸੀ ਆਪਣੇ ਕੋਰਟ ਸਿਸਟਮ ਰਾਹੀਂ, ਉਹਨੇ ਕਿਹਾ ਜੀ 100 ਸਾਲ ਇਹਦੇ ਤੇ ਪਾਬੰਦੀ। ਹੁਣ ਉਹਨਾਂ ਨੇ ਵੀ ਇਹ ਜਿਹੜੇ ਜਿਨ੍ਹਾਂ ਨੂੰ ਉਹਨਾਂ ਨੇ ਕੁਚਲਣਾ ਸੀ, ਇਹ ਕ੍ਰਿਮੀਨਲ ਟ੍ਰਾਈਬ ਜਿਹੜਾ ਉਹਨਾਂ ਦਾ ਹੀ ਘੜਿਆ ਹੋਇਆ ਲਫ਼ਜ਼ ਸੀ, ਔਰ ਇਮੀਡੀਏਟ ਬਾਅਦ ਉਹਨਾਂ ਨੇ ਸਿੱਖਾਂ ਤੇ ਲਿਆਂਦਾ। 80ਵੇਂ ਤੱਕ ਪਹੁੰਚਦੇ ਆ, ਇਸ ਦੇ ਨਾਲ ਲਫ਼ਜ਼ ਅਲਗਾਵਵਾਦੀ, ਉਗਰਵਾਦੀ, ਆਤੰਕਵਾਦੀ ਇਹ ਜੁੜ ਗਏ। ਔਰ ਜੇ ਈਵਨ ਕਿਸਾਨ ਲਹਿਰ ਦੇ ਹਵਾਲੇ ਨਾਲ ਦੇਖੀਏ, ਇਹ ਲਫ਼ਜ਼ ਤਾਂ ਇਸਤੇਮਾਲ ਹੁੰਦੇ ਹੀ ਰਹੇ। ਇੱਕ ਲਫ਼ਜ਼ ਮਰਾਠੀ ਜ਼ਬਾਨ ਦਾ ਇਹਨਾਂ ਦੀ ਬੀਜੇਪੀ ਦੀ ਜਿਹੜੀ ਹੈ ਉਹ MP, ਜਿਹਨੂੰ ਇਹਨਾਂ ਨੇ ਈਵਨ ਹੁਣ ਪੰਜਾਬ 'ਚ ਚੋਣਾਂ ਦੇ ਇੰਚਾਰਜ ਦੇ ਤੌਰ ਤੇ ਵੀ ਉਹਦੇ ਨਾਲ ਮੈਂਬਰ ਬਣਾਇਆ, ਉਹਨੇ ਪਤਾ ਨਹੀਂ ਕੀ ਲਫ਼ਜ਼ ਹੈ ਉਹ ਮੇਵਾਲੀ, ਔਰ ਮੈਂ ਕਿਤੇ ਦੇਖ ਰਿਹਾ ਸੀ ਮਰਾਠੀ ਜ਼ਬਾਨ ਦਾ ਲਫ਼ਜ਼ ਹੈ ਜਿਹਦਾ ਮਤਲਬ ਐਗਜ਼ੈਕਟਲੀ ਕ੍ਰਿਮੀਨਲ ਹੈ, ਕਿ ਵੀ ਜਿਹੜਾ ਅਵਾਰਾ ਕਿਸਮ ਦਾ ਲੁੱਟਮਾਰ ਕਰਨ ਵਾਲਾ, ਜੇਬਾਂ ਕੱਟਣ ਵਾਲਾ ਔਰ ਉਸ ਕਿਸਮ ਦਾ ਲੁਟੇਰਾ ਕਿਸਮ ਦਾ ਬੰਦਾ। ਔਰ ਜਦੋਂ ਉਹਨੇ ਕਿਹਾ ਸੀ ਪਾਰਲੀਮੈਂਟ 'ਚ ਖਲੋ ਕੇ ਵੀ ਇਹ ਕਿਸਾਨ ਨਹੀਂ ਨੇ, ਇਹ ਤਾਂ ਉਹ ਨੇ ਮੇਵਾਲੀ ਨੇ। ਸੋ ਮਤਲਬ ਇੱਕਦਮ ਸਾਡੀਆਂ ਤਾਂ ਜਿਹੜਾ ਅੰਦਰ ਉਹ ਬਲਬ ਜਗ ਜਾਣਾ ਚਾਹੀਦਾ ਹੈ ਕਿ ਬਈ ਇਹ ਉਹੀ ਵਰਤਾਰਾ ਹੈ। ਔਰ ਹੁਣ ਜਦੋਂ ਕਿ ਸਿੱਖ ਕੌਣ ਨੇ, ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ। ਮੱਧ ਪ੍ਰਦੇਸ਼ ਸਟੇਟ 'ਚ BJP ਦੀ ਹਕੂਮਤ ਹੈ, ਔਰ ਇਹਨਾਂ ਦਾ ਹੀ ਸਤਪਾਲ ਮਲਕ UP ਦਾ ਜਿਹੜਾ ਗਵਰਨਰ ਮੇਘਾਲਿਆ ਦਾ, ਉਹਦਾ ਸਿੱਖਾਂ ਬਾਰੇ ਕੀ ਸਟੈਂਸ ਰਿਹਾ, ਔਰ ਇਹਦੇ ਬਾਵਜੂਦ ਕਿ ਮੋਦੀ ਔਰ ਦੂਸਰੇ ਜਿਹੜੇ ਨੇ ਉਹਨਾਂ ਦੀ ਕੀ ਲਾਈਨ ਹੈ। ਲੇਕਿਨ ਜਿਹੜੀਆਂ ਇਨਰ ਇਹ ਕਈ ਵਾਰੀ ਇਹ ਹੁੰਦਾ ਵੀ ਉੱਪਰ ਅਪਰ ਲੈਵਲ ਤੇ ਤਾਂ ਉਹ ਪੋਲੀਟੀਕਲ ਸਟੇਟਮੈਂਟਸ ਦਿੰਦੇ ਨੇ, ਲੇਕਿਨ ਜਿਹੜਾ ਉਹਨਾਂ ਦੇ ਕੋਰ ਐਲੀਮੈਂਟਸ ਨੂੰ ਉਹਨਾਂ ਦੀਆਂ ਹਦਾਇਤਾਂ ਹੁੰਦੀਆਂ ਉਹ ਉਹਨਾਂ ਤੇ ਹੀ ਕੰਮ ਕਰ ਰਹੇ ਹੁੰਦੇ ਨੇ। ਔਰ ਇਹ ਖਬਰ ਜਿਹੜੀ ਅੱਜ ਪ੍ਰੋਮੀਨੈਂਟਲੀ ਮੱਧ ਪ੍ਰਦੇਸ਼ ਦੇ ਮੀਡੀਆ 'ਚ ਵੀ ਛਪੀ ਹੈ, ਔਰ ਮੱਧ ਪ੍ਰਦੇਸ਼ ਦੇ SP ਨੇ ਸਿੱਖਾਂ ਤੇ ਮੁਸਲਮਾਨਾਂ ਨੂੰ ਦੱਸਿਆ ਦਹਿਸ਼ਤਗਰਦ, ਆਤੰਕੀ, ਔਰ ਕਾਂਗਰਸ ਨੇ ਇਹਦੇ ਤੇ ਪ੍ਰੋਟੈਸਟ ਕੀਤਾ। ਰਾਦਰ ਕਾਂਗਰਸ ਨੇ ਕਿਹਾ ਜੀ ਇਸ SP ਸੁਨੀਲ ਜੈਨ ਨੂੰ ਪਦਮ ਸ਼੍ਰੀ ਅਵਾਰਡ ਦੇਣਾ ਚਾਹੀਦਾ, ਕਿਉਂਕਿ ਇਹਨੇ ਹੁਣ ਇਹ ਸਾਰਾ ਜਿਵੇਂ ਮੈਂ ਕਿਹਾ ਕਟਨੀ ਜ਼ਿਲ੍ਹਾ SP ਦਾ ਜਿਹੜਾ ਆਰਡਰ ਹੈ, ਰਾਜਪਾਲ ਨੇ ਦੌਰੇ ਦੇ ਉੱਤੇ ਆਣਾ ਸੀ, ਐਂਡ ਉਸ ਤੋਂ ਠੀਕ ਪਹਿਲਾਂ ਜਿਹੜਾ ਉਹਨੇ ਇਹ ਸਰਕੂਲਰ ਕੱਢਿਆ ਜ਼ਿਲ੍ਹੇ ਦੇ ਸਾਰੇ ਪੁਲਿਸ ਵਾਲਿਆਂ ਨੇ। ਔਰ ਕੀ ਹੈ, ਇਹ 2 ਪੇਜ ਦਾ ਜਿਹੜਾ ਡਾਇਰੈਕਟਿਵ ਹੈ, ਸਰਕੂਲਰ ਹੈ, ਉਹਦੇ 'ਚ ਜਿਹੜਾ ਨੰਬਰ 6 ਦੇ ਉੱਤੇ, ਕਿਉਂਕਿ ਬਾਕੀ ਹਦਾਇਤਾਂ ਨੇ ਕਿ ਰਾਜਪਾਲ ਦੀ ਪ੍ਰੋਟੈਕਸ਼ਨ ਲਈ ਕੀ ਕਰਨਾ ਹੈ ਗਵਰਨਰ ਦੀ, ਪਰ ਨੰਬਰ 6 ਦੇ ਉੱਤੇ ਹੈ ਸਿੱਖ, ਮੁਸਲਮਾਨ, JKLF, ਉਲਫਾ, ਸਿਮੀ, LTTE ਆਤੰਕਵਾਦੀਆਂ ਦੇ ਉੱਤੇ ਸਖਤ ਨਜ਼ਰ ਰੱਖੀ ਜਾਏ। ਹੁਣ ਇਹ ਹਦਾਇਤਾਂ ਨੇ ਕਿ ਗਵਰਨਰ ਦੀ ਨੇੜੇ ਤੇੜੇ ਕੋਈ ਸਿੱਖ ਨਾ ਪਹੁੰਚੇ, ਕੋਈ ਮੁਸਲਮਾਨ ਨਾ ਹੋਏ, ਕੋਈ JKLF ਦਾ, ਉਲਫਾ ਹੈ ਜਿਨ੍ਹਾਂ ਨੂੰ ਇਹਨਾਂ ਨੇ ਦਹਿਸ਼ਤਗਰਦ ਜਮਾਤਾਂ ਐਲਾਨਿਆ ਹੋਇਆ, ਸਾਰੀਆਂ ਜਿਹੜੀਆਂ ਨੇ ਇਹ ਮੁਸਲਮਾਨ ਤਨਜ਼ੀਮਾਂ ਦੇ ਨਾਲ ਜੋੜ ਕੇ, ਲੇਕਿਨ ਇਹ ਤਨਜ਼ੀਮਾਂ ਦਾ ਕਹਿਣ ਤੋਂ ਪਹਿਲਾਂ ਇਹ ਜਿਨ੍ਹਾਂ ਨੂੰ ਗਵਰਨਰ ਤੋਂ ਦੂਰ ਰੱਖਿਆ ਜਾਣਾ ਔਰ ਜਿਨ੍ਹਾਂ ਦੇ ਉੱਤੇ ਕਰੜੀ ਨਜ਼ਰ ਜ਼ਿਲ੍ਹੇ ਦੇ ਵਿੱਚ ਰੱਖੀ ਜਾਣੀ ਹੈ, ਉਹਦੇ 'ਚ ਜਿਹੜਾ ਉਹ ਸਿੱਖ ਔਰ ਮੁਸਲਮਾਨ ਇਹ ਮੈਂਸ਼ਨ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਖਾਸ ਤੌਰ ਦੇ ਉੱਤੇ ਇਸ ਦੇ ਉੱਤੇ ਕਮੈਂਟ ਜਿਹੜੇ ਆਏ ਨੇ, ਉਹਦੇ 'ਚ ਇੱਕਦਮ ਜਿਹੜੇ ਨੇ ਸਿਆਣੇ ਲੋਕ ਤੇ ਵਿਰੋਧੀ ਦਲ ਹਰਕਤ 'ਚ ਆਏ। ਸਿੱਖਾਂ ਤੇ ਮੁਸਲਮਾਨਾਂ ਨੂੰ ਆਤੰਕਵਾਦੀਆਂ ਦੇ ਲਿਸਟ 'ਚ ਸ਼ੁਮਾਰ ਕਰ ਦੇਣ ਦੇ SP ਦੇ ਇਸ ਆਰਡਰ ਦੀ ਨਿੰਦਿਆ ਦਾ ਹਰ ਪਾਸੇ ਨਿੰਦਾ ਹੋ ਰਹੀ ਹੈ। ਔਰ ਉਹਦੇ ਤੋਂ ਇੱਕਦਮ ਬਾਅਦ ਉਹਨਾਂ ਨੂੰ ਇਹ ਰਿਅਲਾਈਜ਼ ਹੋਇਆ ਵੀ ਇਹ ਤਾਂ ਪਬਲਿਕਲੀ ਚਲਾ ਗਿਆ, ਕਿਉਂਕਿ ਸਰਕੂਲਰ ਤਾਂ ਕੌਨਫੀਡੈਂਸ਼ੀਅਲ ਹੋਣੇ ਨੇ, ਲੇਕਿਨ ਅੱਜ ਕੱਲ ਕੌਨਫੀਡੈਂਸ਼ੀਅਲ ਕਿੰਨਾ ਕੁ ਹੋਏ। ਔਰ ਉਸ ਤੋਂ ਬਾਅਦ ਫੌਰਨ ਉਹਦੇ SP ਦੇ ਬਿਹਾਵ ਦੇ ਉੱਤੇ ਉਹਨੇ ਕਿਹਾ ਜੀ ਨਹੀਂ ਅਸੀਂ
ਇਹ ਐਵੇਂ ਗਲਤੀ ਨਾਲ ਹੋ ਗਿਆ। ਅਸੀਂ ਜਿਹੜੀ ਨਾ ਇਹਦੀ ਸ਼ਬਦਾਵਲੀ ਦੇ ਵਿੱਚ ਕੁਝ ਹੋਰ ਲਿਖਣਾ ਸੀ, ਸਿੱਖ ਤੇ ਮੁਸਲਮਾਨ ਲਿਖਿਆ ਗਿਆ। ਇਹਦਾ ਮਤਲਬ ਕੋਈ ਅੱਡ-ਅੱਡ ਧਰਮਾਂ ਦੇ ਨਾਲ ਨਹੀਂ ਸੀ, ਇਹ ਧੋਖੇ ਨਾਲ ਗਰੁੱਪ ਸ਼ਬਦ ਨਹੀਂ ਆਇਆ ਵਿੱਚ, ਔਰ ਇਦਾਂ ਦੀ ਗਲਤੀ ਅੱਗੇ ਨਹੀਂ ਹੋਏਗੀ। ਹਾਲਾਂਕਿ ਦਿਗਵਿਜੇ ਸਿੰਘ ਜਿਹੜਾ ਅਪਰ ਹਾਊਸ ਦਾ ਮੈਂਬਰ ਹੈ ਔਰ ਐਕਸ ਚੀਫ ਮਿਨਿਸਟਰ ਹੈ ਮੱਧ ਪ੍ਰਦੇਸ਼ ਦਾ, ਉਹਨੇ ਕਿਹਾ ਕਿ ਵੀ ਇਹ ਘੋਰ ਆਪੱਤੀਜਨਕ ਹੈ। ਕਿਸੇ ਵੀ ਧਰਮ ਨੂੰ ਮੰਨਣ ਵਾਲਿਆਂ ਨੂੰ ਦਹਿਸ਼ਤਗਰਦੀ ਨਾਲ ਜੋੜਨਾ, ਇਹ ਕਿਹੜਾ ਭਾਰਤੀ ਸਿਸਟਮ ਦੇ ਵਿੱਚ ਇਹ ਕਿੱਥੇ ਲਿਖਿਆ ਹੋਇਆ ਹੈ? ਇਹੀ ਜਿਹੜੀ ਮਾਨਸਿਕਤਾ ਹੈ, ਜ਼ਹਿਨੀਅਤ ਹੈ, ਸਾਡੇ ਸਮਾਜ ਦੇ ਵਿੱਚ ਤੋੜ-ਫੋੜ ਪੈਦਾ ਕਰ ਰਹੀ ਹੈ। ਅਸੀਂ ਇਹਦਾ ਵਿਰੋਧ ਕਰਦੇ ਹਾਂ ਔਰ ਇਹ ਅਨਕਨਸਟੀਟਿਊਸ਼ਨਲ ਡਾਕੂਮੈਂਟ ਹੈ, ਇਸ ਦੇ ਉੱਤੇ ਫੌਰਨ ਕਾਰਵਾਈ ਹੋਣੀ ਚਾਹੀਦੀ ਹੈ। ਔਰ ਇਸੇ ਤਰ੍ਹਾਂ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਕਾਂਗਰਸ ਮੀਡੀਆ ਦੇ ਸੈੱਲ ਨੇ ਕਿਹਾ, ਵਾਹ ਐਸਪੀ ਕਟਾਨੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਹੁਣ ਤੱਕ ਤਾਂ ਬੀਜੇਪੀ ਦੇਸ਼ ਦੇ ਅੰਨਦਾਤਾਵਾਂ ਤੇ ਮੁਸਲਮਾਨਾਂ ਨੂੰ ਆਤੰਕਵਾਦੀ ਮੰਨਦੀ ਰਹੀ ਹੈ। ਹੁਣ ਤੁਹਾਡੇ ਜਿਹੜੀ ਹੈ ਲੀਡਰਸ਼ਿਪ ਦੇ ਵਿੱਚ ਗਵਰਨਰ ਦੀ ਆਮਦ ਦੇ ਉੱਤੇ ਸਾਰੇ ਹੀ ਸਿੱਖ ਔਰ ਮੁਸਲਮਾਨ ਦਹਿਸ਼ਤਗਰਦ ਹੋ ਗਏ ਨੇ। ਕੀ ਤੁਸੀਂ ਐਸਪੀ ਹੋ ਜਾਂ ਬੀਜੇਪੀ ਦੇ ਸਪੋਕਸਮੈਨ? ਤੁਹਾਨੂੰ ਜਿਹੜਾ ਹੈ ਜ਼ਾਹਰ ਹੈ ਵੀ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ। ਹਾਂ, ਤੁਹਾਨੂੰ ਪਦਮ ਸ਼੍ਰੀ ਜ਼ਰੂਰ ਮਿਲ ਜਾਏਗਾ ਇਸ ਕਿਸਮ ਦਾ ਕਹਿਣ ਦਾ। ਔਰ ਇਹਦੇ ਤੇ ਈਵਨ ਸਿੱਖਾਂ ਦੇ ਸਪੋਕਸਮੈਨ ਮੱਧ ਪ੍ਰਦੇਸ਼ ਦੇ ਵਿੱਚ ਨਰਿੰਦਰ ਸਲੂਜਾ ਨੇ, ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਭਾਈ ਇਸ ਕਿਸਮ ਦੀ ਕੌਮ ਦੇ ਪ੍ਰਤੀ ਇਸ ਕਿਸਮ ਦਾ ਜਿਹੜਾ ਕਿ ਸ਼ਿਵਰਾਜ ਸਰਕਾਰ ਹੁਣ ਸਿੱਖਾਂ ਨੂੰ ਦਹਿਸ਼ਤਗਰਦ ਕੈਟਾਗਰੀ 'ਚ ਰੱਖੇਗੀ। ਇੱਕ ਦੇਸ਼ ਭਗਤ ਕੌਮ ਲਈ ਪੁਲਿਸ ਦਾ ਇਹ ਰਵੱਈਆ ਦੁਖਦਾਈ ਹੈ ਔਰ ਇਸ ਦੇ ਖਿਲਾਫ ਕਾਰਵਾਈ ਕੀਤੀ ਜਾਏ। ਕਾਰਵਾਈ ਨਹੀਂ, ਉਹ ਠੀਕ ਕਿਹਾ ਕਾਂਗਰਸ ਨੇ ਕਿ ਉਹਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਨਵਾਜਣਾ ਚਾਹੀਦਾ। ਸੋ ਇਹ ਅਸੀਂ ਗੱਲ ਕਰ ਰਹੇ ਹਾਂ ਹਿਊਮਨ ਰਾਈਟਸ ਡੇ ਦੇ ਮੌਕੇ ਤੇ 10 ਦਸੰਬਰ ਕਿ ਜੇ ਕ੍ਰਿਮੀਨਲ ਟ੍ਰਾਈਬ 10 ਅਕਤੂਬਰ ਨੂੰ ਸੀ ਤੇ ਅੱਜ 10 ਦਸੰਬਰ 2021 ਨੂੰ ਸਿੱਖ ਔਰ ਮੁਸਲਮਾਨ ਮੱਧ ਪ੍ਰਦੇਸ਼ ਦੇ ਵਿੱਚ ਦਹਿਸ਼ਤਗਰਦ ਨੇ ਔਰ ਉਹਨਾਂ ਤੇ ਨਿਗਾਹ ਰੱਖਣ ਦਾ ਆਰਡਰ ਜ਼ਿਲ੍ਹੇ ਦਾ ਐਸਪੀ ਦੇ ਰਿਹਾ। ਇਸੇ ਤਰ੍ਹਾਂ ਦੂਸਰੀ ਖਬਰ ਜਿਹੜੀ ਉਹ ਹਰਿਆਣੇ ਨਾਲ ਸੰਬੰਧਿਤ ਹੈ। ਅਸੀਂ ਗੁੜਗਾਵਾਂ ਜਿਹਨੂੰ ਇਹ ਗੁਰੂਗ੍ਰਾਮ ਕਹਿੰਦੇ ਨੇ, ਉਹਦੇ 'ਚ ਕਿਵੇਂ ਮੁਸਲਮਾਨਾਂ ਨੂੰ ਪਬਲਿਕਲੀ ਜਿਹੜਾ ਉਹ ਹਿੰਦੂਤਵੀ ਭੀੜਾਂ ਦੇ ਜਿਹੜਾ ਉਹ ਵਿਰੋਧ ਔਰ ਉਹ ਆ ਕੇ ਡਿਸਰਪਟ ਕਰਦੇ ਰਹੇ ਨੇ ਨਮਾਜ਼। ਪਹਿਲਾਂ 37 ਸਾਈਟ ਦਿੱਤੇ ਗਏ ਸੀ ਜਿੱਥੇ ਕਿ ਕਿਉਂਕਿ ਜੁਮੇ ਦੀ ਨਮਾਜ਼ ਓਪਨ ਦੇ ਵਿੱਚ ਪੜ੍ਹੀ ਜਾਂਦੀ ਹੈ। ਫਿਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ 19 ਸਾਈਟ ਦਿੱਤੇ ਕਿ ਤੁਸੀਂ ਇੱਥੇ ਆ ਕੇ ਪੜ੍ਹ ਸਕਦੇ ਹੋ, ਲੇਕਿਨ ਉਹਦੇ ਤੇ ਵੀ ਆ ਕੇ ਉਹ ਹਿੰਦੂਤਵੀ ਜਿਹੜਾ ਹੈ ਉਹ ਜੈ ਸ਼੍ਰੀ ਰਾਮ ਕਰਕੇ ਉਹਨਾਂ ਦੀ ਨਮਾਜ਼ ਨੂੰ ਡਿਸਰਪਟ ਕਰਦੇ ਰਹੇ। ਔਰ ਅੱਜ ਜਿਹੜਾ ਹੈ ਇਹ ਵੀ 10 ਦਸੰਬਰ ਨੂੰ ਖਾਸ ਤੋਹਫਾ ਹਰਿਆਣੇ ਦੇ ਕਰੋੜਾਂ ਲੱਖਾਂ ਮੁਸਲਮਾਨਾਂ ਨੂੰ ਮਨੋਹਰ ਲਾਲ ਖੱਟੜ ਨੇ ਦਿੱਤਾ। ਉਹਦੇ 'ਚ ਉਹਨੇ ਕਿਹਾ ਨਮਾਜ਼ ਇਨ ਦਾ ਓਪਨ ਕੈਨ ਨਾਟ ਬੀ ਟੋਲਰੇਟਿਡ। ਅੱਜ ਉਹਨੇ ਮਨੋਹਰ ਲਾਲ ਖੱਟੜ ਆਲ ਡੈਜ਼ਿਗਨੇਟਿਡ ਪਲੇਸਿਸ ਫਾਰ ਫਰਾਈਡੇ ਪ੍ਰੇਅਰਸ ਵਿਦਡਰਾਨ ਸੇਜ਼ ਹਰਿਆਣਾ ਸੀਐਮ। ਹੁਣ ਇਹ ਹੈ, ਇੱਕ ਪਾਸੇ ਤੁਸੀਂ ਕਨਸਟੀਟਿਊਸ਼ਨ ਦੀ ਗੱਲ ਕਰਦੇ ਹੋ ਕਿ ਭਾਈ ਤੁਸੀਂ ਕੀ ਫੇਥ ਮੰਨਣਾ ਹੈ, ਉਹ ਤੁਹਾਨੂੰ ਕਨਸਟੀਟਿਊਸ਼ਨ ਆਰਡਰ ਕਰਦਾ ਹੈ, ਹੱਕ ਦਿੰਦਾ ਹੈ। ਹਰਿਆਣਾ ਚੀਫ ਮਿਨਿਸਟਰ ਮਨੋਹਰ ਲਾਲ ਖੱਟੜ ਔਨ ਫਰਾਈਡੇ ਸੈਡ offering of namaz in open could not be tolerated। ਇਹ ਅਸੀਂ ਸਹਾਰ ਹੀ ਨਹੀਂ ਸਕਦੇ ਕਿ ਮੁਸਲਮਾਨ ਜਿਹੜੇ ਨੇ ਉਹ ਨਮਾਜ਼ ਪੜ੍ਹਨ। and a fresh approach would be taken to work out। he added that all designated places for namaz in Gurugram have been withdrawn। ਕਿ ਜਿਹੜੀ ਐਡਮਿਨਿਸਟ੍ਰੇਸ਼ਨ ਤੋਂ ਈਵਨ ਗੱਲਬਾਤ ਕਰਕੇ 2018 ਚ ਜੋ ਪਰਮਿਸ਼ਨ ਲਈ ਗਈ ਉਹਨੇ ਕਿਹਾ ਜੋ ਸਭ ਕੈਂਸਲ ਹੈ। the tradition of offering namaz in the open cannot be tolerated। ਇਹ ਜਿਹੜੀ ਇਹਦਾ ਮਤਲਬ ਇਹ ਹੈ ਕਿ ਇਹਨਾਂ ਨੇ ਬਿਲਕੁਲ ਜਿਵੇਂ ਨਾਜ਼ੀ ਸਟੇਟ ਨੇ ਇੱਕ ਤੋਂ ਬਾਅਦ ਇੱਕ ਆਰਡਰ ਕਾਨੂੰਨੀ ਔਰ ਧੱਕਾ ਔਰ ਮੌਬ ਰਾਹੀਂ ਉਹਨਾਂ ਨੇ ਮਾਈਨੋਰਿਟੀਜ਼ ਨੂੰ, ਜੂਜ਼ ਨੂੰ, ਜਿਪਸੀਜ਼ ਨੂੰ, ਰੋਮਨ ਕੈਥੋਲਿਕਸ ਨੂੰ, ਲਿਬਰਟੇਰੀਅਨਸ ਨੂੰ, ਕਮਿਊਨਿਸਟ ਨੂੰ ਟਾਰਗੇਟ ਕੀਤਾ ਸੀ। ਹੁਣ ਇਹ ਦੋਨੋਂ ਹੀ ਕੌਮਾਂ, ਜੇ ਕਿਸੇ ਨੂੰ ਇਹ ਲੱਗੇ ਕਿ ਜੀ ਇਹ ਜਿਹੜਾ ਫੈਕਟ ਜਾ ਕੇ ਅਸੀਂ ਤਾਂ ਮੀਡੀਆ ਨੂੰ ਹੀ ਕੋਟ ਕਰਦੇ ਹਾਂ, ਉਹਨਾਂ ਦਾ ਹੀ ਮੀਡੀਆ ਹੈ। ਹਰਿਆਣੇ ਦਾ ਚੀਫ ਮਿਨਿਸਟਰ ਮੁਸਲਮਾਨਾਂ ਦਾ ਰਾਈਟ ਜਿਹੜਾ ਆਪਣਾ ਧਰਮ ਨੂੰ ਪ੍ਰੈਕਟਿਸ ਕਰਨ ਦਾ, ਉਸ ਦੇ ਉੱਤੇ ਪਾਬੰਦੀ ਲਾ ਦਿੰਦਾ ਪੱਕੇ ਤੌਰ ਤੇ ਕਿ ਕੋਈ ਉਹ ਕਹਿ ਰਿਹਾ ਵੀ ਕੈਨ ਨਾਟ ਬੀ, ਸਹਾਰ ਹੀ ਨਹੀਂ ਸਕਦੇ। ਤੇ ਮੱਧ ਪ੍ਰਦੇਸ਼ ਦੇ ਇੱਕ ਜ਼ਿਲ੍ਹੇ ਦਾ ਐਸਪੀ ਜਿਹੜਾ ਸਿੱਖਾਂ ਤੇ ਮੁਸਲਮਾਨਾਂ ਨੂੰ ਟੈਰਰਿਸਟ ਐਲਾਨ ਕੇ ਉਹਨਾਂ ਤੇ ਨਜ਼ਰ ਰੱਖਣ ਲਈ ਕਹਿੰਦਾ। ਕਿਸ ਕਿਸਮ ਦੇ ਮੁਲਕ ਦੇ ਨਾਲ ਤੁਹਾਡਾ ਵਾਹ ਪਿਆ ਕਿ ਨਾ ਹਾਕਮਾਂ ਦੇ ਨਾਲ। ਔਰ ਫਿਰ ਜੇ ਕਿਸੇ ਨੂੰ ਲੱਗੇ ਕਿ ਜੀ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਉੱਥੇ ਹੱਲ ਹੋ ਸਕਦਾ, ਅਜੇ ਤਾਂ ਬਹੁਤੇ ਵਿਕਟਰੀ ਮਨਾ ਰਹੇ ਨੇ ਕਿ ਜੀ ਜਿੱਤ ਗਏ ਹੁਣ ਫਤਹ ਮਾਰਚ ਨਿਕਲੇਗਾ, ਲੇਕਿਨ ਹਕੀਕਤਨ ਕੀ ਵਾਪਰ ਰਿਹਾ ਇਹ ਦੋਨੋਂ ਖਬਰਾਂ ਇਸ ਦੇ ਉੱਤੇ
ਇੱਕ ਹਲਕੀ ਜਿਹੀ ਝਾਤ ਜ਼ਰੂਰ ਪਵਾਉਂਦੀਆਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713 686 1277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਦੇ ਸੀਡੀਐਨ ਜਨਰਲ ਬਿਪਿਨ ਰਾਵਤ ਦੀ ਹੈਲੀਕਾਪਟਰ ਹਾਦਸੇ ਵਿੱਚ ਹੋਈ ਮੌਤ ਤੇ ਚੀਨ ਦੇ ਮੀਡੀਆ ਵੱਲੋਂ ਕਾਫੀ ਤੰਜ਼ ਕੀਤੀ ਜਾ ਰਹੀ ਹੈ। ਸੋ ਚੀਨੀ ਮੀਡੀਆ ਦਾ ਕਹਿਣਾ ਹੈ ਕਿ ਇਸ ਹੈਲੀਕਾਪਟਰ ਹਾਦਸੇ ਨੇ ਦੱਸ ਦਿੱਤਾ ਹੈ ਕਿ ਭਾਰਤੀ ਫੌਜ ਅਤੇ ਉਸ ਦੀਆਂ ਜੰਗੀ ਤਿਆਰੀਆਂ ਕਿੰਨੀਆਂ ਕੁ ਹਨ। ਸੋ ਹੈਲੀਕਾਪਟਰ ਹਾਦਸਾ ਭਾਰਤੀ ਫੌਜ ਦੇ ਨਿਕੰਮੇਪਨ ਨੂੰ ਸਾਬਿਤ ਕਰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ 2 ਦਿਨ ਤੋਂ ਜਨਰਲ ਬਿਪਿਨ ਰਾਵਤ ਔਰ ਉਹਨਾਂ ਦੇ ਨਾਲ ਮਾਰੇ ਗਏ ਬਾਕੀ ਜਿਹੜੇ ਜਵਾਨ ਸਨ, ਜਿਨ੍ਹਾਂ ਦੇ ਵਿੱਚ 2 ਆਫੀਸਰਸ, ਇੱਕ ਬ੍ਰਿਗੇਡੀਅਰ ਜਿਨ੍ਹਾਂ ਨੂੰ ਮੇਜਰ ਜਨਰਲ ਦਾ ਮਿਲਿਆ ਸੀ, ਅਪਾਇੰਟਮੈਂਟ ਲੈਟਰ ਜੁਆਇਨ ਕਰਨਾ ਸੀ, ਔਰ ਕਰਨਲ ਹਰਜਿੰਦਰ ਸਿੰਘ, ਉਹਨਾਂ ਦਾ ਵੀ ਅਸੀਂ ਜ਼ਿਕਰ ਕੀਤਾ। ਔਰ ਮੇਰੀ ਪਹਿਲੀ ਹੰਚ ਠੀਕ ਸੀ ਜਦੋਂ ਮੈਂ ਬ੍ਰਿਗੇਡੀਅਰ ਦਾ ਨਾਂ ਲਖਵਿੰਦਰ ਸਿੰਘ ਲਿੱਦੜ ਸੁਣਿਆ ਤੇ ਮੈਨੂੰ ਸੀ ਕਿ ਵੀ ਇਹ ਸਿੱਖ ਬੈਕਗਰਾਉਂਡ ਹੋਏਗੀ, ਕਿਉਂਕਿ ਲਿੱਦੜ ਪਿੰਡ ਵੀ ਨੇ ਪੰਜਾਬ 'ਚ। ਫਿਰ ਆ ਗਿਆ ਜੀ ਪੰਚਕੂਲਾ, ਔਰ ਕਿਸੇ ਨੇ ਵੀ, ਮੈਂ ਇਹ ਦੇਖ ਰਿਹਾ ਕਿ ਕਿਸੇ ਨੇ ਵੀ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਅੱਜ ਜਦੋਂ ਅਜੀਤ ਦੇ ਵਿੱਚ ਮੈਂ ਖਬਰ ਦੇਖੀ ਕਿ ਪਿੰਡ ਲਿੱਦੜ ਕਲਾਂ ਬੰਗਿਆਂ ਦੇ ਨੇੜੇ ਨਾਲ ਸੰਬੰਧਿਤ ਸਨ ਬ੍ਰਿਗੇਡੀਅਰ ਲਖਵਿੰਦਰ ਸਿੰਘ, ਔਰ ਮੇਰੀ ਪਹਿਲੀ ਹੰਚ ਠੀਕ ਸੀ। ਔਰ ਉਹਦੇ 'ਚ ਇਹ ਹੈ ਕਿ ਵੀ ਜਿਨ੍ਹਾਂ ਦੀ ਮੌਤ ਹੋਈ ਹੈ ਬ੍ਰਿਗੇਡੀਅਰ ਲਖਵਿੰਦਰ ਸਿੰਘ ਲਿੱਦੜ, ਇਹਨਾਂ ਦੇ ਫਾਦਰ ਸਰਦਾਰ ਮਹਿੰਗਾ ਸਿੰਘ ਲਿੱਦੜ ਜਿਹੜੇ ਨੇ ਉਹ ਇਸ ਪਿੰਡ ਦਾ ਨਾਂ ਹੀ ਲਿੱਦੜ ਕਲਾਂ ਬੰਗੇ ਦੇ ਨੇੜੇ। ਔਰ ਪਿੰਡ ਦੇ ਲੋਕਾਂ ਨੇ ਜਿਹੜਾ ਇਹ ਮੰਗ ਕੀਤੀ ਹੈ, ਉੱਥੋਂ ਦੀ ਸਰਪੰਚ ਹੈ ਬਲਜੀਤ ਕੌਰ, ਕਿ ਵੀ ਉਹ ਪਿੰਡ ਨਾਲ ਬੜਾ ਸਨੇਹ ਰੱਖਦੇ ਸੀ, ਬੜੀ ਉਹਨਾਂ ਦੀ ਕ੍ਰੀਏਟਿਵ ਪਿੰਡ ਬਾਰੇ ਸੋਚ ਸੀ। ਔਰ ਉਹਨਾਂ ਨੇ ਕਿਹਾ ਵੀ ਭਾਵੇਂ ਉਹਨਾਂ ਦਾ ਹੁਣ ਬਹੁਤਾ ਆਣ ਜਾਣ ਨਹੀਂ ਸੀ, ਲੇਕਿਨ ਉਹਨਾਂ ਦੇ ਨਾਲ ਬਹੁਤ ਘਾਟਾ ਪਿਆ। ਉਹਨਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਪਿੰਡ 'ਚ ਉਹਨਾਂ ਦੇ ਨਾਂ ਦੀ ਕੋਈ ਯਾਦਗਾਰ ਬਣਾਓ। ਸੋ ਮੈਂ ਜਸਟ ਫॉर द ਸੇਕ ਕਿ ਵੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਈਵਨ ਜਿਹੜੀਆਂ ਖਬਰਾਂ ਨੇ ਉਹਨਾਂ ਨੂੰ, ਕਿਉਂਕਿ ਜੇ ਹੁਣ ਮੱਧ ਪ੍ਰਦੇਸ਼ ਦਾ ਐਸਪੀ ਗਵਰਨਰ ਦੇ ਟ੍ਰਿਪ ਵੇਲੇ ਸਿੱਖਾਂ ਔਰ ਮੁਸਲਮਾਨਾਂ ਨੂੰ ਦਹਿਸ਼ਤਗਰਦ ਕਹਿਣਾ ਤਾਂ ਫਿਰ ਇੱਕ ਪਾਸੇ ਤੁਸੀਂ ਉਸੇ ਮੌਕੇ ਦੇ ਉੱਤੇ ਆਪਣੇ ਜਨਰਲ ਦੀ ਕ੍ਰਿਮੇਸ਼ਨ ਔਰ ਦੂਜੇ 'ਚ ਕਰ ਰਹੇ ਹੋ, ਉਹਦੇ 'ਚ ਤੁਸੀਂ ਇਹ ਦੱਸ ਹੀ ਨਹੀਂ ਰਹੇ ਕਿ ਵੀ ਇੱਕ ਮੇਜਰ ਜਨਰਲ ਰੈਂਕ ਦਾ ਬੰਦਾ ਹੈ ਔਰ ਇੱਕ ਕਰਨਲ ਜਿਨ੍ਹਾਂ ਨੂੰ ਤੁਸੀਂ ਦਹਿਸ਼ਤਗਰਦ ਕਹਿ ਰਹੇ ਹੋ, ਉਹ ਤੁਹਾਡੇ ਉਸ ਸੀਡੀਐਨ ਦੇ ਨਾਲ ਜਿਹੜੇ ਨੇ ਮਾਰੇ ਜਾਂਦੇ ਨੇ। ਸੋ ਇਹ ਜਿਹੜੇ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਇਹ ਤਾਂ ਇਹਨਾਂ ਨੇ ਜਿਹਨੂੰ ਰਾ ਮਟੀਰੀਅਲ ਕਹਿੰਦੇ ਆ, ਵੀ ਸਾਨੂੰ ਤਾਂ ਉਹਨਾਂ ਨੇ ਰਾ ਮਟੀਰੀਅਲ ਬਣਾਇਆ ਹੋਇਆ। ਔਰ ਇਹ ਸਾਨੂੰ ਕੁਝ ਵੀਰ ਲਿਖਣਗੇ ਕਿ ਜੀ ਤੁਸੀਂ ਕਿਉਂ ਨਹੀਂ ਕਹਿੰਦੇ ਕਿ ਜੀ ਫੌਜ 'ਚ ਨਾ ਜਾਓ ਜਾਂ ਦੂਜਾ। ਮੈਂ ਕਿਹਾ ਜੀ ਹੌਲੀ ਹੌਲੀ ਆਪੇ ਹੀ ਪਤਾ ਲੱਗਦਾ ਜਾਂਦਾ। ਲੇਕਿਨ ਮਤਲਬ ਈਵਨ ਇਸ ਖਬਰ ਨੂੰ ਵੀ ਸਪਰੈਸ ਕਰਨ ਵਾਂਗ ਹੀ ਸੀ। ਬਾਕੀ ਹਰ ਇੱਕ ਦੀ ਡਿਟੇਲ, ਪਿੰਡ 'ਚ ਕੀ ਹੈ, ਕੌਣ ਹੈ, ਪਰ ਕਿਸੇ ਨੂੰ ਨਹੀਂ ਇਹ ਲੱਗਾ ਕਿ ਬਈ ਇਹ ਜਿਹੜਾ ਮੇਜਰ ਜਨਰਲ ਲਿੱਦੜ ਇਸ ਦੀ ਬੈਕਗਰਾਉਂਡ ਜਾਂ ਉਹਦੇ ਨਾਲ ਸੰਬੰਧਿਤ ਕੋਈ ਈਵਨ ਹਿਊਮਨ ਇੰਟਰਸਟ ਸਟੋਰੀ ਹੁੰਦੀ ਹੈ, ਉਹ ਕਿਉਂਕਿ ਉਹਨਾਂ ਦੇ ਉਸ ਵੱਡੇ ਜਿਹੜਾ ਉਹਨਾਂ ਦਾ ਜਾਵੀਆ ਉਹਦੇ 'ਚ ਫਿੱਟ ਨਹੀਂ ਹੁੰਦਾ। ਲੇਕਿਨ ਦੂਸਰੇ ਪਾਸੇ
ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਉਹਨੂੰ BD ਰਾਵਤ ਔਰ ਦੂਸਰੇ ਉਹ ਜਿਹੜਾ ਹੀਰੋਜ਼ ਵੈਲਕਮ ਵਾਂਗ ਜੇ ਪਿਕਚਰਸ ਦਰਸ਼ਕ ਦੇਖ ਸਕਣ, ਜੇ ਟੈਕਨੀਕਲ ਟੀਮ ਨੇ ਕੱਢਿਆ ਵੱਡੇ ਕਾਫਲੇ ਔਰ ਉਹ ਸਾਰੇ ਨੂੰ ਕੀਤਾ ਉਹਨਾਂ ਨੇ, ਔਰ ਈਵਨ ਕਿਸਾਨਾਂ ਨੇ ਵੀ। ਇਧਰ ਤਾਂ ਹਿਊਮੈਨਿਟੇਰੀਅਨਿਜ਼ਮ ਹੈਗਾ, ਉਹਨਾਂ ਨੇ ਇਸ ਦਿਨ ਕੋਈ ਸਮਾਗਮ ਨਹੀਂ ਰੱਖਿਆ ਕਿ ਜੀ ਦੇਸ਼ ਜੇ ਸ਼ੋਕ ਦੇ ਵਿੱਚ ਹੈ, ਅਫਸੋਸ ਦੇ ਵਿੱਚ ਹੈ, ਤੇ ਅਸੀਂ ਵੀ ਉਹਦੇ 'ਚ ਸ਼ਮੂਲੀਅਤ ਕਰ ਰਹੇ। ਪਰ ਸਿੱਖ ਦਹਿਸ਼ਤਗਰਦ ਨੇ ਮੱਧ ਪ੍ਰਦੇਸ਼ ਦੇ ਵਿੱਚ, ਔਰ ਉਸੇ ਦਿਨ ਮਨੋਹਰ ਲਾਲ ਖੱਟੜ ਹਰਿਆਣੇ ਦੇ ਵਿੱਚ ਮੁਸਲਮਾਨਾਂ ਦੇ ਪਬਲਿਕ ਨਮਾਜ਼ ਪੜ੍ਹਨ ਦੇ ਉੱਤੇ ਪਾਬੰਦੀ ਲਾ ਰਹੇ। ਹੁਣ ਗੱਲ ਚਾਈਨਾ ਦੀ ਕਰੀਏ, ਬੇਸ਼ੱਕ ਅਸੀਂ ਜਦੋਂ ਆਪਣਾ ਐਨਾਲਿਸਿਸ ਦੋਨੋਂ ਦਿਨ ਹੀ ਦਿੱਤਾ ਕਿ ਇਸ ਸ਼ੱਕ ਦੇ ਘੇਰੇ ਦੇ ਵਿੱਚ ਜ਼ਰੂਰ ਆਉਂਦੀ ਹੈ ਇਸ ਸਾਰੀ ਦੀ ਜਿਹੜੀ ਐਕਸੀਡੈਂਟ ਦੀ ਕਹਾਣੀ ਹੈ। ਲੇਕਿਨ ਹੁਣ ਜੇ ਤੁਸੀਂ ਜਿਹਨੂੰ ਦੁਸ਼ਮਣ ਐਲਾਨਿਆ ਹੋਇਆ, ਕਿਉਂਕਿ ਜਦੋਂ ਕਿ ਮੋਦੀ ਜਾਂ ਅਮਿਤ ਸ਼ਾਹ ਜਾਂ ਰਾਜਨਾਥ ਸਿੰਘ ਦੇ ਮੂੰਹ ਤੇ ਚੀਨ ਲਫ਼ਜ਼ ਕਦੇ ਨਹੀਂ ਆਇਆ, ਲੇਕਿਨ ਇਹ ਰਾਵਤ ਹੀ ਸੀ ਜਿਹੜਾ ਫੌਜੀ ਮੁਖੀ ਹੁੰਦਿਆਂ ਵੀ, CDN ਹੁੰਦਿਆਂ ਵੀ, ਇਹ ਜਿਹੜੀ 2 ਪ੍ਰੋਂਗ ਵਾਰ ਇੱਕੋ ਵੇਲੇ ਅਸੀਂ ਚਾਈਨਾ ਪਾਕਿਸਤਾਨ ਦੇ ਨਾਲ ਕਰ ਸਕਦੇ ਹਾਂ, ਔਰ ਚਾਈਨਾ ਦੇ ਅਗੇਂਸਟ ਵੀ ਬਹੁਤ ਵੋਕਲ ਬਿਆਨ ਇਹਦੇ ਰਾਵਤ ਦੇ ਰਹੇ। ਈਵਨ ਪਿਛਲੇ ਦਿਨਾਂ 'ਚ ਵੀ ਕਿ ਵੀ ਅਸੀਂ ਜਿਹੜਾ ਉਹ ਬਿਲਟ ਅਪ ਕਰ ਰਹੇ ਹਾਂ, ਔਰ ਅਸੀਂ ਜਿਹੜਾ ਹੁਣ ਦੱਸਾਂਗੇ, ਔਰ ਇਹ ਆ ਗਏ ਸਾਡੇ ਕੋਲ ਰਫੇਲ ਆ ਗਏ ਤੇ ਇੱਧਰ ਉੱਧਰ ਆ ਗਏ। ਹੁਣ ਅਸੀਂ ਤਾਂ ਚਲੋ ਕਹਿ ਦਿੱਤਾ ਹੈ ਉਸ ਜਿਹੜਾ ਸ਼ਹਿਰ ਨੂੰ ਕਿ ਜੀ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਲੇਕਿਨ ਹੁਣ ਚੀਨ ਵਾਲੇ ਤਾਂ ਕੋਈ ਇਸ ਕਿਸਮ ਦੀ ਕਿਸੇ ਫਿਲਾਸਫੀ 'ਚ ਯਕੀਨ ਨਹੀਂ ਰੱਖਦੇ। ਉਹਨਾਂ ਨੇ ਤਾਂ ਉਹ ਦੇਖ ਰਹੇ ਨੇ, ਉਹਨਾਂ ਨੇ ਫੌਜੀ ਐਂਗਲ ਤੋਂ ਦੇਖਿਆ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਕਹਿੰਦੇ ਸੀ ਜੀ ਅਸੀਂ ਅਪ ਟੂ ਮਾਰਕ ਅਸੀਂ ਚੀਨ ਨੂੰ ਚਨੇ ਚਬਾ ਦੇਾਂਗੇ, ਅਸੀਂ ਕਰ ਦੇਾਂਗੇ, ਰੂਸ ਦਾ ਬਣਿਆ ਹੈਲੀਕਾਪਟਰ ਇੱਕ ਬਿਲਕੁਲ ਚਿੱਟੇ ਦਿਨ, ਹੁਣ ਤਾਂ ਸਾਹਮਣੇ ਆ ਗਿਆ, ਕੋਈ ਧੁੰਦਾਂ ਵੀ ਨਹੀਂ ਸੀ, ਉਹ ਸਾਰੇ ਦੱਸ ਰਹੇ ਨੇ ਕਿ ਵੀ ਬਿਲਕੁਲ ਕਲੀਅਰ ਡੇ, ਔਰ ਜਿਹੜਾ ਦੁਨੀਆ ਦਾ ਬੈਸਟ ਹੈਲੀਕਾਪਟਰ 60 ਤੋਂ ਜ਼ਿਆਦਾ ਮੁਲਕਾਂ ਦੇ ਹੈਡ ਆਫ ਸਟੇਟ ਜਾਂ ਫੌਜੀ ਚੀਫ ਜਾਂ ਦੂਜੇ ਉਹ ਇਹਨੂੰ ਇਸਤੇਮਾਲ ਕਰਦੇ ਨੇ। ਵੀ ਇਹ ਕਿੱਥੇ ਜਾ ਕੇ ਡਿੱਗਦਾ। ਫਿਰ ਰੈਸਕਿਊ ਆਪਰੇਸ਼ਨ ਕਿ ਵੀ ਤੁਸੀਂ ਜਿਹੜਾ 9 ਮਿੰਟ ਬਾਅਦ ਜਿੱਥੇ ਲੈਂਡ ਕਰਨਾ ਉੱਥੋਂ ਤੁਸੀਂ ਕੱਟ ਆਫ ਹੋ, ਕੋਈ ਲਾਈਨ ਆਫ ਕਮਿਊਨੀਕੇਸ਼ਨ ਨਹੀਂ ਹੈ। ਉਹਨਾਂ ਤੱਕ ਪਹੁੰਚਣ ਲਈ ਜਿਹੜੇ ਗਰਾਊਂਡ ਦੇ ਉੱਤੇ ਹੈ, ਉਹ ਇੱਕ ਆਮ ਆਈ ਵਿਟਨੈਸ ਵਾਲਾ ਜਿਹੜਾ ਬੰਦਾ ਲੋਕਲ ਹੈ, ਉਹ ਆ ਕੇ ਕਹਿੰਦਾ ਜੀ ਉਹ ਤਾਂ ਪਾਣੀ ਮੰਗ ਰਿਹਾ ਸੀ ਮੇਰੇ ਤੋਂ, ਔਰ ਪਾਣੀ ਵੀ ਨਹੀਂ ਸੀ ਅਰਾਊਂਡ, ਔਰ ਬਾਟੀਆਂ ਪਾ ਰਹੇ ਸੀ। ਹੁਣ ਤੁਸੀਂ ਚੈਲੰਜ ਕਰ ਰਹੇ ਹੋ ਉਸ ਪਾਵਰ ਨੂੰ ਜਿਹੜੀ 4th ਜਨਰੇਸ਼ਨ ਵਾਰ, ਆਰਟੀਫਿਸ਼ੀਅਲ ਇੰਟੈਲੀਜੈਂਸ, ਔਰ ਕਿੱਥੋਂ ਤੱਕ ਪਹੁੰਚ ਗਈ। ਔਰ ਉਹਨਾਂ ਨੇ ਜਿਹੜਾ ਤੰਜ਼ ਕੀਤਾ ਚਾਈਨੀਜ਼ ਮੀਡੀਆ ਨੇ, ਔਰ ਕਿਸੇ ਹੋਰ ਨੇ ਨਹੀਂ ਕਿ ਸਧਾਰਨ ਗਲੋਬਲ ਟਾਈਮਸ, ਚਾਈਨਾ 'ਚ ਕਮਿਊਨਿਸਟ ਪਾਰਟੀ ਦੀ ਹਕੂਮਤ ਹੈ, ਗਲੋਬਲ ਟਾਈਮਸ ਉਹਨਾਂ ਦਾ ਮਾਊਥ ਪੀਸ ਹੈ, ਚਾਈਨੀਜ਼ ਗਵਰਨਮੈਂਟ ਦੀ ਜਿਹੜੀ ਹੈ ਇਹਨੂੰ ਪਾਲਿਸੀ ਮੰਨਿਆ ਜਾਂਦਾ ਹੈ। ਹੁਣ ਕਿਉਂਕਿ ਇਸ ਦੇ ਉੱਤੇ BBC ਦੀ ਸਟੋਰੀ ਹੈ, ਕਿਉਂਕਿ ਰਾਵਤ ਜਿਹੜੇ ਨੇ ਉਹ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਚੀਨ ਦੇ ਖਿਲਾਫ ਬੋਲਦੇ ਰਹੇ ਸੀ, ਔਰ ਹੁਣੇ ਹੀ ਜਨਰਲ ਰਾਵਤ ਨੇ ਕਿਹਾ ਸੀ ਕਿ ਭਾਰਤ ਲਈ ਅਸਲੀ ਖਤਰਾ ਚੀਨ ਹੈ, ਪਾਕਿਸਤਾਨ ਨਹੀਂ ਹੈ। ਜਦੋਂ ਹੁਣ ਉਹਨਾਂ ਦੀ ਹਾਦਸੇ 'ਚ ਮੌਤ ਹੋਈ ਹੈ ਤੇ ਹੁਣ ਜਿਹੜਾ ਉਹਨਾਂ ਦਾ ਅਖਬਾਰ ਗਲੋਬਲ ਟਾਈਮਸ ਹੈ ਉਹ ਭਾਰਤ ਦੇ ਉੱਤੇ ਤੰਜ਼ ਕੱਸ ਰਿਹਾ, ਔਰ ਗਲੋਬਲ ਟਾਈਮਸ ਦੀਆਂ ਜਿਹੜੀਆਂ ਟਿੱਪਣੀਆਂ ਨੇ ਉਹਦੇ ਤੇ ਭਾਰਤ ਦੇ ਵਿੱਚ ਕਾਫੀ ਜਿਹਨੂੰ ਸ਼ੋਰ ਸ਼ਰਾਬਾ ਹੈ ਔਰ ਕਾਫੀ ਚੀਕਾਂ ਮਾਰ ਰਹੇ ਨੇ। ਔਰ ਇਹ ਪਿਛਲੇ ਕੱਲ ਹੀ ਜਿਹੜਾ ਵੀਰਵਾਰ ਨੂੰ ਗਲੋਬਲ ਟਾਈਮਸ ਨੇ ਇੱਕ ਲੇਖ ਛਾਪਿਆ ਜਿਹਦੇ 'ਚ ਚੀਨੀ ਐਕਸਪਰਟਸ ਦੇ ਹਵਾਲੇ ਨਾਲ ਕਿਹਾ ਗਿਆ ਕਿ ਵੀ ਇਹ ਹੈਲੀਕਾਪਟਰ ਕ੍ਰੈਸ਼ 'ਚ ਭਾਰਤ ਦੇ ਚੀਫ ਆਫ ਡਿਫੈਂਸ ਸਟਾਫ ਦੀ ਮੌਤ ਨਾ ਸਿਰਫ ਇਹ ਦੱਸਦੀ ਹੈ ਕਿ ਭਾਰਤ ਦੀ ਫੌਜ ਕਿਵੇਂ ਅਨਡਿਸਪਲਿਨਡ ਹੈ, ਤੇ ਇਹ ਵੀ ਇਹਨਾਂ ਦਾ ਇਹ ਪੋਲ ਖੋਲ ਦਿੰਦੇ ਹੈ ਕਿ ਇਹ ਬੜੇ ਲੜਾਈ ਦੇ ਲਈ ਤਿਆਰ ਨੇ, ਬੜੇ ਯੁੱਧ ਲਈ ਤਿਆਰ ਨੇ, ਉਹਦਾ ਵੀ ਪੋਲ ਖੋਲਦਾ ਹੈ। ਔਰ ਇਹ ਵੀ ਦੱਸ ਦਿੰਦਾ ਹੈ ਕਿ ਭਾਰਤੀ ਫੌਜ ਦਾ ਕਿੰਨੀ ਕੁ ਮਾਡਰਨਾਈਜੇਸ਼ਨ ਹੋਈ ਹੈ, ਜਿਹੜਾ ਇਹਨੂੰ ਇਹ ਆਧੁਨਿਕੀਕਰਨ ਕਹਿੰਦੇ ਨੇ, ਉਹਦਾ ਵੀ ਪੋਲ ਖੋਲਦਾ ਹੈ। ਔਰ ਉਹਨੇ ਕਿਹਾ ਚੀਨ ਗਲੋਬਲ ਟਾਈਮਸ ਨੇ ਕਿ ਉਹ ਉੱਥੇ ਹੀ ਖਲੋਤੀ ਹੋਈ ਹੈ ਫੌਜ, ਜਾਂ ਉੱਥੇ ਕੋਈ ਉਹਦਾ ਮਾਡਰਨਾਈਜੇਸ਼ਨ ਨਹੀਂ ਹੋਈ। ਅਜੇ ਕਈ ਦਹਾਕੇ ਲੱਗਣਗੇ ਜਦੋਂ ਤੱਕ ਕਿ ਭਾਰਤ ਜੇ ਸੰਭਲਣਾ ਵੀ ਚਾਹੇ ਤਾਂ ਉਹਨੂੰ ਸੰਭਲੇ। ਨਾਲ ਹੀ ਉਹਨਾਂ ਨੇ ਗਲੋਬਲ ਟਾਈਮਸ ਦੇ ਹਵਾਲੇ ਨਾਲ ਹੀ ਕਿਹਾ ਕਿ ਜੇ ਹੁਣ ਇਹ ਦੇਖਣਾ ਹੈ ਕਿ ਵੀ ਉਹਨਾਂ ਦਾ ਟੌਪ ਬੰਦਾ ਫੌਜ ਦਾ ਮਰ ਜਾਂਦਾ ਹੈ, ਕੀ ਭਾਰਤ ਦੀ ਚੀਨ ਪ੍ਰਤੀ ਨੀਤੀ ਦੇ ਵਿੱਚ ਕੋਈ ਤਬਦੀਲੀ ਆਏਗੀ। ਔਰ ਉਹਨਾਂ ਨੇ ਕਿਹਾ ਵੀ ਬੇਸ਼ੱਕ ਭਾਰਤੀ ਮੀਡੀਆ ਜਿਹੜਾ ਉਹ ਹੈਲੀਕਾਪਟਰ ਕ੍ਰੈਸ਼ ਦਾ ਕਾਰਨ ਖਰਾਬ ਮੌਸਮ, ਗਲਤ ਉਚਾਈ ਜਾਂ ਤਕਨੀਕੀ ਗੜਬੜੀ ਦੱਸ ਰਿਹਾ, ਜੇ ਇਹਨਾਂ ਸਾਰੇ ਕਾਰਨ, ਇਹ ਹੁਣ ਚੀਨ ਆਪਣਾ ਐਨਾਲਿਸਿਸ ਦੇ ਰਿਹਾ ਕਿ ਜੇ ਇਹਨਾਂ ਸਾਰੇ ਕਾਰਨਾਂ ਨੂੰ ਮੰਨ ਵੀ ਲਿਆ ਜਾਏ
ਤੇ ਇਹ ਗੱਲ ਬੜੀ ਕਲੀਅਰ ਹੈ ਕਿ ਇਹ ਜਿਹੜੀ ਫੇਲਿਅਰ ਹੈ ਇਹ ਇਨਸਾਨੀ ਹੈ। ਇਹ ਨਹੀਂ ਹੈ ਵੀ ਉਸ ਹੈਲੀਕਾਪਟਰ ਦੇ ਮਾਡਲ 'ਚ ਕੋਈ ਨੁਕਸ ਨਹੀਂ ਹੈ। ਜੇ ਤੁਸੀਂ ਖਰਾਬ ਮੌਸਮ ਨਹੀਂ ਪਛਾਣਿਆ ਜਾਂ ਤੁਹਾਨੂੰ ਹਾਈਟ ਪਤਾ ਨਹੀਂ ਲੱਗੀ ਵੀ ਤੁਸੀਂ ਲੈਂਡ ਕਿੱਥੇ ਕਰਨਾ ਹੈ, ਔਰ ਈਵਨ ਕੋਈ ਸਿਗਨਲ ਨਹੀਂ ਹੈ ਕਿਸੇ ਪਾਸਿਓਂ ਕਿਧਰੋਂ ਕੀ ਹੈ, ਇਹ ਗੱਲ ਦੱਸਦੀ ਹੈ ਕਿ ਵੀ ਇਹ ਜਿਹੜੀ ਗੜਬੜੀ ਹੈ ਇਨਸਾਨੀ ਹੈ। ਔਰ ਇਹ ਜਿਹੜਾ ਕਿਉਂਕਿ ਰੂਸ ਦੇ ਬਣੇ MI-17 ਸੀਰੀਜ਼ 'ਚ ਕੋਈ ਗੜਬੜ ਨਹੀਂ ਹੈ, ਕਿਉਂਕਿ ਇਹ ਹੈਲੀਕਾਪਟਰ ਦੁਨੀਆ ਦੇ ਸਾਰੇ ਮੁਲਕ ਇਸਤੇਮਾਲ ਕਰਦੇ ਨੇ। ਔਰ ਇਹੀ ਫਿਰ ਗਲੋਬਲ ਟਾਈਮਜ਼ ਨੇ ਜਿਹੜਾ ਉਹਨਾਂ ਦਾ ਅਫੀਸ਼ੀਅਲ ਟਵਿੱਟਰ ਅਕਾਊਂਟ ਹੈ ਉਸ ਦੇ ਉੱਤੇ ਵੀ ਉਹਨਾਂ ਨੇ ਇਸ ਸਾਰੇ ਨੂੰ ਸ਼ੇਅਰ ਕੀਤਾ ਔਰ ਇਸ ਦੇ ਉੱਤੇ ਭਾਰਤ ਦਾ ਜਿਹੜਾ ਐਕਸ ਫੌਜੀ ਚੀਫ ਜਨਰਲ ਵੇਦ ਮਲਕ ਹੈ ਉਹਨੇ ਬੜੀਆਂ ਚੀਕਾਂ ਮਾਰੀਆਂ। ਉਹਨੇ ਕਿਹਾ ਜੀ ਚੀਨ ਦੇ ਵਿੱਚ ਇਹ اخلاق ਔਰ ਸੋਸ਼ਲ ਵੈਲਿਊਜ਼ ਦੀ ਕਮੀ ਹੈ ਕਿ ਅਸੀਂ ਇੱਦਾਂ ਦੇ ਸ਼ੋਕ ਦੇ ਮੌਕੇ ਵੀ ਜਿਹੜੀ ਪੀਪਲਜ਼ ਲਿਬਰੇਸ਼ਨ ਆਰਮੀ ਹੈ ਉਹ ਇਸ ਤਰ੍ਹਾਂ ਦਾ ਰਵੱਈਆ ਰੱਖ ਰਹੀ ਹੈ। ਇਸੇ ਤਰ੍ਹਾਂ ਸ਼ਿਵ ਸੈਨਾ ਦੀ ਇੱਕ ਰਾਜ ਸਭਾ ਦੀ ਮੈਂਬਰ ਪਾਰਲੀਮੈਂਟ ਹੈ ਪ੍ਰਿਯੰਕਾ ਚਤੁਰਵੇਦੀ, ਉਹਦੇ 'ਚ ਵੀ ਉਹਨੇ ਕਿਹਾ ਕਿ ਅਗਰ ਸ਼ਰਮਿੰਦਗੀ ਦਾ ਕੋਈ ਚਿਹਰਾ ਹੈ ਤੇ ਉਹ ਚੀਨ ਦਾ ਇਹ ਟਵਿੱਟਰ ਅਕਾਊਂਟ ਹੈ ਬਿਮਾਰ ਸਿੱਖ। ਹੁਣ ਚੀਨ ਨੇ ਤਾਂ ਠੀਕ ਹੈ, ਇਨਫੈਕਟ ਇਹ ਗੱਲ ਭਾਰਤ ਦੇ ਮੀਡੀਆ ਨੂੰ ਪੁੱਛਣੀ ਚਾਹੀਦੀ ਸੀ ਕਿ ਭਾਈ ਉਹਦੇ 'ਚ ਟੈਕਨੀਕਲ ਤਾਂ ਕੋਈ ਡਿਫੈਕਟ ਨਹੀਂ ਹੈ ਹੈਲੀਕਾਪਟਰ 'ਚ। ਹੁਣ ਜੇ ਤੁਹਾਡਾ ਸਭ ਤੋਂ ਵੱਡਾ ਬੰਦਾ ਜਿਹੜਾ ਜਿਹਨੂੰ ਮੋਸਟ ਪਾਵਰਫੁਲ ਮੈਨ ਉਹਨੂੰ ਤੁਸੀਂ ਸੇਵ ਨਹੀਂ ਕਰ ਸਕੇ, ਗਲਤੀ ਤੁਹਾਡੇ ਪਾਇਲਟਸ ਦੀ, ਕੋਈ ਰੈਸਕਿਊ ਆਪਰੇਸ਼ਨ ਨਹੀਂ, ਕੋਈ ਦੂਜਾ ਨਹੀਂ, ਤੇ ਲੜਨਾ ਤੁਸੀਂ ਚੀਨ ਨਾਲ ਚਾਹੁੰਦੇ ਹੋ ਜਾਂ ਪਾਕਿਸਤਾਨ ਨਾਲ ਜਾਂ ਦੋਨੋਂ ਇੱਕੋ ਵੇਲੇ। ਫਿਰ ਨਾਲ ਦੀ ਨਾਲ ਜਿਹੜਾ ਗਲੋਬਲ ਟਾਈਮਜ਼ ਦੇ ਇਸ ਲੇਖ 'ਚ ਇੱਕ ਹੋਰ ਫੌਜੀ ਉਹਨਾਂ ਦਾ ਐਕਸਪਰਟ ਹੈ ਵੇਈ ਡੋਂਗਚੂ, ਉਹਨੇ ਟਿੱਪਣੀ ਕੀਤੀ ਹੈ। ਉਹਨੇ ਕਿਹਾ ਕਿ ਵੀ ਇਹ ਜਿਹੜਾ ਹੈਲੀਕਾਪਟਰ ਹੈ ਇਹ ਜਿਹੜਾ ਲੇਟੈਸਟ ਵਰਜ਼ਨ ਹੈ ਇਹਦਾ ਇੰਜਨ ਔਰ ਇਲੈਕਟ੍ਰੋਨਿਕ ਡਿਵਾਈਸ ਬਹੁਤ ਮਜ਼ਬੂਤ ਔਰ ਪਾਵਰਫੁਲ ਨੇ। ਇਹ ਸਭ ਤੋਂ ਜ਼ਿਆਦਾ ਇਤਬਾਰਯੋਗ ਹੈ। ਹਾਲਾਂ ਭਾਰਤੀ ਫੌਜ ਕਈ ਤਰ੍ਹਾਂ ਦੇ ਹੈਲੀਕਾਪਟਰ ਇਸਤੇਮਾਲ ਕਰਦੀ ਹੈ ਪਰ ਇਹਨਾਂ ਦੇ ਵਿੱਚ ਵੀ ਜਿਹੜੀ ਬਾਹਰਲੀ ਟੈਕਨੋਲੋਜੀ ਹੈ ਉਹੀ ਟ੍ਰਾਂਸਫਰ ਕੀਤੀ ਹੋਈ ਹੈ। ਔਰ ਉਹਨਾਂ ਨੇ ਕਿਹਾ ਜੀ ਹੁਣ ਕਿਉਂਕਿ ਭਾਰਤ ਇਵੇਂ ਕਰਦਾ ਹੈ ਵੀ ਕੁਝ ਹਿੱਸਾ ਅਮਰੀਕੀ ਟੈਕਨੋਲੋਜੀ ਦਾ ਵਿੱਚ ਵਾੜਿਆ ਹੁੰਦਾ, ਕੁਝ ਰੂਸ ਦਾ ਹੁੰਦਾ ਤੇ ਸ਼ਾਇਦ ਇਸੇ ਕਰਕੇ ਹੁਣ ਇਹ ਵੀ ਉਹਨੇ ਤਨਜ਼ ਕੀਤੀ ਹੈ ਕਿ ਵੀ ਹੈ ਤਾਂ ਰੂਸ ਦਾ ਹੈਲੀਕਾਪਟਰ ਹੈ ਪਰ ਪਤਾ ਨਹੀਂ ਉਹਦੇ 'ਚ ਵੀ ਕੋਈ ਅਮਰੀਕੀ ਤੇ ਰੂਸ ਦਾ ਕੁਝ ਪਾਇਆ ਹੋਏ ਔਰ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਹੈ। ਔਰ ਇਸੇ ਤਰ੍ਹਾਂ ਫਿਰ ਗਲੋਬਲ ਟਾਈਮਜ਼ ਨੇ ਇੱਕ ਹੋਰ ਚੀਨੀ ਐਕਸਪਰਟ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਨੂੰ ਵੈਸੇ ਹੀ ਜਾਣਿਆ ਜਾਂਦਾ ਹੈ ਵੀ ਇੱਥੇ ਇਨਡਿਸਪਲਿਨ ਹੈ ਔਰ ਇਹਨਾਂ ਦਾ ਕੋਈ ਫੌਜੀ ਕੋਈ ਵਕਾਰ ਨਹੀਂ ਹੈ, ਨਾ ਹੀ ਇਹਨਾਂ ਦੇ ਜਿਹੜੇ ਫੌਜੀ ਪੈਰਾਮੀਟਰ ਨੇ ਉਹਨਾਂ ਦੀ ਇਹ ਕੋਈ ਪਾਲਣਾ ਕਰਦੇ ਨੇ। ਇਸ ਤੋਂ ਪਹਿਲਾਂ ਵੀ ਭਾਰਤ 'ਚ ਕਈ ਹਾਦਸੇ ਹੋਏ ਨੇ। 2019 'ਚ ਭਾਰਤ ਦੇ 에ਅਰਕ੍ਰਾਫਟ 'ਚ ਅੱਗ ਲੱਗ ਗਈ ਸੀ, 2013 'ਚ ਵੀ ਧਮਾਕਾ ਹੋਇਆ ਸੀ। ਇਹ ਜਿਹੜੀਆਂ ਸਾਰੀਆਂ ਮਿਸਟੇਕਸ ਨੇ ਕਰਦੇ ਨੇ। ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹੁਣ ਹਾਦਸਾ ਹੋਇਆ ਗਲੋਬਲ ਟਾਈਮਜ਼ ਕਹਿ ਇਹਦੇ ਤੋਂ ਬਚਿਆ ਜਾ ਸਕਦਾ ਸੀ ਜੇ ਮੌਸਮ ਠੀਕ ਹੋਣ ਤੱਕ ਉਡਾਣ ਨਹੀਂ ਭਰੀ ਜਾਂਦੀ, ਜਾਂ ਪਾਇਲਟ ਦਾ ਧਿਆਨ ਜਾਂ ਉਹਦੀ ਸਕਿੱਲ ਦੇ ਵਿੱਚ ਕੋਈ ਕਮੀ ਸੀ, ਜਾਂ ਹੈਲੀਕਾਪਟਰ ਦੀ ਮੇਨਟੇਨੈਂਸ ਠੀਕ ਟਾਈਮ ਤੇ ਨਹੀਂ ਹੋਈ। ਔਰ ਇਦਾਂ ਦੇ ਹਾਦਸਿਆਂ ਤੋਂ ਭਾਰਤੀ ਫੌਜ ਦੀ ਜੰਗ ਦੀ ਤਿਆਰੀ ਦੀ ਪੋਲ ਖੁੱਲ ਜਾਂਦੀ ਹੈ। ਇਹ ਭਾਰਤੀ ਫੌਜ ਦੀ ਸਮੱਸਿਆ ਹੈ ਕਿ ਭਾਈ ਉਹ ਅਕਸਰ ਉਕਸਾਊ ਬਿਆਨਬਾਜ਼ੀਆਂ ਕਰਦੇ ਨੇ ਪਰ ਜਦੋਂ ਅਸਲ ਦੇ ਵਿੱਚ ਭੜਨ ਦਾ ਵੇੜਾ ਆਉਂਦਾ ਤੇ ਉਦੋਂ ਟਿਕ ਨਹੀਂ ਸਕਦੇ। ਔਰ ਇਹਦੇ ਨਾਲ ਇਹ ਵੀ ਸਾਬਤ ਹੁੰਦਾ ਜਨਰਲ ਰਾਵਤ ਦੇ ਇਸ ਹਾਦਸੇ ਨਾਲ ਕਿ ਭਾਰਤੀ ਫੌਜ ਜਿਹੜੀ ਹੈ ਉਹ ਕਿੰਨੀ ਕੁ ਮਾਡਰਨਾਈਜ਼ ਹੋਈ ਹੈ। ਇਸੇ ਤਰ੍ਹਾਂ ਉਹਨਾਂ ਨੇ ਫਿਰ ਸਿਨੂਹਾ ਯੂਨੀਵਰਸਿਟੀ ਦੇ ਨੈਸ਼ਨਲ ਸਟ੍ਰੈਟਜੀ ਇੰਸਟੀਚਿਊਟ ਦੇ ਰਿਸਰਚ ਡਿਪਾਰਟਮੈਂਟ ਦੇ ਨੇ ਮਿਸਟਰ ਔਨ ਫੈਂਗ, ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਹੋਰ ਵੀ ਇਹਨੇ ਭਾਰਤੀ ਫੌਜ ਦਾ ਪੋਲ ਖੋਲ ਦਿੱਤਾ ਹੈ, ਐਕਸਪੋਜ਼ ਹੋ ਗਏ ਨੇ ਕਿ ਇਹਨਾਂ ਦੇ ਪੱਲੇ ਕੁਝ ਨਹੀਂ ਹੈ ਔਰ ਹੋ ਸਕਦਾ ਹੈ ਆਉਣ ਵਾਲੇ ਪੀਰੀਅਡ ਦੇ ਵਿੱਚ ਚੀਨ ਜਿਹੜਾ ਹੈ ਮੋਰ ਐਗਰੈਸਿਵਲੀ ਇਹਨਾਂ ਨੂੰ ਬਾਰਡਰ ਦੇ ਉੱਤੇ ਟੱਕਰੇ। ਸੋ ਅਸੀਂ ਦੱਸ ਦਿੱਤਾ ਹੈ ਕਿ ਭਾਈ ਅਸੀਂ ਤਾਂ ਸੌਫਟ ਲਾਈਨ ਹੀ ਰੱਖੀ, ਬਿਲਕੁਲ ਸੀਨੇਰੀਓ ਬਿਆਨ ਦਿੱਤਾ ਸੀ ਅਸੀਂ ਪਹਿਲੇ ਦਿਨ ਹੀ ਪਰਸੋਂ, ਲੇਕਿਨ ਹੁਣ ਗਲੋਬਲ ਟਾਈਮਜ਼ ਨੇ ਤਾਂ ਲਿਆ ਕੇ ਜਿਹਨੂੰ ਕਹਿੰਦੇ ਨੇ ਕਿ ਸਰੇ ਬਾਜ਼ਾਰ ਇਹਨਾਂ ਦਾ ਜਿਹੜਾ ਉਹ ਜਲੂਸ ਕੱਢ ਕੇ ਰੱਖ ਦਿੱਤਾ ਹੈ ਕਿ ਭਾਈ ਭੁੱਲ ਜਾਓ ਕਿ ਵੀ ਤੁਸੀਂ ਕਿਸੇ ਨਾਲ ਲੜਨ ਦੇ ਕਾਬਲ ਹੋ, ਪਹਿਲਾਂ ਆਪਣਾ ਆਪਾ ਦੇਖੋ ਵੀ ਤੁਸੀਂ ਕਿੰਨੇ ਕੁ ਜੋਗੇ ਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਜਦੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ।
ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। व्यूअर्स वेलकम बैक ऑन प्रोग्राम। सो व्यूअर्स ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। व्यूअर्स ਇਹੋ ਜਾਪਦਾ ਹੈ ਕਿ ਭਾਰਤ ਸੋਵੀਅਤ ਯੂਨੀਅਨ ਅਤੇ ਯੂਗੋਸਲਾਵੀਆ ਵਾਂਗ ਟੁੱਟਣ ਵੱਲ ਵਧ ਰਿਹਾ ਹੈ ਔਰ ਪਿਛਲੇ ਦਿਨੀ ਮੋਦੀ ਸਰਕਾਰ ਨੇ ਇੱਕ ਆਰਡੀਨੈਂਸ ਰਾਹੀਂ ਪੰਜਾਬ ਤੇ ਬੰਗਾਲ ਵਿੱਚ ਸਰਹੱਦ ਤੋਂ 50 ਕਿਲੋਮੀਟਰ ਅੰਦਰ ਤੱਕ ਦਾ ਇਲਾਕਾ ਬੀਐਸਐਫ ਦੇ ਹਵਾਲੇ ਕਰ ਦਿੱਤਾ ਸੀ। ਸੋ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਆਰਡਰ ਦੀਆਂ ਧੱਜੀਆਂ ਉਡਾਉਂਦਿਆਂ ਇਲਾਕਾ ਨਿਵਾਸੀਆਂ, ਪੁਲਿਸ ਅਧਿਕਾਰੀਆਂ ਅਤੇ ਵੀਡੀਓਜ਼ ਨੂੰ ਕਿਹਾ ਹੈ ਕਿ ਉਹ ਬਿਨਾਂ ਆਗਿਆ ਤੋਂ ਬੀਐਸਐਫ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਿਸੇ ਨੇ ਕਦੇ ਪੁੱਛਿਆ ਸੀ ਕਿ ਵੀ ਤਾਕਤ ਬੰਦੇ 'ਚ ਹੁੰਦੀ ਹੈ ਕਿ ਕੁਰਸੀ 'ਚ ਹੁੰਦੀ ਹੈ? ਜੀ। ਤੇ ਉਹਨੇ ਅੱਗੋਂ ਕਿਹਾ ਸੀ ਕਿ ਵੀ ਕੁਰਸੀ ਤੇ ਕੌਣ ਬੰਦਾ ਬੈਠਾ ਹੈ ਇਸ ਚੋਂ ਤਾਕਤ ਨਿਕਲਦੀ ਹੈ। ਕਈ ਵਾਰ ਕੁਰਸੀ ਜਿੰਨੀ ਮਰਜ਼ੀ ਪਾਵਰਫੁਲ ਹੋਏ, ਜੇ ਬੰਦਾ ਨਕੰਮਾ ਹੈ ਜਾਂ ਉਹਨੂੰ ਪਤਾ ਹੀ ਨਹੀਂ ਹੈ ਵੀ ਉਹਦੇ ਕੀ ਹਕੂਕ ਨੇ ਜਾਂ ਉਸ ਦੇ ਵਿੱਚ ਗਟਸ ਨਹੀਂ ਨੇ, ਤੇ ਉਹ ਇੱਕ ਚਪੜਾਸੀ ਵਾਂਗ ਬਿਹੇਵ ਕਰੇਗਾ। ਤੇ ਜੇ ਇੱਕ ਚਪੜਾਸੀ ਵੀ ਚੱਜ ਨਾਲ ਆਪਣਾ ਫਰਜ਼ ਔਰ ਆਪਣੇ ਹੱਕ ਨੂੰ ਜਾਣਦਾ ਹੋਏ ਤੇ ਫਿਰ ਉਹ ਅਫਸਰ ਦੇ ਵੀ ਨੱਕ 'ਚ ਦਮ ਕਰ ਸਕਦਾ ਹੈ, ਉਹਨੂੰ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਨ ਦੇ ਸਕਦਾ। ਔਰ ਵੈਸਟ ਬੰਗਾਲ ਦੀ ਚੀਫ ਮਿਨਿਸਟਰ ਮਮਤਾ ਬੈਨਰਜੀ ਨੇ ਇਹ ਦੱਸਿਆ ਆਪਣੇ ਇਸ ਸਾਰੇ ਜਦੋਂ ਤੋਂ ਚੀਫ ਮਿਨਿਸਟਰ ਬਣੀ ਹੈ ਕਿ ਕਿਵੇਂ ਉਹ ਜਿਹਨੂੰ ਕਹਿੰਦੇ ਨੇ ਕਿ ਭਾਈ ਆਪਣੇ ਭਾਰ ਤੋਂ ਵੀ ਵੱਧ ਉਹ ਆਪਣੇ ਹਕੂਕ ਦਾ ਇਸਤੇਮਾਲ ਕਰਦੀ ਹੈ। ਮਨਮੋਹਨ ਸਿੰਘ ਸਰਕਾਰ ਦੇ ਵੇਲੇ ਜਦੋਂ ਪੂਰਾ ਸਰਕਾਰੀ ਡੈਲੀਗੇਸ਼ਨ ਜਿਹੜਾ ਉਹ ਬੰਗਲਾਦੇਸ਼ ਜਾ ਰਿਹਾ ਸੀ, ਫਰਾਖਾ ਡੈਮ ਉਹਨਾਂ ਦਾ ਦਰਿਆ ਜਿਹੜਾ ਗੰਗਾ ਉੱਥੇ ਜਾ ਕੇ ਸ਼ਾਇਦ ਪਦਮਨੀ ਬਣ ਜਾਂਦਾ, ਉਸ ਦੇ ਪਾਣੀਆਂ ਦੇ ਨਾਲ ਸਮਝੌਤਾ ਬੰਗਲਾਦੇਸ਼ ਨੂੰ ਕੰਸੈਸ਼ਨ ਦੇਣਾ ਸੀ। ਐਨ ਮੌਕੇ ਤੇ ਮਮਤਾ ਬੈਨਰਜੀ ਨੇ ਵੀ ਨਾਲ ਜਾਣਾ ਸੀ, ਅਸਾਮ ਔਰ ਦੂਸਰੇ। ਉਹ ਮੌਕੇ ਉਹਨੇ ਕਿਹਾ ਮੈਂ ਆਪਣੇ ਲੋਕਾਂ ਨਾਲ ਗਦਾਰੀ ਨਹੀਂ ਕਰ ਸਕਦੀ ਔਰ ਇਹ ਜਿਹੜਾ ਮੈਂ ਬਿਲਕੁਲ ਜੁਆਇਨ। ਔਰ ਮਨਮੋਹਨ ਸਿੰਘ ਦੀ ਸਾਰੀ ਵਿਜ਼ਿਟ ਫਲॉप ਹੋ ਗਈ ਸੀ ਕਿਉਂਕਿ ਉਹਨੂੰ ਇਹ ਲੱਗਾ ਕਿ ਵੀ ਜੇ ਮੈਂ ਸਾਈਨ ਕਰਕੇ ਆਇਆ ਤੇ ਬੰਗਾਲ ਦੇ ਵਿੱਚ ਬਹੁਤ ਰਿਬੈਲੀਅਨ ਹੋਏਗਾ ਔਰ ਉਹ ਅੱਜ ਤੱਕ ਵੀ ਉਹ ਲਟਕ ਰਿਹਾ। ਹਾਲਾਂਕਿ ਪਾਣੀ ਕੋਈ ਜਿਹੜਾ ਇੱਕ ਸਟੇਟ ਦਾ ਚੀਫ ਮਿਨਿਸਟਰ ਇੰਟਰਨੈਸ਼ਨਲ ਟ੍ਰੀਟੀਜ਼ ਦੇ ਵਿੱਚ ਉਹਦਾ ਕੋਈ ਰੋਲ ਨਹੀਂ ਹੁੰਦਾ, ਪਰ ਕਿਉਂਕਿ ਇਹ ਜਿਹੜਾ ਦਰਿਆ ਹੈ ਫਰਾਖਾ ਡੈਮ ਜਿਹੜਾ ਹੈ ਗੰਗਾ ਉੱਥੋਂ ਗੁਜ਼ਰਦੀ ਹੈ ਔਰ ਉੱਥੋਂ ਹੀ ਬੰਗਲਾਦੇਸ਼ ਜਾਂਦੀ ਹੈ, ਉਹਨੇ ਆਪਣੀ ਤਾਕਤ ਨੂੰ ਐਸਰਟ ਕੀਤਾ। ਹੁਣ ਅਸੀਂ ਦੇਖ ਔਰ ਇਵੇਂ ਹੀ ਉਹਨੇ ਜਿਵੇਂ ਮੋਦੀ ਔਰ ਅਮਿਤ ਸ਼ਾਹ ਨੂੰ ਮੂੰਹ ਮੂੰਹ ਸੁੱਟਿਆ ਚੋਣਾਂ ਦੇ ਵਿੱਚ, ਕੱਲੀ ਉਹ ਕੈਂਚੀ ਚੱਪਲ ਪਾ ਕੇ ਸੂਤੀ ਸਾੜੀ ਬੰਨ੍ਹ ਕੇ। ਹੁਣ ਅਕਤੂਬਰ ਮਹੀਨੇ 'ਚ ਇੰਡੀਅਨ ਹੋਮ ਮਿਨਿਸਟਰੀ ਇੱਕ ਸਰਕੂਲਰ ਕੱਢਦੀ ਹੈ ਜਿਸ ਦੇ ਵਿੱਚ ਪੰਜਾਬ ਔਰ ਬੰਗਾਲ ਦੇ ਵਿੱਚ ਬੀਐਸਐਫ ਦਾ ਜਿਹੜਾ ਅਧਿਕਾਰ ਖੇਤਰ ਹੈ ਉਸ ਨੂੰ ਵਧਾ ਦਿੰਦੀ ਹੈ। ਬਾਰਡਰ ਤੋਂ 15 ਕਿਲੋਮੀਟਰ ਤੱਕ ਜਿਹੜਾ ਬੀਐਸਐਫ ਦੇ ਕੋਲ ਸੀ ਕਿਉਂਕਿ ਉਹਦਾ ਵੈਸਟ ਬੰਗਾਲ ਦਾ ਬਾਰਡਰ ਵੀ ਬੰਗਲਾਦੇਸ਼ ਨਾਲ ਲੱਗਦਾ ਔਰ ਜਿਹੜਾ ਗੁਜਰਾਤ ਨਾਲ ਲੱਗਦਾ ਬਾਰਡਰ ਹੈ ਉਹ ਜਿਹੜਾ ਬੀਐਸਐਫ ਦੇ ਕੋਲ ਜਿਹੜਾ ਉਹ 70 ਕਿਲੋਮੀਟਰ ਤੱਕ ਸੀ। ਹੁਣ ਉਹਦਾ ਤਾਂ 70 ਤੋਂ ਘਟਾ ਕੇ 40 ਜਾਂ 50 ਤੇ ਕਰ ਦਿੱਤਾ ਜਾਂਦਾ ਤੇ ਪੰਜਾਬ ਔਰ ਬੰਗਾਲ ਦੇ ਹਿੱਸੇ 'ਚ ਕਿਹਾ ਵੀ ਨਹੀਂ ਹੁਣ 15 ਕਿਲੋਮੀਟਰ ਨਹੀਂ 50 ਕਿਲੋਮੀਟਰ ਤੱਕ ਜਿਹੜੀ ਹੈ ਬੀਐਸਐਫ ਉਹਦੇ ਕੰਟਰੋਲ 'ਚ ਹੋਏਗਾ। ਪੰਜਾਬ ਦੀ ਅਸੈਂਬਲੀ ਤਾਂ ਚੁੱਪ ਕਰਕੇ ਮਤਾ ਪਾਸ ਕਰਕੇ ਤੇ ਚੰਨੀ ਔਰ ਸਾਰਿਆਂ ਨੇ ਜੀ ਨਹੀਂ ਇਹ ਤਾਂ ਅੱਧਾ ਪੰਜਾਬ ਬੀਐਸਐਫ ਦੇ ਉੱਥੇ ਕਿ ਬੈਠ ਗਿਆ, ਕਿਸੇ ਨੂੰ ਮੁੜ ਕੇ ਕੋਈ ਚੇਤਾ ਨਹੀਂ ਹੈ। ਲੇਕਿਨ ਇਹ ਹੈ ਐਡਮਿਨਿਸਟ੍ਰੇਸ਼ਨ। ਮਮਤਾ ਬੈਨਰਜੀ ਮਿਲੀ ਵੀ ਦਿੱਲੀ ਆ ਕੇ ਉਹਨੇ ਕਿਹਾ ਵੀ ਇਹ ਤੁਹਾਨੂੰ ਇਹ ਲਾਅ ਐਂਡ ਆਰਡਰ ਸਟੇਟ ਦਾ ਸਬਜੈਕਟ ਹੈ ਔਰ ਤੁਹਾਨੂੰ ਕੋਈ ਹੱਕ ਨਹੀਂ ਹੈ ਵੀ ਤੁਸੀਂ ਕਰੋ। ਪਰ ਗੱਲ ਉਹ ਵੀ ਹੁੰਦਾ ਤਾਂ ਉਹਨਾਂ ਕੋਲ ਹੋਣਾ ਸੀ ਜੀ ਠੀਕ ਹੈ, ਉਹਨੇ ਗੋਂਗਲੂਆਂ ਤੋਂ ਮਿੱਟੀ ਲਾਈ। ਹੁਣ ਅੱਜ ਸਾਰੇ ਮੀਡੀਆ ਦੀ ਖਬਰ ਹੈ ਜਿਹੜੀ ਇੱਕ ਤੁਸੀਂ ਰਿਬੈਲੀਅਨ ਦੇ ਤੌਰ ਤੇ ਦੇਖ ਸਕਦੇ ਹੋ।
don't allow BSF personnel to enter villages without permission. Mamata Banerjee tells officials. उन्हें अपने सारे अधिकारी ब्लॉक पुलिस उन्होंने कहा जी बिल्कुल कोई भी ਜਿਹੜਾ ਇਹਨਾਂ ਨੂੰ ਵੜਨ ਨਾ ਦਿੱਤਾ ਜਾਏ BSF ਨੂੰ ਪਿੰਡਾਂ 'ਚ ਬਿਨਾਂ ਪਰਮਿਸ਼ਨ ਤੋਂ। ਉਹਨੇ ਕਿਹਾ ਵੀ ਇਹ 3 ਘਟਨਾਵਾਂ ਜਿਹੜੀਆਂ ਨੇ ਉਹ ਇਹਨਾਂ ਨੇ ਜਿਵੇਂ ਫੌਜ ਨੇ ਸਿਵਲੀਅਨਸ ਦੇ ਉੱਤੇ ਫਾਇਰਿੰਗ ਕੀਤੀਆਂ ਅਸੀਂ ਇਹਨਾਂ ਨੂੰ ਅਲਾਉ ਨਹੀਂ ਕਰ ਸਕਦੇ। ਔਰ ਉਹਨਾਂ ਨੇ ਪੁਲਿਸ ਆਫੀਸ਼ੀਅਲਸ ਬਲਾਕ ਡਿਵੈਲਪਮੈਂਟ ਆਫੀਸਰਸ ਉਹਨਾਂ ਨੂੰ ਇਹ ਕਿਹਾ ਕਿ ਵੀ ਇਹਨਾਂ ਨੂੰ ਵੜਨਾ ਦਿਓ। ਦੇयर इज वन प्रॉब्लम in your area, Mamata told South Dinapur district police officers. BSF personnel enter villages, threaten villagers. They are even seen in voting queues. See what happened in Nagaland. Sitalkuchi incident happened. Recently 3 people were killed in Cooch Behar. Cooch Behar ਬੰਗਾਲ ਦੀਆਂ ਚੋਣਾਂ ਵੇਲੇ ਵੀ ਫੌਜ ਉਹਨੇ ਕਿਹਾ ਤਿੰਨੋਂ ਘਟਨਾਵਾਂ ਦੱਸਦੀਆਂ ਨੇ ਕਿ ਭਾਈ ਇਹ ਕਿਸ ਕਿਸਮ ਦਾ ਕੂਚ ਬਿਹਾਰ ਬੰਗਾਲ 'ਚ ਹੁੰਦਾ ਹੈ ਔਰ ਨਾਗਾਲੈਂਡ ਦੀ ਘਟਨਾ ਨੂੰ ਉਹਨੇ ਕੋਟ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਨਾਗਾਲੈਂਡ 'ਚ ਵੀ ਉਹਨਾਂ ਨੇ ਇਹ ਕੀਤਾ ਔਰ ਡਿਊਰਿੰਗ ਦਾ ਵੋਟਿੰਗ ਫॉर ਵੈਸਟ ਬੰਗਾਲ ਅਸੈਂਬਲੀ ਇਲੈਕਸ਼ਨਸ ਇਨ April 4 persons were killed in ਕੂਚ ਬਿਹਾਰ। ਸੋ ਇਸੇ ਤਰ੍ਹਾਂ ਲਾਸਟ ਮੰਥ ਬਾਰਡਰ ਸਿਕਿਉਰਿਟੀ ਫੋਰਸ had shot down civilians during an alleged cattle smuggling bid in Cooch Behar. While the border security force claimed 2 Bangladeshi citizens were killed, local authorities claimed that 3 bodies were recovered from the spot, including one of a person identified as an Indian citizen. ਇਹ ਉਹਨੇ ਕਿਹਾ ਕਿ ਉਹਨੇ ਕਿਹਾ she said law and order was a state subject and in such cases block development officers and inspector in charge of police station should tell the security forces that this is not your jurisdiction. Strict order ਦਿੱਤੇ ਨੇ ਕਿ ਖਬਰਦਾਰ ਜੇ ਉਹ ਆਣ ਉਹਨਾਂ ਨੂੰ ਕੋਈ ਤੁਹਾਡਾ ਇਲਾਕਾ ਨਹੀਂ ਹੈ। ਔਰ ਇਸੇ ਤਰ੍ਹਾਂ ਜਿਹੜਾ ਇਸ ਦੇ ਉੱਤੇ ਗਵਰਨਰ ਨੇ ਚੀਕਾਂ ਮਾਰੀਆਂ ਕਿ ਜੀ ਇਹ ਤਾਂ ਸਟੇਟ ਦੇ ਖਿਲਾਫ ਵਿਦਰੋਹ ਹੈ ਪਰ ਉਹਨੂੰ ਪਤਾ ਹੈ ਵੀ ਉਹਦੇ ਆਪਣੇ ਹਕੂਕ ਕੀ ਨੇ। ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਾਸ਼ ਇਸ ਕਿਸਮ ਦਾ ਗਟਸ ਪੰਜਾਬ ਦਾ ਪਹਿਲਾਂ ਬੈਠਾ ਰਿਹਾ ਉਹ ਝੋਟਾ ਕੈਪਟਨ ਅਮਰਿੰਦਰ 4.5 ਸਾਲ ਜਿਹਨੇ ਅਜੀਤ ਡੋਵਲ ਦੀ ਲਾਈਨ ਟੋ ਕੀਤੀ ਔਰ ਇਸ ਹੱਦ ਤੱਕ ਜਾ ਕੇ ਜਿਹੜਾ ਉਹਨੇ ਆਪਣੇ ਲੋਕਾਂ ਦਾ ਕਰਤਾਰਪੁਰ ਕੋਰੀਡੋਰ ਦਾ ਖੁੱਲਣਾ ਹੋਏ ਦੂਸਰਾ ਹੋਏ ਹੁਣ ਵੀ ਉਹ ਭੌਂਕਿਆ ਪਰਸੋਂ ਕਿਉਂਕਿ ਉਹਨੇ ਨਵਜੋਤ ਸਿੱਧੂ ਨੇ ਕਿਹਾ ਸੀ ਜੀ ਵਪਾਰ ਖੋਲੋ ਦੋਨਾਂ ਪੰਜਾਬਾਂ ਦਾ। ਦੂਜਾ ਉਹ ਕਹਿ ਰਿਹਾ ਵਪਾਰ ਕਿਵੇਂ ਖੋਲ ਸਕਦੇ ਆ ਜਦੋਂ ਦੂਸਰੇ ਪਾਸੇ ਗੋਲੀਆਂ ਆ ਰਹੀਆਂ ਸਾਡੇ ਜਵਾਨ ਮਾਰੇ ਜਾ ਰਹੇ ਨੇ। ਸੋ ਇਹ ਨਾ ਆਪਣੇ ਪਾਣੀਆਂ ਨੂੰ ਡਿਫੈਂਡ ਕਰ ਸਕਿਆ ਜਦ ਪੰਜਾਬ BSF ਦੇ ਹਵਾਲੇ ਕੀਤਾ ਤੇ ਇਹ ਹੈ ਉਹ ਵੀ ਵਿਦਨ ਦਾ ਸਟੇਟ ਉਸੇ ਕਿਸਮ ਦਾ ਚੀਫ ਮਿਨਿਸਟਰ ਪੰਜਾਬ ਦਾ ਚੀਫ ਮਿਨਿਸਟਰ ਹੁੰਦਾ ਜਿਹੋ ਜਿਹਾ ਬੰਗਾਲ ਦਾ। ਸੋ ਇਹ ਹੁੰਦਾ ਹੈ ਕਿ ਵੀ ਜੇ ਤੁਸੀਂ ਵਿਦ ਇਮਾਨਦਾਰੀ ਗਟਸ ਦੇ ਨਾਲ ਆਪਣੇ ਲੋਕਾਂ ਦੇ ਹੱਕਾਂ ਲਈ ਖਲੋਂਦੇ ਹੋ ਤੇ ਫਿਰ ਤੁਹਾਨੂੰ ਪਤਾ ਹੈ ਵੀ ਤੁਸੀਂ ਕਿੱਥੇ ਚੈਲੰਜ ਕਰਨਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਪਿਓਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਰਤਾਰਪੁਰ ਸਾਹਿਬ ਦੇ ਹਵਾਲੇ ਨਾਲ ਕਿ ਪਿਛਲੇ ਦਿਨੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਬਾਹਰ ਇੱਕ ਮਾਡਲ ਵੱਲੋਂ ਫੋਟੋ ਸ਼ੂਟ ਕੀਤਾ ਗਿਆ ਸੀ ਜਿਸ ਦੀ ਸਭ ਪਾਸਿਓਂ ਨਿੰਦਿਆ ਹੋਈ ਸੀ। ਸੋ ਇਹੋ ਜਿਹੀਆਂ ਘਟਨਾਵਾਂ ਨੂੰ ਅੱਗੂ ਰੋਕਣ ਲਈ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਅਬੈਕਿਊ ਟਰਸਟ ਬੋਰਡ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਜਿਹੜੇ ਅੰਦਰ ਕਿਸੇ ਕਿਸਮ ਦੀ ਫੋਟੋਗ੍ਰਾਫੀ ਤੇ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ। ਸੋ ਇਸ ਨੂੰ ਰੋਕਣ ਲਈ ਥਾਂ ਥਾਂ ਸੇਵਾਦਾਰ ਵੀ ਖੜੇ ਕੀਤੇ ਗਏ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਬਹੁਤ ਵਾਰ ਭਾਰਤੀ ਮੀਡੀਆ ਔਰ ਖਾਸ ਤੌਰ ਤੇ ਉਹਨਾਂ ਵੱਲੋਂ ਬਿਠਾਏ ਹੋਏ ਕੁਝ ਰੈਂਟਾ ਸਿੱਖ ਮਨਜਿੰਦਰ ਸਿਰਸੇ ਵਰਗੇ ਜਾਂ ਇੱਕੋ ਜੇਬ ਕਤਰਾ ਸਾਈਕਲ ਚੋਰ ਬਿੱਟੂ ਉਸ ਵਰਗੇ ਜਿਹੜੇ ਨੇ ਉਹ ਅਕਸਰ ਪਾਕਿਸਤਾਨ ਦੇ ਖਿਲਾਫ
ਜਾਂ ਜੋ ਉੱਥੇ ਕੁਝ ਮਾੜੀ ਮੋਟੀ ਘਟਨਾ ਹੁੰਦੀ ਹੈ ਤੇ ਉਸ ਨੂੰ ਬੜਾ ਵਧਾ ਚੜਾ ਕੇ ਕਿ ਉੱਥੇ ਅਕਲੀਅਤਾਂ ਨਾਲ ਇਹ ਹੋ ਰਿਹਾ ਉਹ ਹੋ ਰਿਹਾ। ਹਾਲਾਂਕਿ ਅਸੀਂ ਵਿਦਨ ਭਾਰਤ ਦੇਖ ਰਹੇ ਹਾਂ, ਅਸੀਂ ਪਿਛਲੇ ਸੈਗਮੈਂਟਸ ਗੱਲ ਕਰਕੇ ਹਟੇ ਕਿ ਵੀ ਉੱਥੇ ਐਡਮਿਨਿਸਟ੍ਰੇਸ਼ਨ ਤੁਹਾਨੂੰ ਕ੍ਰਿਮੀਨਲ ਐਲਾਨ ਦੇ, ਉੱਥੇ ਤੁਹਾਡੇ ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਜਿਹੜਾ ਉਹ ਕਬਜ਼ਾ ਕਰਕੇ ਉਹਨਾਂ ਨੂੰ ਕਿਤੇ ਗਿਆਨ ਗੋਦੜੀ ਨੂੰ ਸਕਾਟ ਆਫਿਸ ਬਣਾਇਆ ਹੋਇਆ ਔਰ ਮੰਗੂ ਮੱਠ ਜਗਨਨਾਥਪੁਰੀ ਦੇ ਵਿੱਚ ਉਸ ਨੂੰ ਮਲੀਆਮੇਟ ਕਰ ਦਿੱਤਾ ਗਿਆ ਔਰ ਇਹੀ ਹਾਲ ਡਾਂਗਮਾਰ ਸਿੱਕਮ ਦੇ ਵਿੱਚ ਹੈ। ਔਰ ਨਵੰਬਰ 84 ਦੇ ਵਿੱਚ ਕਿੰਨੇ ਗੁਰਦੁਆਰੇ ਜਿਹੜੇ ਉਹਨਾਂ ਨੇ ਮਲੀਆਮੇਟ ਕੀਤੇ, ਉਹਨਾਂ 'ਚੋਂ ਕੁਝ ਦਿੱਲੀ ਦੇ ਵਿੱਚ ਕਦੇ ਵੀ ਵਾਪਸ ਗੁਰਦੁਆਰੇ ਨਹੀਂ ਬਣ ਸਕੇ। ਪਰ ਪਾਕਿਸਤਾਨ ਦੇ ਵਿੱਚ ਜਿੱਥੇ ਪਾਕਿਸਤਾਨ ਦੀ ਹਕੂਮਤ ਨੇ 9 ਨਵੰਬਰ 2019 ਨੂੰ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਔਰ ਇੱਕ ਦੁਨੀਆ ਦਾ ਬਹੁਤ ਖੂਬਸੂਰਤ ਗੁਰਦੁਆਰਾ ਸਾਹਿਬ ਜਿਸ ਨੂੰ ਪਾਕਿਸਤਾਨੀ ਹੱਥਾਂ ਨੇ ਲੇਬਰ ਦੇ ਨਾਲ ਬਣਾਇਆ, ਖਰਚ ਵੀ ਵੱਡਾ ਹਿੱਸਾ ਉਹਨਾਂ ਨੇ ਕੀਤਾ, ਆਲਮੋਸਟ ਸਾਰਾ ਹੀ ਉਹਨਾਂ ਨੇ ਕੀਤਾ ਔਰ ਪਾਕਿਸਤਾਨ ਇਵੈਕੂਏਟਸ ਟਰਸਟ ਪ੍ਰਾਪਰਟੀ ਬੋਰਡ ਦੇ ਥੱਲੇ। ਔਰ ਇਵੈਂਚੁਅਲੀ ਜਿਹੜਾ ਵੀ ਸਿੱਖ ਕੋਈ ਦੁਨੀਆ ਭਰ ਚੋਂ ਉੱਥੇ ਜਾਂਦਾ ਹੈ ਉਹ ਗਦਗਦ ਹੋ ਜਾਂਦਾ ਹੈ ਔਰ ਆਮ ਆਵਾਮ ਦੀ ਮੁਹੱਬਤ ਔਰ ਪਿਆਰ ਉਹ ਤਾਂ ਹੈ ਹੀ ਹੈ। ਲੇਕਿਨ ਕਰਤਾਰਪੁਰ ਸਾਹਿਬ ਦੀ ਫਿਜ਼ਾ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ 18 ਸਾਲ ਗੁਜ਼ਾਰੇ, ਹਲ ਚਲਾਇਆ, ਇੱਕ ਉਸ ਫਿਜ਼ਾ ਦੇ ਵਿੱਚ ਸਕੂਨ ਹੈ, ਇੱਕ ਰੂਹਾਨੀਅਤ ਹੈ ਔਰ ਦੋਨਾਂ ਕੌਮਾਂ ਦੇ ਪਿਆਰ ਦਾ ਉਹ ਇੱਕ ਉਸ ਕਿਸਮ ਦਾ ਮੋਨੂਮੈਂਟ ਹੈ ਜਿੱਥੇ ਬਾਹਰ ਜਿਹੜਾ ਉਹ ਮਜ਼ਾਰ ਹੈ ਗੁਰੂ ਨਾਨਕ ਸਾਹਿਬ ਦਾ, ਅੰਦਰ ਸਮਾਧ ਹੈ ਮੇਨ ਜਿਹਦੇ ਤੇ ਦੀਵਾਨ ਹਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਪਰ ਇਹੀ ਬਾਬੇ ਨਾਨਕ ਦੀ ਸਾਂਝ ਸੀ ਕਿ ਬਾਬਾ ਨਾਨਕ ਸ਼ਾਹ ਫਕੀਰ, ਸਿੱਖ ਕਾ ਗੁਰੂ, ਮੁਸਲਮਾਨ ਕਾ ਪੀਰ। ਸੋ ਇਹ ਸਾਂਝ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਵੱਧ ਕੇ ਹੋਰ ਕਿਤੇ ਅੱਜ ਦੇ ਪੀਰੀਅਡ 'ਚ ਲਾਂਘਾ ਖੁੱਲਣ ਤੋਂ ਬਾਅਦ ਕਿਤੇ ਨਜ਼ਰ ਨਹੀਂ ਆਉਂਦੀ। ਲੇਕਿਨ ਇਹ ਉਹਨਾਂ ਬਾਕੀ ਸਾਰੀਆਂ ਸਾਂਝਾਂ ਵੱਲ ਤੋਰ ਰਿਹਾ ਜਿਹੜੀ ਕਿ ਉਸ ਇਨਹੈਰੈਂਟ ਤੌਰ ਤੇ ਸਿੱਖੀ ਦੇ ਵਿੱਚ ਜਿਹੜੀ ਵਹਾਦਤ ਦੀ ਸਾਂਝ, ਜਿਹੜੀ ਇੱਕ ਰੱਬ ਦੀ ਸਾਂਝ ਦੇ ਨਾਲ ਇਹ ਦੋਨੋਂ ਕੌਮਾਂ ਜੁੜੀਆਂ ਹੋਈਆਂ ਨੇ। ਇੱਕ ਮੰਦਭਾਗੀ ਘਟਨਾ ਕੁਝ ਹਫ਼ਤੇ ਪਹਿਲਾਂ, 2 ਜਾਂ 3 ਹਫ਼ਤੇ ਪਹਿਲਾਂ ਹੀ ਵਾਪਰੀ ਜਦੋਂ ਕਿ ਇੱਕ ਕੱਪੜਿਆਂ ਦੀ ਕੰਪਨੀ ਮੰਨਤ ਦੇ ਲਈ ਕੰਮ ਕਰਨ ਵਾਲੀ ਮਾਡਲ ਬੀਬੀ ਨੇ ਜਿਹੜਾ ਉਹ ਫੋਟੋ ਸ਼ੂਟ ਕੀਤਾ, ਉਹ ਪਿਕਚਰਸ ਉਹਨੇ ਜਦੋਂ ਪਾਈਆਂ ਔਰ ਕੰਪਨੀ ਨੇ ਪਾਈਆਂ, ਉਹਦੀ ਚਰਚਾ ਹੋਈ, ਉਸ ਦੇ ਲਈ ਉਹਨੇ ਵੀ ਮੁਆਫੀ ਮੰਗੀ, ਕੰਪਨੀ ਨੇ ਵੀ ਮੰਗੀ। ਪਾਕਿਸਤਾਨ ਦੀ ਹਕੂਮਤ ਫੌਰਨ ਹਰਕਤ ਦੇ ਵਿੱਚ ਆਈ, ਇਨਫੋਰਮੇਸ਼ਨ ਮਿਨਿਸਟਰ ਫਵਾਦ ਚੌਧਰੀ ਔਰ ਦੂਸਰਿਆਂ ਦੇ ਵੀ ਇਸ ਦੇ ਉੱਤੇ ਕੁਇਕ ਆਇਆ ਔਰ ਜ਼ਾਹਰ ਹੈ ਵੀ ਉਹਨਾਂ ਨੇ ਬੈਠ ਕੇ ਫਿਰ ਇਹ ਕੀਤਾ ਕਿ ਭਾਈ ਇਸ ਕਿਸਮ ਦੀ ਗੱਲ ਨੂੰ ਤੁਸੀਂ ਫਿਊਚਰ 'ਚ ਕਿਵੇਂ ਰੋਕ ਸਕਦੇ ਹੋ, ਕਿਉਂਕਿ ਇਹਦੇ 'ਚ ਠੀਕ ਹੈ ਜਿਵੇਂ ਅਸੀਂ ਮਜ਼ਹਬੀ ਥਾਵਾਂ ਦੇ ਉੱਤੇ ਖਾਸ ਤੌਰ ਤੇ ਇਸ ਕਿਸਮ ਦੀ ਥਾਂ ਹੈ, ਕੋਈ ਪਿਕਨਿਕ ਸਪਾਟ ਤਾਂ ਨਹੀਂ ਹੈ ਕਿ ਵੀ ਉੱਥੇ ਤੁਸੀਂ ਜਾ ਕੇ, ਔਰ ਜਿਹੜਾ ਹਾਲਾਂ ਮੈਨੂੰ ਥੋੜਾ ਜਿਹਾ ਇਹ ਹਾਰਸ਼ ਵੀ ਲੱਗਾ ਇਹ ਫੈਸਲਾ, ਕਿਉਂ ਲੇਕਿਨ ਹੋ ਸਕਦਾ ਹੈ ਉਹਨਾਂ ਨੇ ਗੁਰਦੁਆਰਾ ਸਾਹਿਬ ਜਾਂ ਉਸ ਦੀ ਪਰਿਕਰਮਾ ਤੋਂ ਬਾਹਰ ਕੋਈ ਸੇਫ ਥਾਂ ਇਸ ਕਿਸਮ ਦਾ ਡੈਜ਼ਿਗਨੇਟ ਕੀਤਾ ਹੋਏ ਜਿੱਥੇ ਕਿ ਜਿਹੜੇ ਪਰਿਵਾਰ ਇੱਕ ਯਾਦਗਾਰ ਦੇ ਤੌਰ ਤੇ ਉੱਥੇ ਜਾਂਦੇ ਨੇ ਔਰ ਉਹਨਾਂ ਨੂੰ ਲੱਗਦਾ ਹੈ ਵੀ ਕਰਤਾਰਪੁਰ ਸਾਹਿਬ ਅਸੀਂ ਗਏ, ਪਰਿਵਾਰ ਦੀ ਸਾਂਝੀ ਫੋਟੋ ਹੈ ਜਾਂ ਕੋਈ ਹੋਰ ਹੈ। ਔਰ ਲੇਕਿਨ ਜਿਹੜੀ ਖਬਰ ਮੀਡੀਆ ਦੇ ਹਵਾਲੇ ਨਾਲ ਹੈ ਔਰ ਇਹ ਲਾਹੌਰ ਤੋਂ ਬਾਬਰ ਜਲੰਧਰੀ ਨੇ ਲੋਕਲ ਮੀਡੀਆ ਨਾਲ ਵੀ ਗੱਲ ਕੀਤੀ ਹੈ ਔਰ ਇਹਦਾ ਹੈਡਲਾਈਨ ਹੀ ਇਹ ਹੈ ਕਿ ਕਰਤਾਰਪੁਰ ਸਾਹਿਬ 'ਚ ਫੋਟੋਗ੍ਰਾਫੀ ਤੇ ਰੋਕ, ਔਰ ਉਹਦੇ ਲਈ ਉਹਨਾਂ ਨੇ ਇਸ ਫੈਸਲੇ ਨੂੰ ਪਾਕਿਸਤਾਨ ਕਮੇਟੀ ਔਰ ਪਾਕਿਸਤਾਨੀ ਇਵੈਕੂਏਟਸ ਟਰਸਟ ਪ੍ਰਾਪਰਟੀ ਬੋਰਡ ਦਾ ਫੈਸਲਾ ਦੱਸਿਆ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ, ਪਰਿਕਰਮਾ ਦੇ ਵਿੱਚ, ਮਜ਼ਾਰ ਸਾਹਿਬ, ਲੰਗਰ ਭਵਨ, ਸਰੋਵਰ ਤੇ ਹੋਰਨਾਂ ਸਥਾਨਾਂ ਤੇ ਜਿਹੜੀ ਹੈ ਫੋਟੋਗ੍ਰਾਫੀ ਕਰਨ ਤੇ ਸਖਤੀ ਨਾਲ ਰੋਕ ਲਗਾ ਦਿੱਤੀ ਹੈ ਔਰ ਇਹਨੂੰ ਇੰਪਲੀਮੈਂਟ ਕਰਨ ਦੇ ਲਈ ਉਹਨਾਂ ਨੇ ਆਲਰੇਡੀ ਜਿਹੜੇ ਸੇਵਾਦਾਰ ਨੇ ਔਰ ਦਰਸ਼ਕ ਦੇਖ ਸਕਦੇ ਨੇ ਕਿ ਇੱਕ ਸੇਵਾਦਾਰ ਜਿਹੜਾ ਹੁੰਦਾ ਹੈ ਉਸ ਨੂੰ ਤੁਸੀਂ ਉਹ ਸੇਵਾ 'ਚ ਹੀ ਖੜਾ ਹੈ, ਭਾਵੇਂ ਉਹਨਾਂ ਦੇ ਜਿਹੜਾ ਹੈ ਥਾਂ ਥਾਂ ਤੇ ਇਹਨਾਂ ਨੂੰ ਖੜੇ ਕਰਨਗੇ ਤਾਂ ਕਿ ਕੋਈ ਇਸ ਆਰਡਰ ਨੂੰ ਵਾਇਓਲੇਟ ਨਾ ਕਰੇ। ਸੋ ਮੈਂ ਸਮਝਦਾ ਵੀ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਕਿਵੇਂ ਸੀਰੀਅਸਲੀ ਜਿਹੜਾ ਪਾਕਿਸਤਾਨ ਦੇ ਸਾਰੇ ਅਦਾਰਿਆਂ ਨੇ ਇਸ ਨੂੰ ਲਿਆ। ਪਰ ਮੈਂ ਫਿਰ ਵੀ ਇਹ ਕਹਾਂਗਾ ਕਿ ਵੀ ਉਸ ਨੂੰ ਕੁਛ ਨਾ ਕੁਛ ਸੇਫ ਸਾਈਡ ਐਸੀ ਜਿਹਦੇ 'ਚ ਕਿ ਤੁਸੀਂ ਐਜ਼ ਏ ਯਾਦਗਾਰ ਜੇ ਕੁਛ ਸੱਭਿਅਕ ਅੰਦਾਜ਼ ਦੇ ਵਿੱਚ ਕੋਈ ਹੁੰਦਾ ਹੈ ਤੇ ਉਸ ਦੇ ਲਈ ਜ਼ਰੂਰ ਥੋੜਾ ਬਹੁਤ ਸਪੇਸ ਦੇਣਾ ਚਾਹੀਦਾ। ਔਰ ਮੈਂ
ਕਨਕਲੂਜਨ 'ਚ ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਸ੍ਰੀ ਰਾਗ ਦੀ ਜਿਹੜੀ ਆ ਉਹ ਚਰਚਾ ਕਰਦੇ, ਉਹਨਾਂ ਦਾ ਸ਼ਬਦ ਸ੍ਰੀ ਰਾਗ ਦੇ ਵਿੱਚ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ, ਜਬ ਲਗ ਜੋਬਨ ਸਾਸ ਹੈ ਤਬ ਲਗ ਇਹੋ ਤਨ ਦੇ, ਬਿਨ ਗੁਣ ਕਾਮ ਨ ਆਵੇ ਢਹਿ ਢੇਰੀ ਤਨ ਖੇ, ਮੇਰੇ ਮਨ ਲੈ ਲਾਹਾ ਕਰ ਜਾਹੇ, ਗੁਰਮੁਖ ਨਾਮ ਸਲਾਹੀਐ ਹਉਮੈ ਨਿਵਰੀ ਪਾਹੇ। ਰਹਾਓ, ਜਿਵੇਂ ਰਹਾਓ ਦੀ ਤੁਕ ਸ਼ਬਦ ਦਾ ਕੇਂਦਰੀ ਭਾਵ ਹੁੰਦਾ, ਇਹ ਇਨਸਾਨ ਨੂੰ ਯਾਦ ਦਹਾਨੀ ਕਰਵਾਈ ਹੈ ਕਿ ਇਹ ਦੁਨੀਆ ਦੇ ਵਿੱਚ ਤੇਰਾ ਸਫ਼ਰ ਇੱਕ ਟ੍ਰਾਂਜ਼ਿਟ ਹੈ, ਅਲਟੀਮੇਟ ਮੰਜ਼ਲ ਤੂੰ ਰੱਬ ਦੇ ਦਰ ਤੋਂ ਆਇਆ ਤੇ ਉਸ ਨਾਲ ਮਿਲਾਪ ਇਹ ਤੇਰੀ ਪਰਮਾਨੈਂਟ ਮੰਜ਼ਲ ਹੈ, ਇਹ ਤੇਰਾ ਟ੍ਰਾਂਜ਼ਿਟ ਹੈ। ਮੇਰੇ ਮਨ ਲੈ ਲਾਹਾ ਕਰ ਜਾਏ, ਹੇ ਮੇਰੇ ਮਨ ਇਸ ਜ਼ਿੰਦਗੀ 'ਚ ਜਿਉਂਦਿਆਂ ਉਹ ਚੰਗੇ ਕੰਮ ਕਰ, ਰੱਬ ਦੀ ਇਬਾਦਤ, ਖੁਦਾਈ ਖਿਦਮਤ ਔਰ ਇਸ ਖਲਕਤ ਦੀ ਖਿਦਮਤ, ਇਸ ਦੇ ਵਿੱਚ ਆਪਣਾ ਜੀਵਨ ਗੁਜ਼ਾਰ, ਤਾਂ ਕਿ ਤੂੰ ਲਾਹਾ ਖੱਟ ਕੇ ਫਾਇਦੇਮੰਦ ਸੌਦਾ ਕਰਕੇ ਜਾਏ। ਗੁਰਮੁਖ ਨਾਮ ਸਲਾਹੀ ਹੈ, ਔਰ ਇਸ ਜੀਵਨ ਦੇ ਅੰਦਰ ਨਾਮ ਰੱਬ ਦੀ ਯਾਦ ਨੂੰ, ਉਸ ਦੀ ਸਿਫਤ ਸਲਾਹ ਕਰਨੀ, ਹਉਮੈ ਨਿਵਰੀ ਪਾਏ, ਕਿ ਜੇ ਰੱਬ ਦੀ ਯਾਦ ਹੋਏਗੀ ਤਾਂ ਅੰਦਰ ਜਿਹੜੇ ਇਨਸਾਨ ਦੇ ਹੁਮ ਹੈ, ਹਉਮੈ, ਅਨਾਹ ਹੈ, ਲਸਟ ਹੈ, ਐਂਗਰ ਹੈ, ਗਰੀਡ ਹੈ, ਇਹ ਸਾਰੇ ਤਾਂ ਹੀ ਦੂਰ ਹੋਣਗੇ ਜੇ ਅੰਦਰ ਰੱਬ ਦਾ ਨਾਂ ਵਸੇਗਾ। ਔਰ ਇਹ ਪਿਆਰ ਦੇ ਨਾਲ, ਜਿਵੇਂ ਅਸੀਂ ਆਪਣੇ ਦੋਸਤ ਨੂੰ ਸਮਝਾਉਂਦੇ ਹਾਂ, ਇਨਸਾਨੀ ਰੂਹ ਨੂੰ ਗੁਰੂ ਨਾਨਕ ਸਾਹਿਬ ਨੇ ਸੁਣ ਮਨ ਮਿੱਤਰ ਪਿਆਰਿਆ ਮਿਲ ਵੇੜਾ ਹੈ, ਇਹ ਮੇਰੇ ਦੋਸਤ, ਮੇਰੇ ਪਿਆਰੇ ਮਿੱਤਰ, ਇਹੀ ਜ਼ਿੰਦਗੀ ਤੁਹਾਨੂੰ ਮਿਲੀ ਹੈ, ਇਹੀ ਤੇਰਾ ਵੇੜਾ ਉਸ ਰੱਬ ਨਾਲ ਮਿਲਣ ਦਾ। ਜਬ ਲਗ ਜੋਬਨ ਸਾਸ ਹੈ ਤਬ ਲਗ ਇਹੋ ਤਨ ਦੇ, ਕਿ ਭਾਈ ਇਹ ਤੇਰੀ ਜਵਾਨੀ, ਤੇਰਾ ਵਜੂਦ, ਜਦੋਂ ਤੱਕ ਤੇਰਾ ਸਾਹ ਚੱਲਦਾ ਉਦੋਂ ਤੱਕ ਹੀ ਹੈ, ਇਹ ਸਾਹ ਪਤਾ ਨਹੀਂ ਕਦੋਂ ਨਿਕਲ ਜਾਣਾ। ਔਰ ਇਸੇ ਨੂੰ ਹੀ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਹਰ ਜਪੰਦਿਆਂ ਖਿਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਉ ਆਵੇ ਕੇ ਨਾ ਆਵੇ ਰਾਮ। ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਸਾਨੂੰ ਨਹੀਂ ਪਤਾ ਹੈ, ਇਸ ਲਈ ਉਹਦੀ ਯਾਦ, ਉਹਦੀ ਇਬਾਦਤ ਦੇ ਵਿੱਚ ਕੋਈ ਢਿੱਲ ਨਾ ਕਰੀਏ। ਬਿਨ ਗੁਣ ਕਾਮ ਨਾ ਆਵੇ ਢਹਿ ਢੇਰੀ ਤਨ ਖੇ, ਕਿ ਜੇ ਰੱਬ ਦੀ ਯਾਦ ਨਹੀਂ ਹੋਏਗੀ ਬਿਨਾ ਗੁਣ ਤੋਂ, ਫਿਰ ਤੇਰੀ ਜ਼ਿੰਦਗੀ ਅਲਟੀਮੇਟਲੀ ਇਹਨੇ ਤਾਂ ਸਵਾਹ ਹੋ ਜਾਣਾ ਹੈ, ਮਿੱਟੀ ਨਾਲ ਮਿੱਟੀ ਹੋ ਜਾਣਾ ਹੈ। ਔਰ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ, ਸੁਣ ਸੁਣ ਗੰਢਨ ਗੰਢੀਐ ਲਿਖ ਪੜ ਬੁੱਝੈ ਭਾਰ, ਤ੍ਰਿਸ਼ਨਾ ਅਹਨਸ ਅਗਲੀ ਹਉਮੈ ਰੋਗ ਵਿਕਾਰ, ਉਹ ਵੇ ਪਰਵਾ ਅਤੋਲਵਾ ਗੁਰਮਤ ਕੀਮਤ ਸਾਰ। ਕਿ ਭਾਈ ਅਸੀਂ ਗੱਲਾਂ ਕਰ ਕਰਕੇ ਆਪਣੀ ਪੜ੍ਹਾਈ ਦਾ ਜਿਹੜਾ ਜਾਂ ਪੜ੍ਹ ਪੜ੍ਹ ਕੇ ਉਸ ਗਰੂਰ ਦੇ ਵਿੱਚ ਆਪਣੇ ਅੰਦਰ ਦਿਨ ਰਾਤ ਡਿਜ਼ਾਇਰਸ ਨੂੰ ਪੈਦਾ ਕਰਕੇ ਇਹੀ ਹਉਮੈ ਦਾ ਰੋਗ ਵਿਕਾਰ ਆਪਣੇ ਅੰਦਰ ਪੈਦਾ ਕਰਦੇ हैं। ਲੇਕਿਨ ਉਹ ਵਾਹਿਗੁਰੂ ਜਿਹੜਾ ਹੈ ਉਹ ਬੇਪਰਵਾਹ ਹੈ, ਉਸ ਨੂੰ ਨਾ ਮਿਣਿਆ ਜਾ ਸਕਦਾ ਨਾ ਤੋਲਿਆ ਜਾ ਸਕਦਾ, ਉਹ ਬਹੁਤ ਬੇਹੱਦ ਕੀਮਤੀ ਹੈ। ਔਰ ਉਸ ਦੀ ਸਾਰ ਸਿਰਫ ਗੁਰਮਤ ਦੇ ਨਾਲ ਜੁੜਿਆ, ਉਸ ਨੂੰ ਤੁਸੀਂ ਰਿਅਲਾਈਜ਼ ਕਰ ਸਕਦੇ ਹੋ। ਔਰ ਲੱਖ ਸਿਆਣਪ ਜੇ ਕਰੀ ਲੱਖ ਸਿਉ ਪ੍ਰੀਤ ਮਿਲਾਪ, ਬਿਨ ਸੰਗਤ ਸਾਧ ਨਾ ਧਰਾਪੀਆ, ਬਿਨ ਨਾਵੇਂ ਦੁੱਖ ਸੰਤਾਪ, ਹਰ ਜਪ ਜੀਰੇ ਛੁੱਟੀਐ ਗੁਰਮੁਖ ਚੀਨੇ ਆਪ। ਕਿ ਭਾਈ ਤੁਸੀਂ ਲੱਖਾਂ ਸਿਆਣਪਾਂ ਦਿਖਾਓ, ਇਹ ਮੈਂਟਲ ਟ੍ਰਿਕਸ ਤੁਹਾਡੇ ਅੰਦਰ ਜੋ ਜਿਹਨੂੰ ਅਸੀਂ ਚਲਾਕੀਆਂ ਕਹਿੰਦੇ ਹਾਂ, ਇਹਦੇ ਨਾਲ ਮਿਲਾਪ ਨਹੀਂ ਹੋਣਾ। ਜੇ ਮਿਲਾਪ ਹੋਏਗਾ ਪ੍ਰੀਤ ਦੇ ਨਾਲ, ਉਸ ਰੱਬ ਨੂੰ ਪਿਆਰ ਕਰਨ ਦੇ ਨਾਲ। ਔਰ ਇਹੀ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਯਾਦ ਦਹਾਨੀ ਕਰਵਾਈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਬਿਨ ਸੰਗਤ ਸਾਧਨਾ ਧਰਾਪੀ ਹੈ। ਕਿ ਚੰਗੇ ਸੰਗਤ ਦੇ ਵਿੱਚ ਬੈਠੇ ਬਿਨਾ ਤੁਹਾਡੇ ਦੁੱਖ, ਤੁਹਾਡੇ ਸੰਤਾਪ, ਪਛਤਾਵੇ ਧਰਾਪਾ ਹੁੰਦਾ ਵੀ ਦੂਰ ਨਹੀਂ ਹੋਣਗੇ, ਉਹ ਨਹੀਂ ਹਟਣਗੇ। हे ਮੇਰੇ ਜੀਰੇ ਹਰ ਜਪ ਜੀਰੇ ਛੁੱਟੀ ਹੈ ਗੁਰਮੁਖ ਚੀਨੇ ਆਪ। ਕਿ ਉਸ ਵਾਹਿਗੁਰੂ ਨੂੰ ਯਾਦ ਕਰਕੇ ਹੀ, ਇਹਦੀ ਇਬਾਦਤ ਦੇ ਨਾਲ ਹੀ ਅਸੀਂ ਇਸ ਸਭ ਤੋਂ ਛੁਟਕਾਰਾ ਪਾ ਸਕਦੇ ਹਾਂ। ਤੇ ਅਖੀਰਲੇ ਪਦ ਦੇ ਵਿੱਚ ਗੁਰੂ ਸਾਹਿਬ ਫਰਮਾਉਂਦੇ ਨੇ, ਤਨ ਮਨ ਗੁਰ ਪੈ ਵਿਚਿਆ, ਮਨ ਦੀਆ ਸਿਰ ਨਾਲ, ਤ੍ਰਿਭਵਨ ਖੋਜ ਢੰਡੋਲਿਆ, ਗੁਰਮੁਖ ਖੋਜ ਨਿਹਾਲ, ਸਤਿਗੁਰ ਮੇਲ ਮਿਲਾਇਆ, ਨਾਨਕ ਸੋ ਪ੍ਰਭ ਨਾਲ। ਕਿ ਉਹਨੂੰ ਕਿਵੇਂ, ਵਾਹਿਗੁਰੂ ਨੂੰ, ਰੱਬ ਨੂੰ ਕਿਵੇਂ ਪਾਇਆ ਜਾਏ। ਤਨ ਮਨ ਗੁਰ ਪੈ ਵਿਚਿਆ, ਮਨ ਦੀਆ ਸਿਰ ਨਾਲ।
ਕਿ ਆਪਣਾ ਸਭ ਕੁਝ ਤਨ ਮਨ ਧਨ ਗੁਰੂ ਦੇ ਰੱਬ ਦੇ ਹਵਾਲੇ ਕਰ ਦਿਓ। ਆਪਣਾ ਆਪਾ ਸਿਰ ਦੇਣ ਦਾ ਮਤਲਬ ਆਪਣੀ ਹਉਮੈ ਆਪਣੀਆਂ ਨਾ ਛੱਡ ਕੇ ਮੈਂ ਤੇਰਾ ਹੈ, ਮੈਂ ਤੇਰਾ ਹੈ, ਮੈਂ ਤੇਰਾ ਹੈ, ਬਸ ਇਹੀ ਸਭ ਕੁਝ ਉਸ ਵਾਹਿਗੁਰੂ ਨੂੰ ਦੇਣਾ ਹੈ। ਤ੍ਰਿਭਵਨ ਖੋਜ ਢੰਡੋਲਿਆ। ਔਰ ਜਦੋਂ ਤੁਸੀਂ ਇਸ ਸਾਰੇ ਦੇ ਨਾਲ ਜੁੜ ਜਾਂਦੇ ਹੋ ਫਿਰ ਤੁਹਾਨੂੰ ਇਹ ਨਜ਼ਰ ਆਏਗਾ ਕਿ ਮੈਂ ਤਾਂ ਸਾਰੀ ਦੁਨੀਆ ਤਿੰਨ ਦੁਨੀਆ ਲੱਭ ਰਿਹਾ ਸੀ ਪਰ ਮੈਨੂੰ ਨਹੀਂ ਸੀ ਮਿਲਿਆ। ਗੁਰਮੁਖ ਖੋਜ ਨਿਹਾਲ, ਪਰ ਜਿਹਨੇ ਆਪਣਾ ਆਪਾ ਰੱਬ ਨੂੰ ਦੇ ਦਿੱਤਾ ਹੈ ਉਸ ਗੁਰਮੁਖ ਨੇ ਉਸ ਨੂੰ ਵਾਹਿਗੁਰੂ ਮਿਲਿਆ ਔਰ ਉਸ ਨੇ ਉਹਨੂੰ ਨਿਹਾਲ ਕਰ ਦਿੱਤਾ ਹੈ। ਉਸ ਬਲਿਸ ਚਲਾ ਗਿਆ ਹੈ, ਆਨੰਦ ਦੇ ਵਿੱਚ ਹੈ। ਸਤਿਗੁਰ ਮੇਲ ਮਿਲਾਇਆ ਕਿ ਉਸ ਗੁਰੂ ਨੇ ਰਹਿਮਤ ਕਰਕੇ ਮੈਨੂੰ ਉਸ ਵਾਹਿਗੁਰੂ ਦੇ ਨਾਲ ਮੇਲ ਲਿਆ। ਨਾਨਕ ਸੋ ਪ੍ਰਭ ਨਾਲ, ਮੈਨੂੰ ਹੁਣ ਹਮੇਸ਼ਾ ਹੀ ਉਹ ਵਾਹਿਗੁਰੂ ਆਪਣੇ ਨਾਲ ਮਹਿਸੂਸ ਹੁੰਦਾ ਹੈ। ਉਹ ਮੇਰੇ ਨਾਲ ਹੈ ਕਿਉਂਕਿ ਤੂੰ ਕਰਤਾ ਤੂੰ ਹੁਆ ਮੁਝ ਮੇਂ ਰਹਾ ਨਾ ਮੂੰਹ ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੀ ਵਿਊਜ਼ ਕਰਨ ਇਜਾਜ਼ਤ। ਵਿਊਅਰਸ, ਅੱਜ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tveri4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TVeri4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।